ਕਰਦੇ ਹਾਂ ਉਸ ਦੋ ਜਹਾਨ ਦੇ ਪਾਲਨਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਦੇ ਸਤਸੰਗ ਦੀ ਅਸੀਂ ਸ਼ੁਰੂਆਤ ਕਰੀਏ ਉਸ ਤੋਂ ਪਹਿਲਾਂ ਅੱਜ ਜਿਸ ਪਰਿਵਾਰ ਦੀ ਵਜ੍ਹਾ ਦੇ ਨਾਲ ਸਾਨੂੰ ਸਾਰਿਆਂ ਨੂੰ ਇਹ ਸਤਸੰਗ ਦਾ ਆਨੰਦ ਲੈਣ ਦਾ ਮੌਕਾ ਮਿਲਿਆ ਹੈ, ਜਿਸ ਪਰਿਵਾਰ ਦੀ ਵਜ੍ਹਾ ਦੇ ਨਾਲ ਅੱਜ ਅਸੀਂ ਸਾਰੇ ਇੱਥੇ ਬੈਠ ਕੇ ਇਹ ਆਨੰਦ ਲੈਣ ਨੂੰ ਹੁਣ ਤਿਆਰ ਹਾਂ। ਬੋਲੋ, ਤਿਆਰ ਹੋ ਕਿ ਨਹੀਂ? ਕਿਉਂਕਿ ਸਤਸੰਗ ਵਿੱਚ ਬਹਿ ਕੇ ਤਾਂ ਆਨੰਦ ਲਿਆ ਜਾਂਦਾ ਹੈ, ਔਰ ਅੱਜ ਫਿਕਰ ਨਾ ਕਰੋ, ਆਨੰਦ ਦੇ ਕੇ ਜਾਣਾ ਤੁਹਾਨੂੰ, ਸਮਝਦੇ ਹੋ? ਕਿਉਂਕਿ ਮਜ਼ਾ ਨਹੀਂ ਆਉਂਦਾ ਕਿ ਸਤਸੰਗ 'ਚ ਆ ਕੇ ਬੈਠੀਏ ਤਾਂ ਫਿਰ ਜਿੱਦਾਂ ਦੇ ਆਏ ਆ ਉੱਦਾਂ ਦੇ ਚਲੇ ਜਾਈਏ। ਮਜ਼ਾ ਤਾਂ ਇਹ ਹੈ ਕਿ ਸਤਸੰਗ 'ਚ ਆ ਕੇ ਬੰਦਾ ਬੈਠੇ ਤਾਂ ਆਪਣੇ ਆਪ ਇਨਸਾਨ ਨੂੰ ਫੀਲ ਹੋਵੇ, ਜਦੋਂ ਮੈਂ ਆਇਆ ਸੀ ਤਾਂ ਕੁਛ ਹੋਰ ਸੀ, ਤਾਂ ਜੇ ਮੈਂ ਹੁਣ ਗਿਆ ਤਾਂ ਕੁਛ ਹੋਰ ਹੋ ਕੇ ਜਾ ਰਿਹਾ। ਕਦੀ ਬੰਦਾ ਕਹਿੰਦਾ ਨਾ, ਨਦੀ ਕੋਲ ਜਾਂਦਾ ਹੈ, ਧੁੱਪ ਹੋਵੇ ਗਰਮੀ ਹੋਵੇ, ਨਦੀ 'ਚ ਜਾ ਕੇ ਬੰਦਾ ਚੁੱਭੀ ਲਗਾਉਂਦਾ ਹੈ, ਡੁਬਕੀ ਲਗਾਉਂਦਾ ਹੈ, ਤਾਂ ਬੰਦਾ ਕਹਿੰਦਾ ਆਹ ਠੰਡ ਪੈ ਗਈ, ਕਿੰਨੀ ਗਰਮੀ ਸੀ, ਕਿੰਨੀ ਤਪਨ ਸੀ ਸਰੀਰ ਨੂੰ। ਪਰ ਇੱਕ ਨਦੀ 'ਚ ਚੁੱਭੀ ਲਗਾਉਂਦਿਆਂ ਹੀ ਸਾਰੀ ਤਪਨ, ਸਾਰੀ ਗਰਮੀ ਦੂਰ ਹੋ ਗਈ, ਠੰਡ ਪੈ ਗਈ। ਅੱਜ ਤੁਸੀਂ ਵੀ ਇਹ ਯਾਦ ਰੱਖਣਾ ਕਿ ਤੁਹਾਡੇ ਜੀਵਨ 'ਚ ਵੀ ਦੁੱਖਾਂ, ਤਕਲੀਫਾਂ, ਪਰੇਸ਼ਾਨੀਆਂ ਦੀ ਜਿੰਨੀ ਮਰਜ਼ੀ ਤਪਨ ਹੋਵੇ, ਜਿੰਨੀ ਮਰਜ਼ੀ ਗਰਮੀ ਹੋਵੇ, ਪਰ ਜਦੋਂ ਇਨਸਾਨ ਸਤਸੰਗ ਰੂਪੀ ਨਦੀ ਕੋ ਪਹੁੰਚ ਜਾਂਦਾ ਹੈ ਨਾ, ਤਾਂ ਉੱਥੇ ਐਸੀ ਕਿਰਪਾ ਦੀ ਬਰਸਾਤ ਹੁੰਦੀ ਹੈ, ਐਸੀ ਡੁਬਕੀ ਲਵਾਉਂਦੇ ਆ ਸੰਤ ਕਿ ਇਨਸਾਨ ਵੀ ਕਹਿੰਦਾ ਕਿ ਮੇਰੀ ਤਪਦੀ ਹੋਈ ਰੂਹ ਨੂੰ ਠੰਡਕ ਮਿਲ ਗਈ। ਇਹ ਮੇਰੀ ਤਪਦੀ ਹੋਈ ਜ਼ਿੰਦਗੀ, ਇਹ ਮੁਸ਼ਕਿਲਾਂ ਨਾਲ ਭਰੀ ਹੋਈ ਜ਼ਿੰਦਗੀ, ਇਹਦੇ 'ਚ ਸ਼ਾਂਤੀ ਆ ਗਈ, ਸਕੂਨ ਆ ਗਿਆ, ਖੁਸ਼ੀ ਆ ਗਈ, ਠੰਡੀਆਂ ਹਵਾਵਾਂ ਚੱਲ ਪਈਆਂ। ਕਿਉਂਕਿ ਜੀਵਨ 'ਚ ਠੰਡੀਆਂ ਹਵਾਵਾਂ ਚਲਾਉਣਾ ਇਨਸਾਨ ਦੇ ਹੱਥ 'ਚ ਨਹੀਂ ਹੈ। ਕਿਹਦੇ ਹੱਥ 'ਚ ਹੈ? ਹੁਣ ਜੇ ਹਵਾ ਚੱਲ ਰਹੀ ਹੈ, ਕਿਹਦੇ ਹੱਥ 'ਚ ਹੈ? ਜਰਾ ਜਵਾਬ ਦਿਓ ਸਾਨੂੰ। ਹੁਣ ਸਤਸੰਗ ਦਾ ਆਨੰਦ ਲੈਣਾ ਨਾ ਤੁਸੀਂ, ਤਾਂ ਇੱਕ ਪਹਿਲਾਂ ਵਾਅਦਾ ਕਰੋ ਸਾਡੇ ਨਾਲ। ਵਾਅਦਾ ਦਾ ਮਤਲਬ ਵਚਨ ਕਰੋ, ਕਿਉਂਕਿ ਜਦੋਂ ਅਸੀਂ ਕੋਈ ਪੁੱਛਾਂਗੇ ਤਾਂ ਜਵਾਬ ਦੇਣਾ ਹੈ। ਤਾਂ ਜੇ ਜਵਾਬ ਹੀ ਨਾ ਦਵੋਗੇ ਤਾਂ ਮਤਲਬ ਹੈ ਤੁਹਾਡਾ ਧਿਆਨ ਸਤਸੰਗ ਵੱਲ ਘੱਟ ਹੈ, ਤਾਂ ਆਲੇ ਦੁਆਲੇ ਜ਼ਿਆਦਾ ਹੈ। ਕਿਉਂਕਿ ਮਜ਼ਾ ਕਦੋਂ ਆਉਂਦਾ? ਹੁਣ ਅਸੀਂ ਪੁੱਛਿਆ ਕਿ ਦੱਸੋ ਹਵਾਵਾਂ ਚਲਾਣੀਆਂ ਕਿਹਦੇ ਹੱਥ 'ਚ ਹੈ? ਉਸ ਮਾਲਿਕ ਦੇ ਹੱਥ 'ਚ ਹੈ, ਪਰਮਾਤਮਾ ਦੇ ਹੱਥ 'ਚ ਹੈ, ਪ੍ਰਭੂ ਦੇ ਹੱਥ 'ਚ ਹੈ ਨਾ। ਹੁਣ ਜ਼ਰਾ ਸੋਚੋ, ਬੰਦਾ ਕਹਿ ਸਕਦਾ ਹੈ ਕਿ ਹਵਾ ਮੇਰੇ ਕੰਟਰੋਲ 'ਚ ਹੈ ਜਾਂ ਹਵਾ ਮੇਰੇ ਕਾਬੂ 'ਚ ਹੈ? ਹਾਂ, ਬੰਦਾ ਪੱਖੇ ਦਾ ਬਟਨ ਦਬਾ ਸਕਦਾ, ਔਨ ਆਫ ਕਰ ਸਕਦਾ, ਕਿ ਅਸੀਂ ਪੱਖੇ ਨੂੰ ਔਨ ਵੀ ਕਰ ਸਕਦੇ ਹਾਂ, ਨਹੀਂ ਚਾਲੂ ਵੀ ਕਰ ਸਕਦੇ ਤਾਂ ਬੰਦ ਵੀ ਕਰ ਸਕਦੇ ਹਾਂ। ਪੱਖੇ ਦਾ ਕੰਟਰੋਲ ਬੰਦਾ ਕਹਿ ਸਕਦਾ ਮੇਰੇ ਹੱਥ 'ਚ ਹੈ, ਪਰ ਜਿਹੜਾ ਪੱਖੇ ਦੇ ਜ਼ਰੀਏ ਜਿਹੜੀ ਹਵਾ ਸਾਨੂੰ ਮਿਲ ਰਹੀ ਹੈ, ਇਹ ਹਵਾ ਦੇ ਉੱਤੇ ਬੰਦੇ ਦਾ ਕੋਈ ਕੰਟਰੋਲ ਨਹੀਂ ਹੈ, ਇਹ ਉਹਦੇ ਹੱਥ 'ਚ ਹੈ। ਹੁਣ ਜ਼ਰਾ ਸਮਝਣਾ, ਇਹ ਕਿਉਂ ਦੱਸ ਰਹੇ ਹਾਂ ਕਿ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਬੰਦੇ ਦੇ ਕੰਟਰੋਲ 'ਚ ਹੁੰਦੀਆਂ, ਤਾਂ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਜਿੱਥੇ ਬੰਦੇ ਦਾ ਕੋਈ ਵਸ ਨਹੀਂ ਹੁੰਦਾ, ਉੱਥੇ ਉਹਦੀ ਰਹਿਮਤ, ਉਹਦੀ ਕਿਰਪਾ ਨਾਲ ਹੀ ਉਹ ਚੀਜ਼ ਚੱਲਦੀ ਹੈ। ਇਸੇ ਤਰ੍ਹਾਂ ਜਦੋਂ ਇਨਸਾਨ ਦੇ ਜੀਵਨ ਦੀ ਗੱਲ ਆਉਂਦੀ ਹੈ ਨਾ, ਤਾਂ ਇਨਸਾਨ ਦੇ ਜੀਵਨ ਵਿੱਚ ਵੀ ਅਗਰ ਇਨਸਾਨ ਚਾਹੁੰਦਾ ਹੈ ਖੁਸ਼ੀਆਂ ਦੀਆਂ ਠੰਡੀਆਂ ਹਵਾਵਾਂ ਵਗਣ, ਖੁਸ਼ੀਆਂ ਦੀਆਂ ਠੰਡੀਆਂ ਹਵਾਵਾਂ ਵਗਣ, ਜਾਂ ਮੇਰੇ ਜੀਵਨ 'ਚ ਵੀ ਉਹ ਖੁਸ਼ੀਆਂ ਦਾ, ਉਹ ਆਨੰਦ ਦਾ ਪ੍ਰਕਾਸ਼ ਹੋਵੇ, ਤਾਂ ਇਹ ਪ੍ਰਕਾਸ਼, ਇਹ ਹਵਾਵਾਂ, ਇਹ ਬੰਦੇ ਦੇ ਹੱਥ 'ਚ ਨਹੀਂ ਹੈ, ਇਹ ਉਸ ਮਾਲਿਕ ਦੇ ਹੱਥ 'ਚ ਹੈ। ਜਦੋਂ ਉਹਦੀ ਕਿਰਪਾ ਹੁੰਦੀ ਹੈ ਤਾਂ ਫਿਰ ਇਨਸਾਨ ਦੇ ਜੀਵਨ 'ਚ ਠੰਡੀਆਂ ਹਵਾਵਾਂ ਵੀ ਵਗਦੀਆਂ ਹੈ, ਤਾਂ ਦੁੱਖਾਂ ਦੇ ਸਾਰੇ ਅੰਧੇਰੇ ਦੂਰ ਹੋ ਜਾਂਦੇ ਹੈ, ਔਰ ਇਨਸਾਨ ਦੇ ਜੀਵਨ 'ਚ ਖੁਸ਼ੀਆਂ ਦਾ ਪ੍ਰਕਾਸ਼ ਵੀ ਆ ਜਾਂਦਾ ਹੈ, ਕਿਉਂਕਿ ਇਹ ਉਹਦੇ ਹੱਥ 'ਚ ਹੈ। ਔਰ ਜਦੋਂ ਇਨਸਾਨ ਉਸ ਜਗ੍ਹਾ ਬੈਠ ਜਾਂਦਾ ਹੈ ਜਿਸ ਜਗ੍ਹਾ ਕਨੈਕਸ਼ਨ ਹੀ ਉਹਦੇ ਨਾਲ ਜੁੜ ਜਾਵੇ, ਤਾਂ ਫਿਰ ਕਮੀ ਕੋਈ ਦੱਸ ਦੋ ਰਹਿੰਦੀ ਨਹੀਂ ਹੈ। ਕਿਉਂਕਿ ਸਭ ਤੋਂ ਬੜੀ ਗੱਲ ਹੈ ਨਾ, ਕਨੈਕਸ਼ਨ ਉਹਨਾਂ ਨਾਲ ਜੁੜਨਾ ਚਾਹੀਦਾ ਜਿਹਦੇ ਹੱਥ 'ਚ ਸਭ ਕੁਝ ਹੈ। ਜਿਹਦਾ ਕਈ ਵਾਰ ਦੇਖਿਆ ਨਾ ਤੁਸੀਂ, ਕੋਈ ਬੰਦਾ ਕਹਿੰਦਾ ਭਾਈ ਆ ਫਲਾਣੇ ਮਿਨਿਸਟਰ ਦੇ ਹੱਥ 'ਚ ਹੈ ਆਹ ਚੀਜ਼ਾਂ, ਅਗਰ ਮਿਨਿਸਟਰ ਨੂੰ ਮਿਲ ਲਈਏ, ਉਹਦੇ ਘਰ ਚਲੇ ਜਾਈਏ, ਉਹਨੂੰ ਰਾਜੀ ਕਰ ਲਈਏ, ਤਾਂ ਸਾਡਾ ਇਹ ਕੰਮ ਹੋ ਸਕਦਾ ਹੈ। ਹੁੰਦਾ ਕਿ ਨਹੀਂ? ਕਈ ਵਾਰ ਬੰਦਾ ਕਹਿੰਦਾ ਫਲਾਣਾ ਮਿਨਿਸਟਰ ਜਾਂ ਫਲਾਣਾ SSP ਜਾਂ ਉਹ DC ਜਾਂ ਉਹ ਫਲਾਣਾ ਆਫਿਸਰ ਹੈ, ਭਾਈ ਉਹਦੇ ਹੱਥ 'ਚ ਹੈ ਸਭ ਕੰਟਰੋਲ। ਅਗਰ ਮੈਂ ਉਹਨੂੰ ਰਾਜ਼ੀ ਕਰ ਲਵਾਂ, ਉਹਨੂੰ ਖੁਸ਼ ਕਰ ਲਵਾਂ, ਉਹਦੇ ਕੋਲ ਜਾ ਕੇ ਉਹਨੂੰ ਮਿਲ ਲਵਾਂ, ਤਾਂ ਸ਼ਾਇਦ ਮੇਰਾ ਇਹ ਕੰਮ ਐਦਾਂ ਚੁਟਕੀ ਨਾਲ ਵਜਾਉਂਦਿਆਂ ਹੀ, ਯਾਨੀ ਬੜੀ ਆਸਾਨੀ ਨਾਲ ਹੋ ਜਾਵੇ। ਹੁਣ ਇਸੇ ਤਰ੍ਹਾਂ ਸਮਝ ਲਓ ਕਿ ਜਿੱਦਾਂ ਮਿਨਿਸਟਰ ਦੇ ਹੱਥ 'ਚ ਜੋ ਪਾਵਰ ਹੈ ਉਹ ਕੰਮ ਉਹ ਕਰ ਸਕਦਾ ਹੈ, ਇੱਕ ਆਫਿਸਰ ਦੇ ਹੱਥ 'ਚ ਜੋ ਪਾਵਰ ਹੈ ਉਹ ਕੰਮ ਉਹ ਕਰ ਸਕਦਾ ਹੈ, ਤਾਂ ਹੁਣ ਜ਼ਰਾ ਸੋਚੋ ਸਾਡੇ ਉਹ ਪ੍ਰਮਾਤਮਾ ਪ੍ਰਭੂ ਜਿਸ ਨੇ ਸਾਰੀ ਦੁਨੀਆ ਨੂੰ ਬਣਾਈ ਹੈ, ਉਹਦੇ ਹੱਥ 'ਚ ਕਿਹੜੀ ਪਾਵਰ ਹੈ, ਉਹਦੇ ਹੱਥ 'ਚ ਕਿਹੜੀ ਤਾਕਤ ਹੈ, ਔਰ ਉਹ ਪ੍ਰਮਾਤਮਾ, ਉਹ ਪ੍ਰਭੂ ਕੀ ਕਰ ਸਕਦਾ ਹੈ। ਪਰ ਗੱਲ ਤਾਂ ਇਹੀ ਹੈ ਨਾ, ਮਿਨਿਸਟਰ ਨੂੰ ਮਿਲਣਾ ਹੋਵੇ, ਆਫਿਸਰ ਨੂੰ ਮਿਲਣਾ ਹੋਵੇ, ਤਾਂ ਉਹਦੇ ਆਫਿਸ ਜਾਣਾ ਪੈਂਦਾ, ਘਰ ਜਾਣਾ ਪੈਂਦਾ ਹੈ, ਉਹਦੇ ਨਾਲ ਯਾਰੀ ਲਾਣੀ ਪੈਂਦੀ ਹੈ, ਉਹਦੇ ਨਾਲ ਪ੍ਰੇਮ ਦੀ ਤਾਰ ਜੋੜਨੀ ਪੈਂਦੀ ਹੈ, ਤਾਂ ਕਿ ਸਾਡੀ ਹਰ ਗੱਲ ਇਹ ਮੰਨ ਸਕੇ। ਇਸੇ ਤਰ੍ਹਾਂ ਜਦੋਂ ਗੱਲ ਆ ਜਾਂਦੀ ਹੈ ਪ੍ਰਮਾਤਮਾ ਦੀ, ਉਹ ਪ੍ਰਭੂ ਦੀ, ਤਾਂ ਉੱਥੇ ਵੀ ਸਾਨੂੰ ਕੁਝ ਐਸਾ ਕਰਨਾ ਪੈਂਦਾ ਹੈ ਕਿ ਅਸੀਂ ਆਪਣੇ ਪ੍ਰਭੂ ਨਾਲ ਆਪਣੇ ਪ੍ਰੇਮ ਦੀ ਤਾਰ ਨੂੰ ਜੋੜ ਸਕੀਏ।
ਆਪਣੇ ਪ੍ਰਭੂ ਨੂੰ ਆਪਣਾ ਬਣਾ ਸਕੀਏ ਔਰ ਆਪ ਉਹਦੇ ਬਣ ਸਕੀਏ, ਕਿਉਂਕਿ ਇਹੀ ਤਾਂ ਪਿਆਰ ਹੈ, ਇਹੀ ਤਾਂ ਮੁਹੱਬਤ ਹੈ। ਕੁਝ ਐਸਾ ਕੀਤਾ ਜਾ ਸਕਦਾ ਹੈ, ਕੁਝ ਐਸਾ ਹੋ ਸਕਦਾ ਹੈ ਕਿ ਅਸੀਂ ਆਪਣੇ ਆਪ ਨੂੰ ਉਹਦਾ ਬਣਾ ਸਕਦੇ ਹਾਂ ਤਾਂ ਉਹਨੂੰ ਆਪਣਾ ਬਣਾ ਸਕਦੇ ਹਾਂ। ਔਰ ਜਦੋਂ ਉਹਨੂੰ ਆਪਣਾ ਬਣਾ ਲਿਆ ਤਾਂ ਫਿਰ ਤਾਂ ਯਾਦ ਰੱਖੋ ਇਨਸਾਨ ਨੂੰ ਕਮੀ ਕੋਈ ਰਹਿੰਦੀ ਨਹੀਂ ਹੈ। ਫਿਰ ਤਾਂ ਜਿੱਦਾਂ ਦੱਸਿਆ ਨਾ, ਬੰਦਾ ਕਹਿੰਦਾ ਇਹਦੇ ਹੱਥ 'ਚ ਪਾਵਰ ਹੈ, ਮੈਨੂੰ ਕੋਈ ਚਿੰਤਾ ਨਹੀਂ, ਇਹ ਕਰ ਸਕਦਾ ਹੈ ਕਿਉਂਕਿ ਹੁਣ ਮੇਰਾ ਇੰਨਾ ਪ੍ਰੇਮ ਹੈ। ਤਾਂ ਜਦੋਂ ਗੱਲ ਹੀ ਪਰਮਾਤਮਾ ਦੀ ਆ ਜਾਵੇ ਤਾਂ ਉੱਥੇ ਤਾਂ ਨਾਮੁਮਕਿਨ ਵੀ ਮੁਮਕਿਨ ਹੋ ਜਾਂਦਾ ਹੈ, ਅਸੰਭਵ ਵੀ ਸੰਭਵ ਹੋ ਜਾਂਦਾ ਹੈ। ਕਿਉਂਕਿ ਜਿਹੜੇ ਗੁਰੂ ਰਹਿਬਰ ਹੈ ਨਾ, ਜ਼ਰਾ ਗੌਰ ਕਰਨਾ, ਜਿਹੜੇ ਗੁਰੂ ਰਹਿਬਰ ਹੈ ਉਹ ਬੋਲ ਕੇ ਨਹੀਂ ਕਰਕੇ ਦਿਖਾਉਂਦੇ ਹੈ। ਬੰਦਾ ਤਾਂ ਬੋਲ ਕੇ ਕਰਦਾ ਹੈ, ਮੈਂ ਇਦਾਂ ਕਰ ਦੂੰ, ਮੈਂ ਉਦਾਂ ਕਰ ਦੂੰ, ਪਰ ਜਦੋਂ ਟਾਈਮ ਆਉਂਦਾ ਹੁੰਦਾ ਕੁਝ ਵੀ ਨਹੀਂ ਹੈ। ਸੁਣੇ ਹੋਣਗੇ ਤੁਸੀਂ ਵੀ ਇਦਾਂ ਦੇ ਬੰਦਿਆਂ ਦੇ ਬੋਲ, ਅੱਛਾ ਮੈਂ ਤਾਂ ਇਦਾਂ ਕਰ ਦੂੰ, ਮੈਂ ਉਦਾਂ ਕਰ ਦੂੰ, ਆਹ ਕਰ ਦੂੰ, ਉਹ ਕਰ ਦੂੰ। ਜਿੱਦਾਂ ਨੱਥੂ ਲਾਲ ਦੀ ਗੱਲ ਯਾਦ ਆ ਗਈ, ਕਿਉਂਕਿ ਖੁਸ਼ੀਆਂ ਦਾ ਦਿਨ ਹੈ, ਇਸ ਲਈ ਥੋੜਾ ਥੋੜਾ ਹੱਸਦੇ ਵੀ ਰਹਿਣਾ, ਸਮਾਈਲ ਵੀ ਕਰਦੇ ਰਹਿਣਾ ਹੈ। ਹੁਣ ਜਿੱਦਾਂ ਦੱਸਿਆ ਨਾ ਕਿ ਕਈ ਬੰਦੇ ਕਹਿੰਦੇ ਮੈਂ ਇਹ ਕਰ ਦੂੰ, ਮੈਂ ਉਹ ਕਰ ਦੂੰ, ਏਦਾਂ ਨੱਥੂ ਲਾਲ ਵੀ ਆਪਣੇ ਪਿੰਡ ਦੇ ਵਿੱਚ ਹਮੇਸ਼ਾ ਕਹਿੰਦਾ ਹੁੰਦਾ ਸੀ ਮੈਂ ਇਹ ਕਰ ਦੂੰ ਕਿਉਂਕਿ ਮੈਂ ਪ੍ਰਧਾਨ ਮੰਤਰੀ ਨੂੰ ਜਾਣਦਾ ਹਾਂ, ਮੈਂ ਆਹ ਕਰ ਦੂੰ ਕਿਉਂਕਿ ਤੁਹਾਨੂੰ ਪਤਾ ਨਹੀਂ ਮੈਂ ਪ੍ਰਧਾਨ ਮੰਤਰੀ ਨੂੰ ਜਾਣਦਾ ਹਾਂ, ਮੈਂ ਰਾਸ਼ਟਰਪਤੀ ਨੂੰ ਜਾਣਦਾ ਹਾਂ, ਮੈਂ ਜੋ ਚਾਹਾਂ ਸੋ ਕਰ ਸਕਦਾ ਹਾਂ। ਏਦਾਂ ਪਿੰਡ ਵਾਲਿਆਂ ਨੂੰ ਡਰਾ ਕੇ ਰੱਖਦਾ ਸੀ, ਉਹ ਪਿੰਡ ਵਾਲਿਆਂ ਨੂੰ ਡਰਾ ਕੇ ਰੱਖਦਾ ਸੀ ਕਿਉਂਕਿ ਪਿੰਡ ਵਾਲੇ ਵਿਚਾਰੇ ਸਿੱਧੇ ਸਾਦੇ ਲੋਕ, ਉਹ ਕਹਿੰਦੇ ਜੇ ਇਹ ਬੰਦਾ ਕਹਿੰਦਾ ਹੈ ਕਿ ਲੈ ਵੀ ਮੈਂ ਪ੍ਰਧਾਨ ਮੰਤਰੀ ਨੂੰ ਵੀ ਜਾਣਦਾ ਹਾਂ, ਰਾਸ਼ਟਰਪਤੀ ਨੂੰ ਵੀ ਜਾਣਦਾ ਹਾਂ, ਤੁਹਾਨੂੰ ਮੇਰੀ ਪਹੁੰਚ ਦਾ ਨਹੀਂ ਪਤਾ, ਮੈਂ ਕੁਝ ਵੀ ਕਰ ਸਕਦਾ ਹਾਂ, ਤਾਂ ਸਾਰੇ ਪਿੰਡ ਵਾਲੇ ਕੋਲ ਡਰ ਕੇ ਰਹਿੰਦੇ ਸੀ। ਪਰ ਇੱਕ ਦਿਨ ਮਸਲਾ ਆ ਗਿਆ। ਮਸਲਾ ਕੀ ਆ ਗਿਆ? ਪਿੰਡ ਦੇ ਸਕੂਲ ਦਾ। ਪਿੰਡ ਦੇ ਸਕੂਲ ਦਾ ਮਸਲਾ ਆ ਗਿਆ ਕਿ ਜਦੋਂ ਸਕੂਲ ਦਾ ਮਸਲਾ ਆਇਆ ਤਾਂ ਪਿੰਡ 'ਚ ਸਕੂਲ ਬੜਾ ਛੋਟਾ ਜਿਹਾ ਸੀ, ਤਾਂ ਸਾਰੇ ਪਿੰਡ ਵਾਲੇ ਚਾਹੁੰਦੇ ਸੀ ਕਿ ਸਾਡਾ ਸਕੂਲ ਬੜਾ ਵੀ ਹੋ ਜਾਵੇ ਔਰ ਜਿੱਦਾਂ ਹੁੰਦਾ ਨਾ 5ਵੀਂ ਕਲਾਸ ਤੱਕ ਇਹਨੂੰ ਕਿਸੇ ਤਰ੍ਹਾਂ 10ਵੀਂ ਤੱਕ ਜਾਂ 12ਵੀਂ ਤੱਕ ਕੀਤਾ ਜਾਵੇ। ਇਸ ਲਈ ਉਹਨਾਂ ਨੇ ਸੋਚਿਆ, ਪਿੰਡ ਵਾਲੇ ਸਰਪੰਚ ਪੰਚ ਇਕੱਠੇ ਹੋ ਕੇ ਜਦੋਂ ਮੀਟਿੰਗ ਕੀਤੀ ਤਾਂ ਉਹਨਾਂ ਨੇ ਕਿਹਾ ਭਾਈ ਆ ਜਿਹੜਾ ਸਾਡੇ ਪਿੰਡ ਦਾ ਨੱਥੂ ਲਾਲ ਹੈ ਨਾ, ਇਹਦੀ ਪਹੁੰਚ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੱਕ ਹੈ, ਚਲੋ ਇਦਾਂ ਕਰੋ, ਇਹਨੂੰ ਕਹਿੰਦੇ ਆ ਅਗਰ ਇਹ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੀ ਸਿਫਾਰਿਸ਼ ਪਵਾ ਦੇਵੇ ਤਾਂ ਸਾਡਾ ਇਹ ਮਸਲਾ ਚੁਟਕੀ ਵਜਾਉਂਦੇ ਹੱਲ ਹੋ ਸਕਦਾ ਹੈ। ਇਸ ਲਈ ਇਕੱਠੇ ਹੋ ਕੇ ਨੱਥੂ ਲਾਲ ਕੋ ਗਏ, ਕਿਉਂਕਿ ਨੱਥੂ ਲਾਲ ਹਮੇਸ਼ਾ ਕਹਿੰਦਾ ਸੀ ਤੁਸੀਂ ਮੇਰੀ ਪਹੁੰਚ ਨੂੰ ਨਹੀਂ ਜਾਣਦੇ, ਮੈਂ ਪ੍ਰਧਾਨ ਮੰਤਰੀ ਨੂੰ ਜਾਣਦਾ ਹਾਂ, ਮੈਂ ਰਾਸ਼ਟਰਪਤੀ ਨੂੰ ਜਾਣਦਾ ਹਾਂ। ਅੱਜ ਉਹ ਪਿੰਡ ਵਾਲੇ ਇਕੱਠੇ ਹੋ ਕੇ ਗਏ, ਜਾ ਕੇ ਹੱਥ ਜੋੜੇ ਕਿ ਨੱਥੂ ਲਾਲ ਜੀ ਸੁਣਿਆ ਤੁਹਾਡੀ ਪਹੁੰਚ ਬੜੀ ਦੂਰ ਤੱਕ ਹੈ, ਆ ਸਾਡਾ ਮਸਲਾ ਮਾੜਾ ਜਿਹਾ ਹੱਲ ਕਰਾ ਦਿਓ, ਆ ਅਸੀਂ ਇੱਕ ਡਾਕੂਮੈਂਟ ਤਿਆਰ ਕੀਤਾ ਹੈ, ਅਗਰ ਇੱਥੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਸਾਈਨ ਕਰ ਦੇਵੇ ਤਾਂ ਆਪਣਾ ਕੰਮ ਬੜੀ ਆਸਾਨੀ ਨਾਲ ਹੋ ਸਕਦਾ ਹੈ। ਇਸ ਲਈ ਤੁਸੀਂ ਆ ਲੈ ਜਾਓ ਡਾਕੂਮੈਂਟਸ ਔਰ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਸਾਈਨ ਕਰਾ ਲਿਓ ਤਾਂ ਕਿ ਮਸਲੇ ਸਾਡੇ ਪਿੰਡ ਦੇ ਹੱਲ ਹੋ ਜਾਣ। ਹੁਣ ਨੱਥੂ ਲਾਲ ਨੇ ਪੇਪਰ ਫੜਿਆ, ਪੇਪਰ ਫੜ ਕੇ ਉਹਨੂੰ ਦੇਖ ਕੇ ਵਾਪਸ ਕੀਤਾ, ਕਹਿੰਦੇ ਜੀ ਇਹ ਮਸਲਾ ਨਹੀਂ ਹੋ ਸਕਦਾ ਹੱਲ। ਉਹ ਕਹਿੰਦੇ ਕਮਾਲ ਦੀ ਗੱਲ ਹੈ, ਤੁਸੀਂ ਤਾਂ ਕਹਿੰਦੇ ਮੇਰੀ ਪਹੁੰਚ ਬੜੀ ਦੂਰ ਤੱਕ ਹੈ, ਮੈਂ ਪ੍ਰਧਾਨ ਮੰਤਰੀ ਨੂੰ ਜਾਣਦਾ ਹਾਂ, ਮੈਂ ਰਾਸ਼ਟਰਪਤੀ ਨੂੰ ਜਾਣਦਾ ਹਾਂ, ਤਾਂ ਮਹਾਰਾਜ ਜੇ ਜਾਣਦੇ ਹੋ ਤਾਂ ਕੰਮ ਕਰਾ ਦਿਓ। ਉਹ ਨੱਥੂ ਲਾਲ ਕਹਿੰਦਾ ਦਰਅਸਲ ਗੱਲ ਇਹ ਹੈ, ਹੁਣ ਜੇ ਮਸਲਾ ਲੈ ਕੇ ਮੇਰੇ ਕੋਲ ਆਏ ਤਾਂ ਤੁਹਾਨੂੰ ਦੱਸਾਂ, ਮੈਂ ਤੁਹਾਨੂੰ ਇਹ ਕਿਹਾ ਹੈ ਕਿ ਮੈਂ ਪ੍ਰਧਾਨ ਮੰਤਰੀ ਨੂੰ ਜਾਣਦਾ ਹਾਂ, ਰਾਸ਼ਟਰਪਤੀ ਨੂੰ ਜਾਣਦਾ, ਮੈਂ ਇਹ ਨਹੀਂ ਕਿਹਾ ਕਿ ਉਹ ਮੈਨੂੰ ਜਾਣਦਾ ਹੈ। ਸਮਝਦੇ ਹੋ ਕਿ ਨਹੀਂ? ਉਹ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦਾ ਮੈਨੂੰ ਜਾਣਦੇ ਨਹੀਂ ਕਿ ਮੈਂ ਕੌਣ ਹਾਂ, ਮੈਂ ਉਹ ਜਾਣਦਾ ਕਿ ਰਾਸ਼ਟਰਪਤੀ ਕੌਣ ਹੈ, ਸਾਡਾ ਪ੍ਰਧਾਨ ਮੰਤਰੀ ਕੌਣ ਹੈ, ਕਹਿੰਦਾ ਮੈਂ ਜਾਣਦਾ ਉਹ ਕੌਣ ਹੈ, ਮੈਂ ਕਦੀ ਇਹ ਨਹੀਂ ਕਿਹਾ ਕਿ ਉਹ ਮੈਨੂੰ ਜਾਣਦੇ ਆ। ਪਤਾ ਸਮਝਦੇ ਹੋ ਕਿ ਨਹੀਂ? ਗੱਲ ਸਮਝ ਆਈ ਕਿ ਨਹੀਂ? ਹੁਣ ਇਸੇ ਤਰ੍ਹਾਂ ਕਈ ਇਨਸਾਨ ਗੱਲਾਂ ਬੜੀਆਂ ਵੱਡੀਆਂ ਕਰਦੇ ਆ, ਪਰ ਜਦੋਂ ਵਕਤ ਆਂਦਾ ਤਾਂ ਫਿਰ ਪਤਾ ਲੱਗਦਾ ਹੈ। ਜਿੱਦਾਂ ਕਹਿੰਦੇ ਢੋਲ ਵੱਜਦਾ ਬਹੁਤ ਹੈ ਪਰ ਖੋਲ ਕੇ ਦੇਖੋ ਤਾਂ ਅੰਦਰ ਕੁਝ ਵੀ ਹੈ ਨਹੀਂ। ਸਮਝਦੇ ਹੋ ਕਿ ਨਹੀਂ? ਜਿੱਦਾਂ ਕਹਿੰਦੇ ਨਾ ਇੱਕ ਬੱਚੇ ਨੇ ਮਨ 'ਚ ਸੋਚਿਆ ਬੜਾ ਖੜਕਦਾ ਹੈ, ਆਖਰੀ ਦੇ ਅੰਦਰ ਹੈ ਕੀ, ਬੜੀਆਂ ਆਵਾਜ਼ਾਂ ਆਉਂਦੀਆਂ, ਤਰ੍ਹਾਂ ਦੀ ਤਾਨ ਛੇੜਦਾ ਹੈ ਢੋਲ, ਆਖਰੀ ਦੇ ਅੰਦਰ ਹੈ ਕੀ? ਕਹਿੰਦੇ ਛੁਰੀ ਲੈ ਕੇ ਗਿਆ, ਜਦੋਂ ਉਹਨਾਂ ਛੁਰੀ ਮਾਰ ਕੇ ਦੇਖਿਆ ਅੰਦਰ ਵੱਜਦਾ ਕੀ ਹੈ, ਪਰ ਅੰਦਰੋਂ ਤਾਂ ਬਿਲਕੁਲ ਖਾਲੀ। ਹੁਣ ਕਈ ਇਨਸਾਨ ਵੀ ਇਦਾਂ ਦੇ ਹੁੰਦੇ ਆ, ਉਹ ਵੱਜਦੇ ਬਹੁਤ ਹੈ, ਗੱਲਾਂ ਬਹੁਤ ਕਰਦੇ ਹੈ, ਪਰ ਅੰਦਰੋਂ ਨਿਕਲਦਾ ਕੁਝ ਵੀ ਨਹੀਂ ਹੈ। ਇਸ ਲਈ ਅਸੀਂ ਕਿਹਾ ਕਿ ਇੱਕ ਪਾਸੇ ਦੁਨਿਆਵੀ ਇਨਸਾਨ ਔਰ ਇੱਕ ਪਾਸੇ ਉਹ ਗੁਰੂ ਰਹਿਬਰ ਸੰਤ ਹੈ। ਗੁਰੂ ਰਹਿਬਰ ਸੰਤਾਂ ਦੀ ਗੱਲ ਜਦੋਂ ਆਉਂਦੀ ਹੈ ਤਾਂ ਉਹ ਬੋਲਦੇ ਨਹੀਂ, ਉਹ ਕਰਕੇ ਦਿਖਾਉਂਦੇ ਹੈ, ਕਿਉਂਕਿ ਇਨਸਾਨ ਨੂੰ ਪਤਾ ਫਿਰ ਲੱਗ ਜਾਂਦਾ ਹੈ ਕਿ ਇੱਥੇ ਉਹ ਘਰ 'ਚ ਆ ਗਿਆ ਮੈਂ ਜਿੱਥੇ ਦੱਸਿਆ ਨਹੀਂ ਕੀਤਾ ਜਾਂਦਾ ਹੈ। ਸਮਝਦੇ ਹੋ ਕਿ ਨਹੀਂ? ਕਿਉਂਕਿ ਕਈ ਵਾਰ ਅਸੀਂ ਦੱਸੀਦਾ ਹੈ ਕਿ ਹੱਥ ਦੀਆਂ ਲਕੀਰਾਂ ਬਾਰੇ ਦੱਸਣ ਵਾਲੇ ਬਹੁਤ ਆ ਜਾਂਦੇ ਕਿ ਤੇਰੇ ਹੱਥਾਂ ਦੀਆਂ ਲਕੀਰਾਂ ਇਦਾਂ ਦੀਆਂ ਹੈ, ਤੇਰੇ ਗ੍ਰਹਿ ਇਦਾਂ ਦੇ ਹੈ, ਜਾਂ ਤੇਰਾ ਫਿਊਚਰ ਇਦਾਂ ਦਾ ਹੈ। ਦੱਸਣ ਵਾਲੇ ਬਹੁਤ ਮਿਲ ਜਾਂਦੇ ਹੈ, ਪਰ ਬਦਲਣ ਵਾਲਾ ਤਾਂ ਕੋਈ ਵਿਰਲਾ ਹੁੰਦਾ ਹੈ। ਔਰ ਦੱਸਣ 'ਚੋਂ ਮਜ਼ਾ ਨਹੀਂ ਆਉਂਦਾ, ਜੋ ਮਜ਼ਾ ਉਹਨੂੰ ਬਦਲਣ ਵਿੱਚ ਹੈ। ਸਮਝਦੇ ਹੋ? ਇਸ ਲਈ ਸਤਸੰਗ ਦੇ ਵਿੱਚ ਆ ਕੇ ਜਦੋਂ ਇਨਸਾਨ ਬਹਿੰਦਾ ਹੈ ਤਾਂ ਸਤਸੰਗ ਇੱਕ ਉਹ ਜਗ੍ਹਾ ਹੈ
ਜਿੱਥੇ ਇਨਸਾਨ ਦਾ ਕਨੈਕਸ਼ਨ ਕਿਹਦੇ ਨਾਲ ਜੁੜਦਾ ਹੈ? ਉਹ ਪਰਮਾਤਮਾ ਨਾਲ, ਜਿਹਦੇ ਹੱਥ 'ਚ ਸਭ ਕੁਝ ਹੈ। ਔਰ ਜਦੋਂ ਇਨਸਾਨ ਉਹਦੇ ਨਾਲ ਜੁੜ ਜਾਂਦਾ ਹੈ ਤਾਂ ਫਿਰ ਉਹ ਸਭ ਤੋਂ ਸੁਪਰੀਮ ਪਾਵਰ ਹੈ, ਸਭ ਤੋਂ ਉੱਚੀ ਸ਼ਕਤੀ ਹੈ। ਜਦੋਂ ਸਭ ਤੋਂ ਉੱਚੀ ਸ਼ਕਤੀ ਦੇ ਨਾਲ ਸਾਡਾ ਕਨੈਕਸ਼ਨ ਜੁੜ ਜਾਂਦਾ ਹੈ ਤਾਂ ਫਿਰ ਬਾਬਾ ਫਰੀਦ ਵਾਂਗੂ ਇਨਸਾਨ ਦੇ ਅੰਦਰੋਂ ਵੀ ਇੱਕ ਆਵਾਜ਼ ਆਉਂਦੀ ਹੈ। ਉਹ ਕਿਹੜੀ? ਕਿ ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ, ਉਹ ਸਭੇ ਵਸਤਾਂ ਮਿੱਠੀਆਂ ਪਰ ਰੱਬ ਨਾ ਪੂਜਣ ਤੁਧ। ਬਾਬਾ ਫਰੀਦ ਕਹਿੰਦੇ ਜੋ ਆਨੰਦ ਉਹਦੇ ਅੰਦਰ ਹੈ ਨਾ, ਜੋ ਮਜ਼ਾ ਉਹਦੇ ਅੰਦਰ ਹੈ, ਜੋ ਸਵਾਦ ਉਸ ਮਾਲਿਕ ਪ੍ਰਮਾਤਮਾ ਪ੍ਰਭੂ ਦੇ ਅੰਦਰ ਹੈ, ਉਹ ਦੁਨੀਆ ਦੇ ਤੂੰ ਜਿੰਨੇ ਮਰਜ਼ੀ ਪਦਾਰਥ ਚੱਖ ਲੈ, ਦੁਨੀਆ ਦੀਆਂ ਜਿੰਨੀਆਂ ਮਰਜ਼ੀ ਚੀਜ਼ਾਂ ਤੂੰ ਇਕੱਠੀਆਂ ਕਰ ਲੈ, ਦੁਨੀਆ ਦੀਆਂ ਬੜੀਆਂ ਤੋਂ ਬੜੀਆਂ ਤਾਕਤਾਂ ਕੋਲ ਜਾ ਕੇ ਖੜ ਜਾਏ, ਪਰ ਜੋ ਉਹਨਾਂ ਕਰਨਾ ਹੈ ਉਹ ਦੁਨੀਆ ਦੀ ਹੋਰ ਕੋਈ ਸ਼ੈ, ਹੋਰ ਕੋਈ ਤਾਕਤ ਕਰ ਹੀ ਨਹੀਂ ਸਕਦੀ, ਕਿਉਂਕਿ ਸਾਰੀਆਂ ਤਾਕਤਾਂ ਦਾ ਮਾਲਕ ਹੀ ਉਹ ਹੈ। ਹਰ ਇੱਕ ਨੂੰ ਤਾਕਤ ਦੇਣ ਵਾਲਾ ਉਹ ਹੈ, ਹਰ ਚੀਜ਼ ਨੂੰ ਪੈਦਾ ਕਰਨ ਵਾਲਾ ਉਹ ਹੈ। ਇਸ ਲਈ ਜੇ ਸੂਰਜ ਅੰਦਰ ਵੀ ਪ੍ਰਕਾਸ਼ ਹੈ, ਬੰਦਾ ਕਹਿੰਦਾ ਬਹੁਤ ਗਰਮੀ ਹੈ, ਤਾਂ ਇਹ ਪ੍ਰਕਾਸ਼ ਵੀ ਉਹਦਾ ਦਿੱਤਾ ਹੀ ਹੈ। ਸਮਝਦੇ ਹੋ ਕਿ ਨਹੀਂ? ਜੇ ਅਸੀਂ ਜਿਸ ਧਰਤੀ ਤੇ ਬੈਠੇ ਹਾਂ, ਧਰਤੀ ਵੀ ਉਹਦੀ ਬਣਾਈ ਹੋਈ ਹੈ। ਸੋ ਗੱਲ ਅੱਗੇ ਚੱਲ ਪਈ, ਪਹਿਲਾਂ ਪਰਿਵਾਰ ਦੀ ਤਰਫ ਆ ਜਾਈਏ, ਫਿਰ ਗੱਲ ਤਾਂ ਅੱਗੇ ਚੱਲਣੀ ਹੈ। ਸਮਝਦੇ ਹੋ ਕਿ ਨਹੀਂ? ਸੋ ਅੱਜ ਇਸ ਪਰਿਵਾਰ ਦੀ ਵਜ੍ਹਾ ਨਾਲ ਸਾਨੂੰ ਇਹ ਸਤਸੰਗ 'ਚ ਬੈਠਣ ਦਾ ਮੌਕਾ ਮਿਲਿਆ, ਇਹ ਸਤਸੰਗ ਦਾ ਆਨੰਦ ਲੈਣ ਦਾ ਮੌਕਾ ਮਿਲਿਆ। ਸੋ ਸਭ ਤੋਂ ਪਹਿਲਾਂ ਅਸੀਂ ਆਪਣੀ ਤਰਫੋਂ ਆਈ ਹੋਈ ਸਾਰੀ ਸੰਗਤ ਦੀ ਤਰਫੋਂ ਇਸ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦੇਵਾਂਗੇ, ਮੁਬਾਰਕਬਾਦ ਦੇਵਾਂਗੇ, ਕਿਉਂਕਿ ਅੱਜ ਬੇਟੇ ਦਾ ਜਨਮ ਦਿਨ ਵੀ ਹੈ। ਤੁਸੀਂ ਦੇਖਿਆ ਹੋਣੀ ਕੇਕ ਸੈਰਾਮਨੀ ਹੋਈ ਹੈ, ਇਸ ਲਈ ਸਾਡੇ ਵੱਲੋਂ ਇਹ ਬੱਚੇ ਨੂੰ ਵੀ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ। ਅੱਜ ਦੇਖੋ ਬੱਚੇ ਦੇ ਕਰਕੇ, ਨਹੀਂ ਤਾਂ ਜਦੋਂ ਕਿਤੇ ਬਰਥਡੇ ਪਾਰਟੀ ਹੋਵੇ ਜਾਂ ਸ਼ਾਦੀ ਦੀ ਪਾਰਟੀ ਹੋਵੇ, ਕੋਈ ਹੋਵੇ, ਤਾਂ ਬੰਦਾ ਕਹਿੰਦਾ ਡੀਜੇ ਲਾ ਕੇ ਭੰਗੜੇ ਪਾਉਂਦੇ ਆ, ਆਹ ਕਰਦੇ ਆ, ਉਹ ਕਰਦੇ ਆ। ਪਰ ਇਹਨਾਂ ਦੀ ਇੱਛਾ ਸੀ ਕਿ ਬੱਚੇ ਦੇ ਜਨਮ ਦਿਨ ਤੇ ਸਤਸੰਗ ਕਰਵਾਉਣਾ ਹੈ। ਹੁਣ ਜਦੋਂ ਇਨਸਾਨ ਸਤਸੰਗ ਕਰਵਾਉਂਦਾ ਹੈ ਤਾਂ ਫਿਰ ਸਤਸੰਗ ਦੇ ਨਾਲ ਨਾਲ ਬੜੀਆਂ ਰਹਿਮਤਾਂ ਬਖਸ਼ਿਸ਼ਾਂ ਵੀ ਉਹ ਪ੍ਰਾਪਤ ਕਰ ਲੈਂਦਾ ਹੈ। ਇਸ ਲਈ ਸਭ ਤੋਂ ਪਹਿਲਾਂ ਤਾਂ ਅਸੀਂ ਸਾਰਿਆਂ ਨੇ ਰਲ ਕੇ ਇਸ ਪਰਿਵਾਰ ਵਾਸਤੇ, ਇਸ ਬੱਚੇ ਵਾਸਤੇ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਹੈ ਕਿ ਮਾਲਕ ਇਸ ਪਰਿਵਾਰ ਨੂੰ, ਇਸ ਘਰ ਨੂੰ, ਇਸ ਬੱਚੇ ਨੂੰ, ਜਿਹਦੇ ਜਨਮ ਦਿਨ ਦੀ ਖੁਸ਼ੀ 'ਚ ਅੱਜ ਇਹ ਸਤਸੰਗ ਹੋਣ ਜਾ ਰਿਹਾ ਹੈ, ਮਾਲਕ ਹਮੇਸ਼ਾ ਖੁਸ਼ੀਆਂ ਨਾਲ, ਰਹਿਮਤਾਂ ਨਾਲ, ਬਰਕਤਾਂ ਨਾਲ, ਬਖਸ਼ਿਸ਼ਾਂ ਨਾਲ ਭਰਪੂਰ ਰੱਖਣ। ਆਉਣ ਵਾਲਾ ਸਮਾਂ ਇਹਨਾਂ ਵਾਸਤੇ ਕਾਮਯਾਬੀ, ਸਫਲਤਾ, ਖੁਸ਼ੀਆਂ ਭਰਿਆ ਹੋਵੇ। ਔਰ ਜਿੱਦਾਂ ਇਹ ਮਹੱਲੇ 'ਚ ਅੱਜ ਪਹਿਲੀ ਵਾਰ ਸਤਸੰਗ ਹੋ ਰਿਹਾ ਨਾ, ਮਾਲਕ ਇਦਾਂ ਦੀ ਰਹਿਮਤ ਕਰਨ, ਇਦਾਂ ਦੀ ਕਿਰਪਾ ਕਰਨ ਕਿ ਇਦਾਂ ਦੇ ਮੌਕੇ ਹਰ ਸਾਲ ਹੀ ਇਹਨਾਂ ਨੂੰ ਮਿਲਦੇ ਰਹਿਣ। ਔਰ ਜਿੱਦਾਂ ਅੱਜ ਅਸੀਂ ਇਹ ਰਲ ਕੇ ਆਨੰਦ ਲੈ ਰਹੇ ਹਾਂ, ਇਦਾਂ ਦਾ ਸਾਨੂੰ ਵੀ ਸਾਰਿਆਂ ਨੂੰ ਇਹ ਆਨੰਦ ਲੈਣ ਦਾ ਮੌਕਾ ਇਦਾਂ ਹੀ ਮਿਲਦਾ ਰਹੇ। ਇਹ ਸਾਰੇ ਬੇਨਤੀ ਕਰੋ, ਕਿਉਂਕਿ ਇਹ 'ਚ ਦੇਖੋ ਪਰਿਵਾਰ ਦਾ ਤਾਂ ਭਲਾ ਹੈ, ਨਾਲ ਨਾਲ ਤੁਹਾਡਾ ਵੀ ਭਲਾ ਹੈ ਜਾਂ ਨਹੀਂ? ਕਿਉਂਕਿ ਇਦਾਂ ਦੇ ਮੌਕੇ ਮਿਲਣਗੇ, ਇਦਾਂ ਬੈਠਾਂਗੇ ਤਾਂ ਸਾਡੇ ਸਾਰਿਆਂ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਨਹੀਂ? ਕਿਉਂਕਿ ਇਹੀ ਤਾਂ ਪਲ ਹੁੰਦੇ ਹੈ, ਇਹੀ ਤਾਂ ਘੜੀਆਂ ਹੁੰਦੀਆਂ ਹੈ, ਇਹੀ ਤਾਂ ਟਾਈਮ ਹੁੰਦਾ ਹੈ। ਕਿਉਂਕਿ ਜੀਵਨ ਦੇ ਵਿੱਚ ਕੁਝ ਪਲ, ਕੁਝ ਘੜੀਆਂ, ਕੁਝ ਸਮੇਂ ਐਸੇ ਹੁੰਦੇ ਆ, ਕੁਝ ਮੌਕੇ ਐਸੇ ਹੁੰਦੇ ਆ ਕਿ ਅਗਰ ਇਨਸਾਨ ਉਹਨਾਂ ਮੌਕਿਆਂ ਨੂੰ ਸੰਭਾਲ ਲਵੇ ਤਾਂ ਇਨਸਾਨ ਦੀ ਪੂਰੀ ਜ਼ਿੰਦਗੀ ਸੰਭਲ ਜਾਂਦੀ ਹੈ। ਤਾਂ ਕਈ ਵਾਰ ਇਨਸਾਨ ਅਗਰ ਉਹ ਮੌਕੇ ਨੂੰ ਗਵਾ ਦੇਵੇ, ਉਹ ਸਮੇਂ ਨੂੰ ਗਵਾ ਦੇਵੇ, ਤਾਂ ਉਹ ਸਮਾਂ ਗਵਾਇਆ, ਉਹ ਮੌਕਾ ਗਵਾਇਆ, ਇਨਸਾਨ ਨੂੰ ਲੱਗਦਾ ਮੈਂ ਜੀਵਨ 'ਚ ਸਭ ਕੁਝ ਗਵਾ ਬੈਠਾ। ਇਸ ਲਈ ਇਹ ਸਤਸੰਗ ਦੇ ਪਲ, ਇਹ ਸਤਸੰਗ ਦੀਆਂ ਘੜੀਆਂ, ਇਹ ਵੀ ਕੁਝ ਐਸੀਆਂ ਹੀ ਹੁੰਦੀਆਂ ਹੈ ਕਿ ਅਗਰ ਇਹਨਾਂ ਨੂੰ ਇਨਸਾਨ ਪ੍ਰੇਮ ਨਾਲ ਸੰਭਾਲ ਲੈਂਦਾ ਹੈ, ਸ਼ਰਧਾ ਦੇ ਨਾਲ ਸੰਭਾਲ ਲੈਂਦਾ ਹੈ, ਤਾਂ ਫਿਰ ਇਨਸਾਨ ਨੂੰ ਵੀ ਜੀਵਨ 'ਚ ਕੋਈ ਕਮੀ ਨਹੀਂ ਆਉਂਦੀ। ਇਸ ਲਈ ਤਾਂ ਕਬੀਰ ਸਾਹਿਬ ਨੇ ਵੀ ਕਿਹਾ ਹੈ ਆਪਣੀ ਬਾਣੀ ਦੇ ਅੰਦਰ, ਇੱਕ ਸ਼ਬਦ ਵਿੱਚ ਕਬੀਰ ਸਾਹਿਬ ਬੜਾ ਪਿਆਰਾ ਕਹਿੰਦੇ ਹੈ ਕਿ ਭਰਮ ਨਿਵਾਰਨ ਭੈ ਹਰਨ ਦੂਰ ਕਰੇ ਸੰਦੇਹ, ਗਠੀਆ ਖੋਲੇ ਗਿਆਨ ਕੀ ਸੋ ਸਤਗੁਰ ਕਰ ਲੇ। ਕਬੀਰ ਸਾਹਿਬ ਕਹਿੰਦੇ ਗੁਰੂ ਹੋਵੇ, ਜੀਵਨ 'ਚ ਸਤਗੁਰ ਹੋਵੇ ਤਾਂ ਐਸਾ ਜਿਹੜਾ ਭਰਮ ਨਿਵਾਰਨ, ਭੈ ਹਰਨ। ਭਰਮ ਕਿਹਨੂੰ ਕਿਹਾ ਜਾਂਦਾ ਹੈ? ਕਿਉਂਕਿ ਜੇ ਇਨਸਾਨ ਆਪਣੇ ਜੀਵਨ ਨੂੰ ਦੇਖੇ ਤਾਂ ਅੱਜ ਆਪਣੇ ਜੀਵਨ ਦੇ ਵਿੱਚ ਇਨਸਾਨ ਕਈ ਭਰਮਾਂ ਵਿੱਚ, ਕਈ ਭੁਲੇਖਿਆਂ ਵਿੱਚ ਫਸ ਕੇ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਰਿਹਾ ਹੈ। ਔਰ ਜਿੰਨਾ ਜ਼ਿਆਦਾ ਹੀ ਇਨਸਾਨ ਭਰਮਾਂ 'ਚ ਫਸਿਆ ਹੁੰਦਾ ਹੈ, ਭੁਲੇਖਿਆਂ 'ਚ ਫਸਿਆ ਹੁੰਦਾ ਹੈ, ਉਨਾ ਦੁੱਖ ਵੀ ਇਨਸਾਨ ਦੇ ਜੀਵਨ 'ਚ ਜ਼ਿਆਦਾ ਹੁੰਦੇ। ਬੋਲੋ ਹੁੰਦੇ ਹੈ ਕਿ ਨਹੀਂ? ਇਹ ਤਾਂ ਕਰਕੇ ਦੇਖ ਲੈਣਾ, ਕਦੀ ਮਹਿਸੂਸ ਕਰਕੇ ਦੇਖਣਾ ਕਿ ਇੱਕ ਇਨਸਾਨ, ਦੇਖਿਆ ਹੈ ਕਿ ਇੱਕ ਇਨਸਾਨ ਟਾਈਮ ਤੇ, ਸਮੇਂ ਤੇ, ਗ੍ਰਹਿਾਂ ਤੇ ਵਿਸ਼ਵਾਸ ਕਰਕੇ ਉਹ ਦੇਖਦਾ ਹੀ ਰਹਿੰਦਾ ਕਿਹੜਾ ਟਾਈਮ ਮੇਰੇ ਵਾਸਤੇ ਚੰਗਾ ਹੋਏਗਾ, ਕਦੋਂ ਗ੍ਰਹਿਾਂ ਦੀ ਦਿਸ਼ਾ ਮੇਰੇ ਵਾਸਤੇ ਚੰਗੀ ਹੈ, ਕਦੋਂ ਗ੍ਰਹਿਾਂ ਦੀ ਦਿਸ਼ਾ ਮੇਰੇ ਵਾਸਤੇ ਮਾੜੀ ਹੈ, ਤਾਂ ਉਹ ਉਹਦੇ ਇੰਤਜ਼ਾਰ 'ਚ ਹੀ ਬੈਠਾ ਬੈਠਾ ਆਪਣਾ ਟਾਈਮ, ਆਪਣਾ ਸਮਾਂ ਖਰਾਬ ਕਰ ਦਿੰਦਾ ਹੈ। ਤਾਂ ਕਈ ਹੁੰਦੇ ਐ, ਉਹ ਕਹਿੰਦੇ ਅਸੀਂ ਗ੍ਰਹਿਾਂ ਦੀ ਪਰਵਾਹ ਕੀ ਕਰਨੀ, ਅਸੀਂ ਨਕਸ਼ਤਰਾਂ ਦੀ ਪਰਵਾਹ ਕੀ ਕਰਨੀ, ਜਿਹੜਾ ਨਕਸ਼ਤਰ ਬਣਾਇਆ, ਗ੍ਰਹਿ ਬਣਾਇਆ, ਸਾਨੂੰ ਉਹਦੀ ਪਰਵਾਹ ਹੈ। ਜੇ ਉਹ ਸਾਡੇ ਨਾਲ ਹੈ ਤਾਂ ਕੋਈ ਚੀਜ਼ ਸਾਡਾ ਬੁਰਾ ਕਰ ਹੀ ਨਹੀਂ ਸਕਦੀ। ਇਸ ਲਈ ਉਹ ਟਾਈਮ ਨਹੀਂ ਗਵਾਉਂਦਾ, ਉਹ ਆਪਣੇ ਆਉਣ ਵਾਲੇ ਹਰ ਪਲ ਨੂੰ ਆਪਣੇ ਮਾਲਿਕ ਦੇ ਵਿਸ਼ਵਾਸ ਨਾਲ ਔਰ ਮਿਹਨਤ ਨਾਲ ਸਫਲ ਬਣਾ ਲੈਂਦਾ ਹੈ। ਇਹ ਗੱਲ ਯਾਦ ਰੱਖਣਾ ਹਮੇਸ਼ਾ। ਇਸ ਲਈ
ਬਹੁਤ ਇਨਸਾਨ ਭਰਮਾਂ ਭੁਲੇਖਿਆਂ 'ਚ ਪੈ ਕੇ ਹੀ ਆਪਣੇ ਇਸ ਅਨਮੋਲ ਜੀਵਨ ਨੂੰ, ਆਪਣੇ ਇਸ ਅਨਮੋਲ ਸਮੇਂ ਨੂੰ ਨਸ਼ਟ ਕਰ ਦਿੰਦੇ ਔਰ ਆਪਣੇ ਜੀਵਨ ਨੂੰ ਦੁੱਖਾਂ ਨਾਲ ਭਰ ਲੈਂਦੇ ਹੈ। ਸਮਝਦੇ ਹੋ ਕਿ ਨਹੀਂ? ਔਰ ਇਹ ਗੱਲ ਯਾਦ ਰੱਖੋ, ਭਰਮ ਕੀ ਹੈ, ਭੁਲੇਖੇ ਕੀ ਹੈ? ਭਰਮ ਉਹਨਾਂ ਚੀਜ਼ਾਂ ਨੂੰ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਦਾ ਅਸਤਿਤਵ ਦੁਨੀਆ ਤੇ ਹੁੰਦਾ ਨਹੀਂ, ਪਰ ਅਸੀਂ ਮੰਨ ਕੇ ਬੈਠੇ ਹਾਂ। ਸਮਝਦੇ ਹੋ ਕਿ ਨਹੀਂ? ਜਿੱਦਾਂ ਸਮਝ ਲਓ ਕਿ ਇੱਕ ਕੁਰਸੀ ਲੈ ਲਓ, ਉਦਾਹਰਨ ਦੇ ਰਹੇ ਹਾਂ ਤੁਹਾਨੂੰ। ਹੁਣ ਉਹ ਕੁਰਸੀ ਲੈ ਲਓ ਔਰ ਉਸ ਕੁਰਸੀ ਉੱਪਰ ਇੱਕ ਸਲਿੱਪ ਲਾ ਦਿਓ ਕਿ ਕੁਰਸੀ ਬੜੀ ਅਸ਼ੁਭ ਹੈ, ਇਹ ਕੁਰਸੀ ਬੜੀ ਮਾੜੀ ਹੈ, ਜਿਹੜਾ ਵੀ ਇੱਥੇ ਬਹਿੰਦਾ ਉਹਦਾ ਨੁਕਸਾਨ ਹੁੰਦਾ ਹੈ। ਹਾਲਾਂਕਿ ਕੁਰਸੀ ਲੱਕੜ ਦੀ ਹੈ, ਉਹਨੂੰ ਪਤਾ ਵੀ ਨਹੀਂ ਵਿਚਾਰੀ ਨੂੰ, ਕੁਰਸੀ ਨੂੰ ਪਤਾ ਵੀ ਨਹੀਂ ਕਿ ਮੈਂ ਅਸ਼ੁਭ ਹਾਂ ਜਾਂ ਸ਼ੁਭ ਹਾਂ, ਮੇਰੇ ਤੇ ਬੈਠਣ ਵਾਲਾ ਕੋਈ ਨੁਕਸਾਨ ਵੀ ਹੋਣਾ ਜਾਂ ਭਲਾ ਵੀ ਹੋਣਾ ਹੈ, ਪਰ ਤੁਸੀਂ ਲਿਖ ਕੇ ਲਾ ਦਿਓ ਪਰਚੀ। ਹੁਣ ਜਰਾ ਗੌਰ ਕਰਨਾ, ਅਗਰ ਲਿਖ ਕੇ ਲਾ ਦਿਓ ਔਰ 2-4 ਬੰਦੇ ਵੀ ਉਹ ਗੱਲ ਨੂੰ ਕਹਿਣਾ ਸ਼ੁਰੂ ਕਰ ਦੇਣ, ਭਾਈ ਆ ਕੁਰਸੀ ਬੜੀ ਅਸ਼ੁਭ ਹੈ, ਮੇਰੇ ਨਾਲ ਤਾਂ ਆ ਮਾੜਾ ਹੋ ਗਿਆ, ਮੇਰੇ ਨਾਲ ਤਾਂ ਆ ਮਾੜਾ ਹੋ ਗਿਆ, ਤਾਂ ਤੁਸੀਂ ਦੇਖੋਗੇ ਜਿਹਨੂੰ ਵੀ ਇਹ ਗੱਲ ਪਤਾ ਲੱਗੇਗੀ ਨਾ, ਉਹਦੇ ਮਨ 'ਚ ਕੁਰਸੀ ਦਾ ਡਰ ਬਹਿ ਜਾਏਗਾ। ਉਹਨੂੰ ਕਹਿਣਾ ਹੈ ਭਾਈ ਇਹ ਕੁਰਸੀ ਤੋਂ ਬਚ ਕੇ ਰਹਿਣਾ। ਬੋਲੋ ਇਦਾਂ ਹੋਏਗਾ ਕਿ ਨਹੀਂ? ਜਵਾਬ ਦੇਣਾ ਜ਼ਰਾ ਸਾਨੂੰ ਸਾਰਿਆਂ ਨੇ, ਕਿਉਂਕਿ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਕਿ ਮਜ਼ਾ ਫੇਰ ਆਉਂਦਾ ਜਦੋਂ ਨਾਲ ਨਾਲ ਤੁਸੀਂ ਹਾਮੀ ਵੀ ਭਰੀ ਜਾਓ, ਯਾਨੀ ਹੁੰਗਾਰਾ ਵੀ ਦੇਈ ਜਾਓ। ਸਮਝਦੇ ਹੋ ਕਿ ਨਹੀਂ? ਹੁਣ ਅਗਰ ਬੰਦੇ ਨੂੰ ਪਤਾ ਲੱਗ ਜਾਵੇ ਆਹ ਚੀਜ਼ ਅਸ਼ੁਭ ਹੈ, ਆਹ ਚੀਜ਼ ਮਾੜੀ ਹੈ, ਇੱਥੇ ਬੈਠਣ ਨਾਲ ਨੁਕਸਾਨ ਹੋਣਾ ਹੈ, ਇੱਥੇ ਬੈਠਣ ਨਾਲ ਕੁਝ ਬੁਰਾ ਹੋਣਾ ਹੈ, ਤਾਂ ਬੰਦੇ ਦੇ ਮਨ 'ਚ ਉਹ ਕੁਰਸੀ ਦਾ ਇੱਕ ਡਰ ਬਹਿ ਜਾਣਾ ਹੈ, ਇੱਕ ਭੈ ਬਹਿ ਜਾਣਾ ਹੈ ਕਿ ਲੈ ਵੀ ਬੜੀ ਡਰ ਦੀ ਗੱਲ ਹੈ, ਇਹ ਤੋਂ ਦੂਰ ਹੀ ਰਹਿਣਾ ਮੈਂ। ਔਰ ਹੌਲੀ ਹੌਲੀ ਬੰਦੇ ਕੁਰਸੀ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦੇਣਗੇ, ਡਰਨਾ ਸ਼ੁਰੂ ਕਰ ਦੇਣਗੇ। ਔਰ ਕਈ ਤਾਂ ਇਦਾਂ ਦੇ ਹੋਣਗੇ ਰਾਤ ਨੂੰ ਸੁਪਨੇ 'ਚ ਵੀ ਕੁਰਸੀ ਆਏਗੀ ਕਿ ਰਾਤੀ ਮੈਂ ਸੁਪਨੇ 'ਚ ਕੁਰਸੀ ਤੇ ਬਹਿ ਗਿਆ, ਭਾਈ ਹੁਣ ਮੇਰਾ ਨੁਕਸਾਨ ਨਾ ਹੋ ਜਾਵੇ। ਇਹ ਭੈ ਇਦਾਂ ਦੀ ਚੀਜ਼ ਹੈ, ਇਹ ਭਰਮ ਇਦਾਂ ਦੀ ਚੀਜ਼ ਹੈ, ਜਰਾ ਸਮਝਣਾ। ਅੱਜ ਦੁਨੀਆ ਤੇ ਤੁਸੀਂ ਦੇਖੋ, ਇਹ ਇਦਾਂ ਦੀ ਚੀਜ਼ ਹੀ, ਇਦਾਂ ਦੇ ਭਰਮ ਹੀ ਇਨਸਾਨ ਆਪਣੇ ਅੰਦਰ ਲੈ ਕੇ ਬੈਠਾ ਹੈ। ਸਮਝਦੇ ਹੋ ਕਿ ਨਹੀਂ? ਅੱਜ ਦਾ ਸਮਾਂ ਤਾਂ ਬਹੁਤ ਬਦਲ ਚੁੱਕਾ ਹੈ, ਪਰ ਪਹਿਲੇ ਸਮੇਂ ਅੰਦਰ ਤਾਂ ਇਦਾਂ ਦੀ ਚੀਜ਼ਾਂ ਬਹੁਤ ਜ਼ਿਆਦਾ ਸੀ। ਇਸ ਲਈ ਲੋਕ ਛਿੱਕ ਨੂੰ ਮਾੜਾ ਸਮਝਦੇ ਸੀ, ਬਿੱਲੀ ਨੂੰ ਮਾੜਾ ਸਮਝਦੇ ਸੀ, ਜਾਂ ਤੁਸੀਂ ਹੋਰ ਕਈ ਚੀਜ਼ਾਂ ਨੂੰ ਦੇਖ ਸਕਦੇ ਹੋ ਕਿ ਅੱਜ ਦੇ ਸਮੇਂ ਅੰਦਰ ਵੀ ਲੋਕੀ ਪੈਂਚਕਾਂ ਨੂੰ ਮਾੜਾ ਸਮਝਦੇ ਆ, ਔਰ ਕਈ ਕਿਸੇ ਚੀਜ਼ ਨੂੰ ਲੈ ਕੇ ਬਹਿੰਦੇ, ਮੰਗਲੀਕ ਨੂੰ ਲੈ ਕੇ ਮਾੜਾ ਸਮਝਦੇ ਆ। ਸੋ ਇਦਾਂ ਦੇ ਭਰਮਾਂ ਵਿੱਚ ਫਸ ਕੇ ਅੱਜ ਇਨਸਾਨ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ, ਇਹਨੂੰ ਇਦਾਂ ਦਾ ਚੀਜ਼ ਨੂੰ ਡਰਾਣਾ ਬਣਾ ਦਿੱਤਾ ਕਿ ਇਨਸਾਨ ਆਪ ਦੁਖੀ ਹੋ ਕੇ ਬੈਠਾ ਹੈ, ਹਾਲਾਂਕਿ ਉਹ ਚੀਜ਼ਾਂ ਨੂੰ ਕੋਈ ਖਬਰ ਵੀ ਹੈ ਨਹੀਂ। ਜਿੱਦਾਂ ਦੱਸਿਆ, ਕੁਰਸੀ ਨੂੰ ਕੋਈ ਖਬਰ ਵੀ ਹੈ ਨਹੀਂ। ਇਸ ਲਈ ਕਬੀਰ ਸਾਹਿਬ ਦੱਸਦੇ ਆ ਕਿ ਸੱਚਾ ਸਤਿਗੁਰ ਉਹ ਹੁੰਦਾ ਹੈ ਜਿਹਦੇ ਨਾਲ ਜੁੜ ਕੇ ਸਾਡੇ ਸਾਰੇ ਭਰਮ ਭੁਲੇਖੇ ਦੂਰ ਹੋ ਜਾਂਦੇ ਆ, ਕਿਉਂਕਿ ਸਤਿਗੁਰ ਸਾਨੂੰ ਭਰਮਾਂ ਚੋਂ ਕੱਢਦਾ ਹੈ, ਸਤਿਗੁਰ ਸਾਨੂੰ ਭੁਲੇਖਿਆਂ ਚੋਂ ਕੱਢਦਾ ਹੈ। ਇਸ ਲਈ ਜੇ ਗੁਰੂ ਚਰਨਾਂ ਨਾਲ ਜੁੜ ਕੇ ਵੀ ਸਾਡੇ ਅੰਦਰੋਂ ਭਰਮ ਭੁਲੇਖੇ ਦੂਰ ਨਾ ਹੋਏ ਤਾਂ ਫਿਰ ਗੁਰੂ ਚਰਨਾਂ ਨਾਲ ਜੁੜਨ ਦਾ ਫਾਇਦਾ ਕੀ ਹੈ? ਸਮਝਦੇ ਹੋ ਕਿ ਨਹੀਂ? ਇਸ ਲਈ ਜਦੋਂ ਇਨਸਾਨ ਅੰਦਰੋਂ ਦੇਖਦਾ ਹੈ, ਯਾਨੀ ਮਿਹਨਤ ਕਰਕੇ ਉਸ ਮੰਜ਼ਿਲ ਤੇ ਜਾ ਕੇ ਦੇਖਦਾ ਹੈ, ਤਾਂ ਫਿਰ ਉਹ ਦੇਖਦਾ ਹੈ ਕਿ ਹਰ ਚੀਜ਼ ਪਰਮਾਤਮਾ ਦੀ ਬਣਾਈ ਹੋਈ ਹੈ, ਔਰ ਜਿਹੜੀ ਚੀਜ਼ ਪਰਮਾਤਮਾ ਦੀ ਬਣਾਈ ਹੋਈ ਹੈ ਉਹ ਇਨਸਾਨ ਵਾਸਤੇ ਮਾੜੀ ਕਦੀ ਹੋ ਹੀ ਨਹੀਂ ਸਕਦੀ। ਜ਼ਰਾ ਗੌਰ ਕਰਨਾ, ਕਿਉਂਕਿ ਜੇ ਦਿਨ ਵੀ ਕਹੀਏ, ਤਿਉਹਾਰ ਵੀ ਕਹੀਏ, ਗ੍ਰਹਿ ਨਕਸ਼ਤਰ ਵੀ ਕਹੀਏ, ਤੇ ਆਪਣੇ ਆਪ ਨਹੀਂ ਬਣ ਗਏ। ਇਹ ਹਰ ਚੀਜ਼ ਰੱਬ ਦੀ ਬਣਾਈ ਹੋਈ ਹੈ, ਉਸ ਪਰਮਾਤਮਾ ਪ੍ਰਭੂ ਦੀ ਬਣਾਈ ਹੋਈ ਹੈ, ਔਰ ਜੋ ਵੀ ਉਸਨੇ ਬਣਾਇਆ ਹੈ ਉਹ ਸਾਡੇ ਵਾਸਤੇ ਮਾੜਾ ਹੋ ਹੀ ਨਹੀਂ ਸਕਦਾ। ਹਾਂ, ਇਹ ਸਾਡੀ ਸੋਚ ਹੈ। ਅਗਰ ਅਸੀਂ ਉਹਨੂੰ ਮਾੜਾ ਸਮਝਣਾ ਸ਼ੁਰੂ ਕਰ ਦਈਏ, ਅਗਰ ਅਸੀਂ ਉਹਨੂੰ ਬੁਰਾ ਸਮਝਣਾ ਸ਼ੁਰੂ ਕਰ ਦਈਏ, ਤਾਂ ਜਿਸ ਚੀਜ਼ ਨੂੰ ਅਸੀਂ ਬੁਰਾ ਸਮਝਣਾ ਸ਼ੁਰੂ ਕਰ ਦੇਵਾਂਗੇ, ਉਹਦਾ ਬੁਰਾ ਇਫੈਕਟ, ਉਹਦਾ ਬੁਰਾ ਪ੍ਰਭਾਵ ਸਾਡੇ ਜੀਵਨ ਤੇ ਪੈਣਾ ਸ਼ੁਰੂ ਹੋ ਜਾਏਗਾ। ਪਰ ਜੇ ਅਸੀਂ ਕਵਾਂਗੇ ਕਿ ਲੈ ਹਰ ਚੀਜ਼ ਮੇਰੇ ਮਾਲਕ ਦੀ ਬਣਾਈ ਹੋਈ ਹੈ, ਮੈਨੂੰ ਨਾ ਕਿਸੇ ਦਾ ਭੈ ਹੈ, ਨਾ ਕੋਈ ਡਰ ਹੈ, ਕਿਉਂਕਿ ਮੇਰਾ ਰੱਬ ਜੋ ਵੀ ਕਰੇਗਾ ਮੇਰੇ ਵਾਸਤੇ ਅੱਛਾ ਹੀ ਕਰੇਗਾ। ਇਨਸਾਨ ਦੇ ਅੰਦਰੋਂ ਡਰ ਨਿਕਲ ਜਾਂਦੇ ਹੈ, ਇਨਸਾਨ ਦੇ ਅੰਦਰੋਂ ਭੈ ਨਿਕਲ ਜਾਂਦੇ ਹੈ, ਔਰ ਇਹੀ ਕੰਮ ਤਾਂ ਸੰਤਾਂ ਦਾ ਹੈ। ਤਾਂ ਹੀ ਕਬੀਰ ਸਾਹਿਬ ਕਹਿੰਦੇ ਹੈ, ਜਰਾ ਇੱਕ ਲਾਈਨ ਨੂੰ ਸਮਝਣਾ ਅੱਛੀ ਤਰ੍ਹਾਂ, ਕਿ ਭਰਮ ਨਿਵਾਰਨ ਭੈ ਹਰਨ ਦੂਰ ਕਰੇ ਸੰਦੇਹ। ਭਰਮ ਨੂੰ ਨਿਵਾਰਨਾ ਔਰ ਇਨਸਾਨ ਦੇ ਅੰਦਰਲੇ ਡਰ ਨੂੰ ਖਤਮ ਕਰਨਾ, ਔਰ ਇਨਸਾਨ ਦੇ ਜੀਵਨ 'ਚ ਜਿੰਨੀਆਂ ਵੀ ਸ਼ੰਕਾਵਾਂ ਹੁੰਦੀਆਂ ਹੈ, ਜਿੰਨੇ ਵੀ ਸੰਦੇਹ ਹੁੰਦੇ ਹੈ, ਉਹਨਾਂ ਸ਼ੰਕਾਵਾਂ ਨੂੰ, ਉਹਨਾਂ ਸੰਦੇਹਾਂ ਨੂੰ ਮਿਟਾਣਾ ਹੀ ਤਾਂ ਸਤਿਗੁਰ ਦਾ ਕਰਮ ਹੈ। ਇਸ ਲਈ ਕਬੀਰ ਸਾਹਿਬ ਕਹਿੰਦੇ, ਭਰਮ ਨਿਵਾਰਨ ਭੈ ਹਰਨ ਦੂਰ ਕਰੇ ਸੰਦੇਹ, ਖੋਲੇ ਗਠੀਆ ਗਿਆਨ ਕੀ ਸੋ ਸਤਿਗੁਰ ਕਰ ਲੈ। ਹੁਣ ਜਰਾ ਧਿਆਨ ਦੇਣਾ ਤੇ ਲਾਸਟ ਲਾਈਨ ਵਿੱਚ ਕੀ ਕਹਿੰਦੇ ਆ, ਖੋਲੇ ਗਠੀਆ ਗਿਆਨ ਕੀ, ਕਿਉਂਕਿ ਤੁਹਾਡੇ ਸਾਰਿਆਂ ਦੇ ਅੰਦਰ ਗਿਆਨ ਦੀ ਗਠੜੀ ਹੈ। ਇਹ ਗੱਲ ਯਾਦ ਰੱਖਣਾ, ਕੀ ਹੈ ਤੁਹਾਡੇ ਸਾਰਿਆਂ ਦੇ ਅੰਦਰ? ਗਿਆਨ ਦੀ ਗਠੜੀ ਹੈ ਤੁਹਾਡੇ ਸਾਰਿਆਂ ਦੇ ਅੰਦਰ, ਖੁਸ਼ੀਆਂ ਦਾ ਭੰਡਾਰ ਹੈ ਤੁਹਾਡੇ ਸਾਰਿਆਂ ਦੇ ਅੰਦਰ। ਜਿੱਦਾਂ ਇਹ ਭੀਖਾ ਜੀ ਬਾਰੇ ਦੱਸੀਦਾ ਹੈ ਕਿ ਸੰਤ ਭੀਖਾ ਜੀ ਨੇ ਵੀ ਕਿਹਾ ਹੈ ਕਿ ਭੀਖਾ ਭੂਖਾ ਕੋਈ ਨਹੀਂ, ਸਭ ਕੀ ਗਠੜੀ
ਲਾਲ ਗਿਰਹਾ ਖੋਲ ਨਾ ਸਕਹੀ ਤਾਂ ਤੇ ਭੈ ਕੰਗਾਲ। ਸੰਤ ਭੀਖਾ ਜੀ ਵੀ ਇਹ ਗੱਲ ਦੀ ਗਵਾਹੀ ਦਿੰਦੇ ਆ। ਉਹ ਕਹਿੰਦੇ ਇੱਥੇ ਕੋਈ ਵੀ ਭੁੱਖਾ ਨਹੀਂ ਹੈ, ਕੋਈ ਵੀ ਗਰੀਬ ਨਹੀਂ ਹੈ, ਭੀਖਾ ਭੂਖਾ ਕੋਈ ਨਹੀਂ, ਸਭ ਕੀ ਗਠੜੀ ਲਾਲ। ਕਿ ਸਾਰਿਆਂ ਦੀ ਗਠੜੀ ਵਿੱਚ ਉਹ ਲਾਲ ਛੁਪਿਆ ਹੋਇਆ ਹੈ। ਲਾਲ ਇੱਕ ਬਹੁਤ ਕੀਮਤੀ ਰਤਨ ਹੁੰਦਾ ਹੈ। ਇਸ ਲਈ ਉਹ ਦੱਸਦੇ ਹੈ ਕਿ ਗਿਰਹਾ ਯਾਨੀ ਗੱਠ ਜਿਹਨੂੰ ਖੁੱਲਣੀ ਨਹੀਂ ਆਂਦੀ ਉਹੀ ਕੰਗਾਲ ਹੈ, ਉਹੀ ਦੁਖੀ ਹੈ। ਤੇ ਜਿਹਨੂੰ ਉਹ ਗੰਢ ਖੋਲਣੀ ਆ ਗਈ ਜਿੱਥੇ ਲਾਲ ਛੁਪਿਆ ਹੋਇਆ ਹੈ, ਤਾਂ ਫਿਰ ਉਹਦੇ ਵਰਗਾ ਬਾਦਸ਼ਾਹ, ਉਹਦੇ ਵਰਗਾ ਸ਼ਹਿਨਸ਼ਾਹ, ਉਹਦੇ ਵਰਗਾ ਅਮੀਰ ਵੀ ਕੋਈ ਨਹੀਂ ਹੈ। ਜਰਾ ਸਮਝਣਾ। ਇਸ ਲਈ ਹੁਣ ਆਪਣੇ ਤੇ ਗੱਲ ਲਿਆਈਏ, ਯਾਨੀ ਤੁਹਾਡੀ ਗੱਲ ਕਰ ਰਹੇ ਹਾਂ ਅਸੀਂ ਕਿ ਤੁਹਾਡੇ ਸਭ ਦੇ ਅੰਦਰੋਂ ਗਿਆਨ ਦੀ ਗਠੜੀ ਹੈ, ਉਹ ਖੁਸ਼ੀਆਂ ਦੀ ਗਠੜੀ ਹੈ, ਉਹ ਆਨੰਦ ਦੀ ਗਠੜੀ ਹੈ, ਪਰ ਉਹਦੀ ਗੰਢ ਖੋਲਣੀ ਇਨਸਾਨ ਨੂੰ ਨਹੀਂ ਆਉਂਦੀ। ਅਗਰ ਕਿਤੇ ਗੰਢ ਖੋਲਣੀ ਆ ਜਾਵੇ ਨਾ, ਤਾਂ ਫਿਰ ਇਨਸਾਨ ਨੂੰ ਜੀਵਨ 'ਚ ਕੋਈ ਕਮੀ ਨਾ ਰਵੇ। ਔਰ ਗੰਢ ਖੋਲਣ ਵਾਸਤੇ ਸਭ ਤੋਂ ਪਹਿਲਾਂ ਇਹ ਵਿਸ਼ਵਾਸ ਕਰਨਾ ਪੈਣਾ ਕਿ ਵਾਕਈ ਮੇਰੇ ਅੰਦਰ ਉਹ ਮਾਲਕ ਦੀ ਕਿਰਪਾ ਹੈ, ਉਹਦੀ ਰਹਿਮਤ ਹੈ। ਬੋਲੋ, ਸਮਝਦੇ ਹੋ ਕਿ ਨਹੀਂ? ਇੱਥੇ ਬਹੁਤ ਇਨਸਾਨ ਐਸੇ ਹੈ ਕਿ ਅਸੀਂ ਦੇਖਦੇ ਹਾਂ ਜਿਹੜੇ ਆਪਣੇ ਆਪ ਨੂੰ ਅਨਕੰਪਲੀਟ ਮੰਨਦੇ ਆ ਕਿ ਮੈਂ ਤਾਂ ਅਧੂਰਾ ਆ, ਮੇਰੇ ਅੰਦਰ ਆਹ ਕਮੀ ਹੈ, ਮੇਰੇ ਅੰਦਰ ਉਹ ਕਮੀ ਹੈ। ਮੰਨਦੇ ਆ ਕਿ ਨਹੀਂ? ਤੁਸੀਂ ਤਾਂ ਨਹੀਂ ਮੰਨਦੇ ਇਦਾਂ? ਜਰਾ ਹੁਣ ਗੌਰ ਕਰਨਾ, ਇੱਕ ਸਵਾਲ ਦਾ ਜਵਾਬ ਦੇਣਾ। ਤੁਸੀਂ ਬਿੱਲੀ ਨੂੰ ਦੇਖਦੇ ਹੋ, ਕੀ ਲੱਗਦਾ ਹੈ ਕਿ ਬਿੱਲੀ ਅਨਕੰਪਲੀਟ ਹੈ ਤੁਹਾਨੂੰ, ਕਿ ਬਿੱਲੀ 'ਚ ਕੋਈ ਕਮੀ ਹੈ? ਨਹੀਂ, ਇਹ ਕਹਿੰਦੇ ਬਿੱਲੀ ਰੱਬ ਨੇ ਪੂਰਨ ਬਣਾਈ ਹੈ। ਕੁੱਤੇ ਨੂੰ ਦੇਖਦੇ ਆ ਤਾਂ ਲੱਗਦਾ ਉਹਦੇ ਅੰਦਰ ਕੋਈ ਕਮੀ ਹੈ? ਜੋ ਚਾਹੀਦਾ ਹੈ ਉਹ ਰੱਬ ਨੇ ਕੰਪਲੀਟ ਬਣਾਇਆ ਹੈ। ਇੱਕ ਪੇੜ ਨੂੰ ਦੇਖਦੇ ਆ ਤਾਂ ਜੋ ਉਸ ਪੇੜ ਦੇ ਵਾਸਤੇ ਜ਼ਰੂਰੀ ਹੈ ਰੱਬ ਨੇ ਉਹਨੂੰ ਕੰਪਲੀਟ ਬਣਾਇਆ ਹੈ। ਇਸ ਦੇ ਘੋੜੇ ਨੂੰ ਦੇਖ ਲਓ, ਹਾਥੀ ਨੂੰ ਦੇਖ ਲਓ, ਸ਼ੇਰ ਨੂੰ ਦੇਖ ਲਓ, ਚੰਦ ਸੂਰਜ ਸਿਤਾਰਿਆਂ ਨੂੰ ਦੇਖ ਲਓ, ਸੂਰਜ ਨੂੰ ਦੇਖ ਕੇ ਲੱਗਦਾ ਕੋਈ ਕਮੀ ਹੈ ਇਹਦੇ ਅੰਦਰ? ਜੋ ਚਾਹੀਦਾ ਹੈ ਉਹ ਰੱਬ ਨੇ ਕੰਪਲੀਟ ਬਣਾਇਆ ਹੈ। ਤਾਂ ਹੀ ਤਾਂ ਜਰਾ ਗੌਰ ਕਰਨਾ, ਨਿਊਟਨ ਨੇ ਇਹ ਗੱਲ ਕਹੀ ਹੈ। ਉਹ ਕਹਿੰਦੇ ਮੈਂ ਹੈਰਾਨ ਹੁੰਦਾ ਕਿ ਹਰ ਚੀਜ਼ ਕੁਦਰਤ 'ਚ ਜੋ ਵੀ ਬ੍ਰਹਿਮੰਡ ਦੇ ਅੰਦਰ ਉਹ ਬਿਲਕੁਲ ਸਹੀ ਜਗ੍ਹਾ ਹੈ, ਨਾ 1 ਇੰਚ ਅੱਗੇ ਹੈ ਨਾ 1 ਇੰਚ ਪਿੱਛੇ ਹੈ। ਜਿੰਨੀ ਸਾਨੂੰ ਜ਼ਰੂਰਤ ਹੈ ਕੁਦਰਤ ਨੇ ਹਰ ਚੀਜ਼ ਨੂੰ ਪਹਿਲੇ ਹੀ ਪਰਫੈਕਟਲੀ ਬਣਾਇਆ ਹੋਇਆ ਹੈ। ਕਿਉਂਕਿ ਜੇ ਸੂਰਜ ਦੇ ਧਰਤੀ ਥੋੜਾ ਵੀ ਨੇੜੇ ਹੋ ਜਾਂਦੀ ਤਾਂ ਬੰਦੇ ਨੇ ਸੜ ਕੇ ਹੀ ਮਰ ਜਾਣਾ ਸੀ, ਇੰਨੀ ਗਰਮੀ ਹੋ ਜਾਣੀ ਸੀ। ਤਾਂ ਜੇ ਥੋੜਾ ਦੂਰ ਹੋ ਜਾਂਦੀ ਤਾਂ ਇੰਨੀ ਸਰਦੀ ਹੋ ਜਾਣੀ ਸੀ ਕਿ ਬੰਦੇ ਦਾ ਜੀਣਾ ਹੀ ਔਖਾ ਹੋ ਜਾਣਾ ਸੀ। ਉਹ ਕਹਿੰਦੇ ਮੈਂ ਹੈਰਾਨ ਹਾਂ, ਐਡੇ ਵੱਡੇ ਸਾਇੰਟਿਸਟ ਨੇ ਕਿਹਾ ਹੈ ਕਿ ਹਰ ਚੀਜ਼ ਕੁਦਰਤ ਨੇ ਪਰਫੈਕਟ ਬਣਾਈ ਹੋਈ ਹੈ, ਕਿਤੇ ਕੋਈ ਕਮੀ ਨਹੀਂ ਹੈ। ਇਸ ਲਈ ਤੁਹਾਨੂੰ ਪੁੱਛ ਰਹੇ ਹਾਂ ਅਸੀਂ, ਤੁਸੀਂ ਜਵਾਬ ਦੇਣਾ। ਜਦੋਂ ਹੁਣ ਕੀ ਪੁੱਛਿਆ ਅਸੀਂ ਕਿ ਬਿੱਲੀ ਨੂੰ ਦੇਖ ਕੇ, ਘੋੜੇ ਨੂੰ ਦੇਖ ਕੇ, ਹਾਥੀ ਨੂੰ ਦੇਖ ਕੇ, ਸੂਰਜ ਚੰਦ ਸਿਤਾਰਿਆਂ ਨੂੰ ਦੇਖ ਕੇ ਲੱਗਦਾ ਹੈ ਕੋਈ ਚੀਜ਼ ਅਨਕੰਪਲੀਟ ਹੈ? ਲੱਗਦਾ ਨਾ ਪੂਰੀ ਪਰਫੈਕਟ ਹੈ। ਹਰ ਚੀਜ਼ ਨੂੰ ਅਸੀਂ ਦੇਖਦੇ ਹਾਂ, ਚਾਹੇ ਪੇੜ ਨੂੰ ਦੇਖ ਲਈਏ, ਪੌਦੇ ਨੂੰ ਦੇਖ ਲਈਏ। ਇੱਕ ਸੇਬ ਨੂੰ ਹੱਥ 'ਚ ਲੈ ਕੇ ਬੰਦਾ ਖਾਂਦਾ, ਕਹਿੰਦਾ ਬੜਾ ਸਵਾਦਿਸ਼ਟ ਹੈ, ਬੜਾ ਮਿੱਠਾ ਹੈ। ਇੱਕ ਫਰੂਟ ਨੂੰ ਵੀ ਅਸੀਂ ਕਹਿ ਨਹੀਂ ਸਕਦੇ ਕਿ ਰੱਬ ਨੇ ਇਹਨੂੰ ਅਨਕੰਪਲੀਟ ਬਣਾਇਆ ਸੀ, ਉਹਨੂੰ ਵੀ ਕਹਿੰਦੇ ਪੂਰਾ ਕੰਪਲੀਟ ਹੈ। ਹੁਣ ਹਰ ਚੀਜ਼ ਨੂੰ ਅਸੀਂ ਕੰਪਲੀਟ ਮੰਨਦੇ ਆ, ਪਰ ਜਦੋਂ ਗੱਲ ਬੰਦੇ ਦੀ ਆਉਂਦੀ ਹੈ, ਇਨਸਾਨੀਅਤ ਦੀ ਆਉਂਦੀ ਹੈ, ਤੇ ਅਸੀਂ ਕਹਿੰਦੇ ਇਹਦੇ ਅੰਦਰ ਆਹ ਕਮੀ ਹੈ, ਇਹਦੇ ਅੰਦਰ ਉਹ ਕਮੀ ਹੈ। ਜਾਂ ਬੰਦਾ ਆਪਣੇ ਆਪ ਨੂੰ ਮੰਨਣਾ ਸ਼ੁਰੂ ਕਰ ਦਿੰਦਾ ਮੇਰੇ ਅੰਦਰ ਆਹ ਕਮੀ ਹੈ, ਮੇਰੇ ਅੰਦਰ ਉਹ ਕਮੀ ਹੈ। ਉਹ ਕਮਾਲ ਦੀ ਗੱਲ ਹੈ, ਜਿਹੜਾ ਰੱਬ ਕੁੱਤੇ ਨੂੰ, ਬਿੱਲੀ ਨੂੰ ਪੂਰਾ ਬਣਾਉਂਦਾ, ਉਹ ਇਨਸਾਨ ਨੂੰ ਅਧੂਰਾ ਕਿੱਦਾਂ ਬਣਾਏਗਾ? ਔਰਤ ਹੋਵੇ ਚਾਹੇ ਮਰਦ ਹੋਵੇ, ਬੁੜਾ ਹੋਵੇ ਚਾਹੇ ਬੱਚਾ ਹੋਵੇ, ਉਹ ਜਿਹੜਾ ਪਰਮਾਤਮਾ ਇੱਕ ਫਰੂਟ ਤੱਕ ਨੂੰ ਕੰਪਲੀਟ ਕਰਦਾ ਹੈ, ਜਰਾ ਸੋਚੋ ਤੁਹਾਨੂੰ ਕਿਦਾਂ ਅਨਕੰਪਲੀਟ ਛੱਡੇਗਾ? ਇਸ ਲਈ ਪਹਿਲੀ ਗੱਲ ਇਹ ਮੰਨਣਾ ਬੰਦ ਕਰੋ ਕਿ ਮੇਰੇ ਅੰਦਰ ਕਮੀਆਂ ਹੈ। ਕਿਉਂਕਿ ਜੇ ਅਸੀਂ ਕਮੀਆਂ ਮੰਨਦੇ ਜਾਵਾਂਗੇ ਨਾ, ਤਾਂ ਫਿਰ ਅਸੀਂ ਕਮੀਆਂ ਨਾਲ ਹੀ ਭਰੇ ਰਵਾਂਗੇ। ਮਹਾਤਮਾ ਬੁੱਧ ਨੇ ਵੀ ਕਿਹਾ ਹੈ ਕਿ ਦੁਨੀਆ ਉਦਾਂ ਦੀ ਤੇਰੇ ਵਾਸਤੇ ਹੋ ਜਾਂਦੀ ਹੈ ਜਿੱਦਾਂ ਦੀ ਤੇਰੀ ਸੋਚ ਹੁੰਦੀ ਹੈ। ਸਮਝਦੇ ਹੋ ਕਿ ਨਹੀਂ? ਜਿੱਦਾਂ ਅਸੀਂ ਕਈ ਵਾਰ ਸਵਾਲ ਪੁੱਛੀ ਤਾਂ ਇੱਥੇ ਹੀ ਪੁੱਛਾਂਗੇ ਕਿ ਦੁਨੀਆ ਅੱਛੀ ਹੈ ਜਾਂ ਬੁਰੀ? ਜਵਾਬ ਦਿਓ। ਇਹ ਦੁਨੀਆ ਤੇ ਦੁੱਖ ਜ਼ਿਆਦਾ ਜਾਂ ਸੁੱਖ ਜ਼ਿਆਦਾ ਹੈ? ਦੁਨੀਆ ਤੇ ਖੁਸ਼ੀ ਜ਼ਿਆਦਾ ਜਾਂ ਗਮੀ ਜ਼ਿਆਦਾ ਹੈ? ਜਵਾਬ ਦਿਓ। ਆਵਾਜ਼ ਘੱਟ ਆ ਰਹੀ ਹੈ, ਕੀ ਗੱਲ? ਚਲੋ ਦੁਬਾਰਾ ਪੁੱਛਦੇ ਆ ਫਿਰ, ਇਹ ਦੁਨੀਆ ਅੱਛੀ ਹੈ ਜਾਂ ਬੁਰੀ? ਕਿਹੜੇ ਕਿਹੜੇ ਜਿਹੜੇ ਅੱਛੀ ਕਹਿੰਦੇ ਵੇ ਅੱਛੀ ਦੁਨੀਆ ਹੈ? ਅੱਛਾ ਹੁਣ ਥੱਲੇ ਕਰੋ, ਜਿਹੜੇ ਹੁਣ ਕਿਹੜਾ ਕਿਹੜਾ ਜਿਹੜਾ ਕਹਿੰਦਾ ਦੁਨੀਆ ਬੁਰੀ ਹੈ? ਕੋਈ ਹੈ? ਕੋਈ ਹੈ ਜਿਹੜੇ ਵਾਸਤੇ ਲੱਗਦਾ ਦੁਨੀਆ ਬੁਰੀ ਹੈ? ਹੁਣ ਠੀਕ ਹੈ, ਚਲੋ ਹੁਣ ਇਦਾਂ ਸਮਝ ਲੈ ਕਿ ਕਈ ਬੰਦੇ ਕਹਿ ਦਿੰਦੇ ਆ ਦੁਨੀਆ ਬੁਰੀ ਹੈ, ਕਈ ਕਹਿ ਦਿੰਦੇ ਦੁਨੀਆ ਅੱਛੀ ਹੈ, ਕਈ ਕਹਿੰਦੇ ਦੁਨੀਆ ਤੇ ਖੁਸ਼ੀਆਂ ਬਹੁਤ ਹੈ, ਕਈ ਕਹਿੰਦੇ ਦੁਨੀਆ ਤੇ ਦੁੱਖ ਹੀ ਬਹੁਤ ਹੈ, ਕਈ ਕਹਿੰਦੇ ਦੁਨੀਆ ਬਹੁਤ ਚੰਗੀ ਹੈ, ਕਈ ਕਹਿੰਦੇ ਦੁਨੀਆ ਬਹੁਤ ਮਾੜੀ ਹੈ। ਹੁਣ ਅਸੀਂ ਤੁਹਾਨੂੰ ਕਵਾਂਗੇ, ਆ ਜਿਹੜੇ ਕਹਿੰਦੇ ਨਾ ਦੁਨੀਆ ਅੱਛੀ ਹੈ, ਔਰ ਕਈ ਕਹਿੰਦੇ ਦੁਨੀਆ ਮਾੜੀ ਹੈ, ਔਰ ਕਈ ਕਹਿੰਦੇ ਦੁਨੀਆ ਚੰਗੀ ਹੈ, ਕਈ ਮਾੜੀ ਹੈ, ਕਈ ਅੱਛੀ ਹੈ, ਕਈ ਬੁਰੀ ਹੈ, ਕਈ ਦੁਨੀਆ ਦੇ ਖੁਸ਼ੀ ਜ਼ਿਆਦਾ ਹੈ, ਕਈ ਕਹਿੰਦੇ ਦੁਨੀਆ ਤੇ ਗਮ ਜ਼ਿਆਦਾ ਹੈ। ਤਾਂ ਤੁਹਾਨੂੰ ਇੱਕ ਗੱਲ ਕਵਾਂਗੇ ਕਿ ਜਿਹੜੇ ਕਹਿੰਦੇ ਦੁਨੀਆ ਮਾੜੀ ਹੈ ਉਹ ਗਲਤ ਹੈ, ਤਾਂ ਜਿਹੜੇ ਕਹਿੰਦੇ ਦੁਨੀਆ ਅੱਛੀ ਹੈ ਸਹੀ ਉਹ ਵੀ ਹੈ ਨਹੀਂ। ਸਮਝਦੇ ਹੋ ਕਿ ਨਹੀਂ? ਇਹ ਦੁਨੀਆ ਨਾ ਅੱਛੀ ਹੈ ਨਾ ਬੁਰੀ ਹੈ, ਇਹ ਦੁਨੀਆ ਨਿਊਟਰਲ ਹੈ।
ਹੁਣ ਜਿੱਦਾਂ ਦੀ ਸਾਡੀ ਸੋਚ ਹੁੰਦੀ ਹੈ ਸਾਨੂੰ ਦੁਨੀਆ ਵੈਸੀ ਹੀ ਨਜ਼ਰ ਆਉਂਦੀ ਹੈ। ਸਮਝਦੇ ਹੋ ਕਿ ਨਹੀਂ? ਹੁਣ ਇੱਕ ਜਗ੍ਹਾ ਗਰਮ ਗਰਮ ਜਲੇਬੀਆਂ ਰੱਖੀਆਂ ਹੋਣ, ਸਮਝਦੇ ਹੋ ਕਿ ਨਹੀਂ? ਭੁੱਖ ਲੱਗੀ ਹੋਣੀ ਹੈ ਤੁਹਾਨੂੰ ਨਾ, ਥੋੜਾ ਧਿਆਨ ਦੇਈਏ ਇਸ ਲਈ, ਭੁੱਖ ਵੱਲ ਧਿਆਨ ਨਹੀਂ ਲਿਜਾਣਾ। ਇਹ ਇੱਕ ਉਦਾਹਰਨ ਦੇ ਰਹੇ ਹਾਂ ਕਿ ਇੱਕ ਜਗ੍ਹਾ ਗਰਮ ਗਰਮ ਜਲੇਬੀਆਂ ਰੱਖੀਆਂ ਹੋਣ, ਹੁਣ ਜਰਾ ਗੌਰ ਕਰੋ ਜਲੇਬੀ ਅੱਛੀ ਹੈ ਜਾਂ ਬੁਰੀ ਹੈ? ਜਰਾ ਹੁਣ ਗੌਰ ਕਰੋ, ਹੁਣ ਜਲੇਬੀ ਰੱਖੀ ਹੋਈ ਹੈ, ਆਪਾਂ ਜਲੇਬੀ ਨੂੰ ਨਾ ਅੱਛੀ ਕਹਿ ਸਕਦੇ ਨਾ ਬੁਰੀ ਕਹਿ ਸਕਦੇ ਆ। ਜਿਹਦੀ ਸ਼ੂਗਰ ਘੱਟ ਹੋਵੇ ਉਹਦੇ ਵਾਸਤੇ ਜਲੇਬੀ ਅੱਛੀ ਹੈ, ਤੇ ਜਿਹਦੀ ਸ਼ੂਗਰ ਵੱਧ ਹੋਵੇ ਉਹਦੇ ਵਾਸਤੇ ਜਲੇਬੀ ਮਾੜੀ ਹੈ। ਹੁਣ ਜਲੇਬੀ ਅੰਦਰ ਨਾ ਕੋਈ ਅੱਛਾ ਹੈ ਨਾ ਬੁਰਾ, ਇਹ ਬੰਦੇ ਦੀ ਆਪਣੀ ਹਾਲਤ ਤੇ ਡਿਪੈਂਡ ਕਰਦਾ ਹੈ ਕਿ ਮੇਰੇ ਵਾਸਤੇ ਚੀਜ਼ ਅੱਛੀ ਹੈ ਜਾਂ ਮਾੜੀ। ਇਸੇ ਤਰ੍ਹਾਂ ਦੁਨੀਆ ਦੇ ਉੱਪਰ ਜਿਹੜੇ ਇਨਸਾਨ ਆਪ ਅੰਦਰੋਂ ਬੁਰੇ ਹੁੰਦੇ ਨਾ, ਜਿਨ੍ਹਾਂ ਦੀ ਸੋਚ ਨੈਗੇਟਿਵਿਟੀ ਨਾਲ ਜ਼ਿਆਦਾ ਭਰੀ ਹੁੰਦੀ ਹੈ, ਉਹਨਾਂ ਵਾਸਤੇ ਹਰ ਜਗ੍ਹਾ ਬੁਰਾ ਹੀ ਬੁਰਾ ਹੁੰਦਾ ਹੈ। ਉਹ ਕਹਿੰਦੇ ਦੁਨੀਆ ਬੁਰੀ। ਤਾਂ ਜਿਨ੍ਹਾਂ ਦੀ ਸੋਚ ਪੋਜ਼ਿਟਿਵ ਹੁੰਦੀ ਹੈ, ਜਿਹੜੇ ਮਾੜੀ ਤੋਂ ਮਾੜੀ ਗੱਲ ਵਿੱਚੋਂ ਵੀ ਕੁਝ ਅੱਛਾ ਲੱਭਦੇ ਹੈ, ਉਹਨਾਂ ਵਾਸਤੇ ਦੁਨੀਆ ਅੱਛੀ ਹੁੰਦੀ ਹੈ ਔਰ ਉਹਨਾਂ ਨੂੰ ਹਰ ਜਗ੍ਹਾ ਅੱਛਾ ਹੀ ਮਿਲਦਾ ਹੈ। ਕਿਉਂਕਿ ਜੋ ਅਸੀਂ ਤਲਾਸ਼ ਕਰਨਾ ਹੈ, ਜੋ ਅਸੀਂ ਖੋਜਣਾ ਹੈ, ਨਜ਼ਰ ਵੀ ਸਾਨੂੰ ਉਹੀ ਆਣਾ ਹੈ। ਬੋਲੋ ਉਹੀ ਆਣਾ ਕਿ ਨਹੀਂ? ਹੁਣ ਇੱਥੇ ਸਟੇਜ ਤੇ ਬੈਠੇ ਅਸੀਂ ਤੁਹਾਨੂੰ ਪੁੱਛੀਏ ਕਿ ਦੱਸੋ ਸਾਡੇ ਪਿੱਛੇ ਪੀਲਾ ਰੰਗ ਕਿੰਨਾ ਹੈ, ਤਾਂ ਤੁਸੀਂ ਪੀਲੀਆਂ ਚੀਜ਼ਾਂ ਦੇਖਣੀਆਂ ਸ਼ੁਰੂ ਕਰ ਦੇਣੀਆਂ। ਅਸੀਂ ਕਹਿੰਦਾ ਦੱਸੋ ਲਾਲ ਰੰਗ ਕਿੰਨਾ, ਤੁਸੀਂ ਲਾਲ ਦੇਖਣਾ ਸ਼ੁਰੂ ਕਰ ਦੇਣਾ। ਯਾਨੀ ਜਿੱਦਾਂ ਦੀ ਤੁਹਾਡੀ ਸੋਚ ਹੋਣੀ ਹੈ, ਨਜ਼ਰ ਵੀ ਤੁਹਾਡੀ ਉੱਥੇ ਚਲੀ ਜਾਣੀ ਹੈ। ਹੁਣ ਅਗਰ ਅਸੀਂ ਜੀਵਨ 'ਚ ਖੁਸ਼ੀਆਂ ਚਾਹੁੰਦੇ ਹਾਂ, ਆਨੰਦ ਚਾਹੁੰਦੇ ਹਾਂ, ਤਾਂ ਸਭ ਤੋਂ ਪਹਿਲਾਂ ਆਪਣੀਆਂ ਕਮੀਆਂ ਦੇਖਣੀਆਂ ਬੰਦ ਕਰੀਏ, ਆਪਣੀਆਂ ਖੂਬੀਆਂ ਨੂੰ ਦੇਖੀਏ। ਕਿਉਂਕਿ ਪ੍ਰਮਾਤਮਾ ਨੇ ਸਭ ਨੂੰ ਕੰਪਲੀਟ ਬਣਾਇਆ ਹੈ। ਸਮਝਦੇ ਹੋ ਕਿ ਨਹੀਂ? ਹੁਣ ਜਦੋਂ ਅਸੀਂ ਆਪਣੇ ਆਪ ਨੂੰ ਅੱਛਾ ਮੰਨਾਂਗੇ ਤਾਂ ਫਿਰ ਅੱਛਾ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਕਿਉਂਕਿ ਇੱਕ ਬੰਦਾ ਮੰਨ ਕੇ ਬੈਠਾ ਮੈਂ ਸ਼ਰਾਬੀ ਭਾਈ ਮੈਂ ਸ਼ਰਾਬ ਹੀ ਪੀਣੀ ਹੈ, ਜਾਂ ਹੈ ਸ਼ਰਾਬੀ ਤਾਂ ਸ਼ਰਾਬ ਹੀ ਪੀਣੀ ਹੈ। ਹੁਣ ਇੱਕ ਬੰਦਾ ਕਵੇ ਮੈਂ ਸ਼ਰਾਬ ਛੱਡੀ, ਮੈਂ ਸ਼ਰਾਬੀ ਨਹੀਂ ਆ, ਮੈਂ ਸ਼ਰਾਬੀ ਨਹੀਂ ਆ। ਹੁਣ ਐਦਾਂ ਦੇ ਇਨਸਾਨ ਦੇ ਲਾਗੇ ਕੋਈ ਲੈ ਕੇ ਵੀ ਜਾਏਗਾ, ਉਹਨਾਂ ਕਹਿੰਦਾ ਭਾਈ ਲੈ ਜਾ ਮੈਂ ਸ਼ਰਾਬੀ ਨਹੀਂ ਆ। ਕਿਉਂਕਿ ਅਸੀਂ ਜੋ ਸੋਚਣਾ ਸ਼ੁਰੂ ਕਰ ਦਿੰਦੇ ਆ ਨਾ, ਉਹਦਾ ਪ੍ਰਭਾਵ ਸਾਡੇ ਬਾਹਰੀ ਤੌਰ ਤੇ ਨਜ਼ਰ ਆਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਇਹ ਗੱਲ ਤੁਹਾਨੂੰ ਕਿਉਂ ਕਹਿ ਰਹੇ ਹਾਂ? ਕਿਉਂਕਿ ਇਨਸਾਨ ਬਹੁਤ ਜਗ੍ਹਾ ਆਪਣੇ ਆਪ ਨੂੰ ਬੜਾ ਛੋਟਾ ਜਿਹਾ ਸਮਝ ਲੈਂਦਾ ਹੈ, ਕਮਜ਼ੋਰ ਸਮਝ ਲੈਂਦਾ ਹੈ। ਬੰਦਾ ਕਹਿੰਦਾ ਮੇਰੇ ਤੋਂ ਨਹੀਂ ਇਹ ਹੋਣਾ, ਮੇਰੇ 'ਚ ਇਹ ਹਿੰਮਤ ਹੈ ਨਹੀਂ, ਜਾਂ ਮੇਰੇ ਤੋਂ ਆ ਨਹੀਂ ਹੋਣਾ ਕਿਉਂਕਿ ਮੇਰੇ 'ਚ ਤਾਕਤ ਹੈ ਨਹੀਂ। ਤੇ ਇੱਕ ਗੱਲ ਯਾਦ ਰੱਖੋ, ਤੁਹਾਨੂੰ ਪਰਮ ਸ਼ਕਤੀਸ਼ਾਲੀ ਪਰਮਾਤਮਾ ਨੇ ਪੈਦਾ ਕੀਤਾ ਹੈ, ਔਰ ਜੇ ਸ਼ਕਤੀਸ਼ਾਲੀ ਪਰਮਾਤਮਾ ਨੇ ਪੈਦਾ ਕੀਤਾ ਤਾਂ ਤੁਸੀਂ ਕਮਜ਼ੋਰ ਕਦੀ ਹੋ ਹੀ ਨਹੀਂ ਸਕਦੇ। ਪਰਮਾਤਮਾ ਕੋਈ ਅਧੂਰੀ ਚੀਜ਼ ਬਣਾਉਂਦਾ ਹੈ ਨਹੀਂ ਨਾ, ਫਿਰ ਤੁਹਾਨੂੰ ਕਿਹਨੇ ਬਣਾਇਆ ਹੈ? ਜਾਂ ਤਾਂ ਤੁਸੀਂ ਮੰਨੋ ਕਿ ਮੈਨੂੰ ਰੱਬ ਨੇ ਨਹੀਂ ਬਣਾਇਆ, ਮੈਂ ਆਪਣੇ ਆਪ ਨੂੰ ਆਪ ਬਣਾਇਆ ਹੈ। ਬੰਦਾ ਕੋਈ ਚੀਜ਼ ਬਣਾਵੇ, ਕਮੀਆਂ ਹੋ ਸਕਦੀਆਂ ਹੈ। ਤਾਂ ਹੀ ਤਾਂ ਇਨਸਾਨ ਮੋਬਾਈਲ ਬਣਾਉਂਦਾ ਹੈ, ਗੱਡੀ ਬਣਾਉਂਦਾ ਹੈ, ਤਾਂ ਹਰ ਸਾਲ ਉਹਦਾ ਅਪਡੇਟ ਹੁੰਦਾ ਰਹਿੰਦਾ ਹੈ। ਹਰ ਸਾਲ ਨਵੇਂ ਫੰਕਸ਼ਨ ਆਉਂਦੇ ਰਹਿੰਦੇ ਹੈ, ਕਿਉਂਕਿ ਪਤਾ ਹੈ ਕਿ ਇਸ ਵਾਰ ਕਮੀਆਂ ਸੀ, ਅਗਲੀ ਵਾਰ ਨੂੰ ਇਹਨੂੰ ਹੋਰ ਅੱਛਾ ਬਣਾ ਕੇ ਕਰੀਏ। ਪਰ ਰੱਬ ਨੇ ਲੱਖਾਂ ਸਾਲ ਪਹਿਲਾਂ ਇਨਸਾਨ ਬਣਾਇਆ ਸੀ, ਜਿੱਦਾਂ ਦਾ ਉਦੋਂ ਬਣਾਇਆ ਸੀ ਅੱਜ ਵੀ। ਕਦੀ ਦੇਖਿਆ ਕਿ ਲੱਖਾਂ ਸਾਲ ਪਹਿਲਾਂ ਇਨਸਾਨ ਦੇ ਅੱਖਾਂ ਇੱਥੇ ਸੀਗੀਆਂ ਜਾਂ ਇੱਥੇ ਸੀਗੀਆਂ, ਤਾਂ ਰੱਬ ਨੇ ਕਿਹਾ ਇੱਥੇ ਗਲਤ ਲੱਗਦੀਆਂ ਨੂੰ ਇੱਥੇ ਲਾਈਏ। ਅੱਜ ਜਿੱਥੇ ਸਾਡੀਆਂ ਅੱਖਾਂ ਹੈ ਅੱਜ ਹੈ ਨਾ, ਲੱਖਾਂ ਹਜ਼ਾਰਾਂ ਸਾਲ ਪਹਿਲਾਂ ਵੀ ਉੱਥੇ ਹੀ ਸੀ। ਇੱਕ ਵੀ ਚੀਜ਼ ਨਹੀਂ ਬਦਲੀ, ਸਰੀਰ ਨੂੰ ਲੈ ਕੇ ਕੁਝ ਨਹੀਂ ਬਦਲਿਆ। ਪਰ ਜਦ ਵੀ ਫਰਕ ਪੈਂਦਾ ਤਾਂ ਸਾਡੀ ਕਾਹਦੇ ਨਾਲ ਪੈਂਦਾ ਹੈ? ਸੋਚਣਾ। ਇਸ ਲਈ ਸਭ ਤੋਂ ਪਹਿਲਾਂ ਖੋਲੇ ਗਠੀਆ ਗਿਆਨ ਕੀ। ਅੱਜ ਅਸੀਂ ਇਹੀ ਗਿਆਨ ਦੀ ਗੰਢ ਖੋਲਣੀ ਹੈ ਕਿ ਮੈਂ ਆਪਣੇ ਆਪ ਨੂੰ ਪਰਫੈਕਟ ਮੰਨਣਾ ਹੈ, ਕਿ ਮੈਨੂੰ ਮੇਰੇ ਮਾਲਿਕ ਨੇ ਸੰਪੂਰਨ ਬਣਾਇਆ, ਮੇਰੇ 'ਚ ਕੋਈ ਕਮੀ ਨਹੀਂ ਹੈ, ਔਰ ਮੇਰਾ ਰੱਬ ਮੇਰੇ ਨਾਲ ਹੈ। ਹੁਣ ਜਰਾ ਇੱਕ ਸਵਾਲ ਦਾ ਹੋਰ ਜਵਾਬ ਦੇਣਾ ਕਿ ਪਰਮਾਤਮਾ ਨੇ ਜੋ ਵੀ ਚੀਜ਼ ਬਣਾਈ ਹੈ ਉਹ 'ਚੋਂ ਕਦੀ ਨਾਕਾਮਯਾਬ ਹੋਇਆ? ਰੱਬ ਕਦੀ ਨਾਕਾਮਯਾਬ ਹੋ ਸਕਦਾ ਹੈ? ਰੱਬ ਕਦੀ ਅਸਫਲ ਹੋ ਸਕਦਾ ਹੈ? ਜਵਾਬ ਦਿਓ। ਹੁਣ ਰੱਬ ਨੇ ਜੋ ਵੀ ਬਣਾਇਆ ਹੈ ਉਹ ਸਕਸੈਸਫੁਲ ਹੈ, ਯਾਨੀ ਉਹ ਸਫਲ ਹੈ। ਤਾਂ ਫਿਰ ਤੁਹਾਨੂੰ ਕਿਹਨੇ ਬਣਾਇਆ ਹੈ? ਤੁਹਾਨੂੰ ਵੀ ਪਰਮਾਤਮਾ ਨੇ ਬਣਾਇਆ। ਫਿਰ ਤੁਸੀਂ ਨਾਕਾਮਯਾਬ ਕਿੱਦਾਂ ਹੋ ਸਕਦੇ ਹੋ? ਤੁਸੀਂ ਕਿੱਦਾਂ ਮੰਨ ਕੇ ਬਹਿ ਜਾਂਦੇ ਹੋ ਮੈਂ ਨਾਕਾਮਯਾਬ ਹਾਂ, ਮੇਰੇ ਤੋਂ ਨਹੀਂ ਹੋਣਾ, ਮੈਂ ਨਹੀਂ ਕਰ ਸਕਦਾ? ਨਹੀਂ, ਰੱਬ ਜੋ ਵੀ ਬਣਾਉਂਦਾ ਹੈ ਉਹ 'ਚ ਸਕਸੈਸਫੁਲ ਹੁੰਦਾ ਹੈ, ਕਾਮਯਾਬ ਹੁੰਦਾ ਹੈ। ਤਾਂ ਤੁਹਾਨੂੰ ਵੀ ਉਹਨਾਂ ਬਣਾਇਆ ਹੈ, ਤਾਂ ਤੁਸੀਂ ਵੀ ਜੀਵਨ 'ਚ ਕਾਮਯਾਬ ਹੋ ਸਕਦੇ ਹੋ, ਕਿਉਂਕਿ ਤੁਸੀਂ ਰੱਬ ਦੀ ਬਣਾਈ ਹੋਈ ਕਲਾ ਹੋ। ਤੁਹਾਨੂੰ ਕਿਸੇ ਇਨਸਾਨ ਨੇ ਨਹੀਂ ਬਣਾਇਆ। ਸਮਝ ਆ ਰਹੀ ਹੈ ਕਿ ਨਹੀਂ? ਅੰਦਰ ਹੌਸਲਾ ਵੱਧਦਾ ਕਿ ਨਹੀਂ? ਤਾਂ ਵਧਾਓ ਆਪਣੇ ਹੌਸਲੇ ਨੂੰ, ਆਪਣੀ ਹਿੰਮਤ ਨੂੰ, ਕਿ ਮੈਂ ਉਸ ਸ਼ਕਤੀਸ਼ਾਲੀ ਪਰਮਾਤਮਾ ਦਾ ਬੱਚਾ ਹਾਂ। ਮੈਂ ਨਾਮੁਮਕਿਨ ਵੀ ਮੁਮਕਿਨ ਕਰ ਸਕਦਾ, ਮੈਂ ਅਸੰਭਵ ਵੀ ਸੰਭਵ ਕਰ ਸਕਦਾ ਹਾਂ, ਕਿਉਂਕਿ ਮੈਨੂੰ ਉਹ ਸ਼ਕਤੀਸ਼ਾਲੀ ਪਰਮਾਤਮਾ ਨੇ ਪੈਦਾ ਕੀਤਾ ਹੈ। That powerful God is my father। ਕੀ ਕਹਿਣਾ ਹੈ? That powerful God is my father। ਕਿ ਉਹ ਸ਼ਕਤੀਸ਼ਾਲੀ ਪਿਤਾ, ਉਹ ਸ਼ਕਤੀਸ਼ਾਲੀ ਪਰਮਾਤਮਾ ਮੇਰਾ ਬਾਪ ਹੈ, ਪਿਤਾ ਹੈ ਮੇਰਾ।
ਔਰ ਜੇ ਪਿਤਾ ਸ਼ਕਤੀਸ਼ਾਲੀ ਹੈ ਤਾਂ ਬੱਚਾ ਕਮਜ਼ੋਰ ਕਿੱਦਾਂ ਹੋ ਸਕਦਾ? ਕਿਉਂਕਿ ਸ਼ਕਤੀਸ਼ਾਲੀ ਬਾਪ ਦੀ ਔਲਾਦ ਸ਼ਕਤੀਸ਼ਾਲੀ ਹੋ ਸਕਦੀ ਹੈ। ਇਹ ਕਈ ਵਾਰ ਕਹੀਦਾ ਨਾ ਕਿ ਸ਼ੇਰ ਦਾ ਬੱਚਾ ਹਮੇਸ਼ਾ ਸ਼ੇਰ ਹੀ ਹੁੰਦਾ ਹੈ, ਗਿੱਦੜ ਹੁੰਦਾ ਹੈ? ਕਦੀ ਹੋ ਦੇਖਿਆ ਤੁਸੀਂ ਕਿ ਸ਼ੇਰ ਦਾ ਬੱਚਾ ਹੋਵੇ ਤਾਂ ਉਹ ਡੱਡੂ ਹੋਵੇ, ਮਗਰਮੱਛ ਹੋਵੇ, ਗਿੱਦੜ ਹੋਵੇ? ਨਹੀਂ, ਸ਼ੇਰ ਹੀ ਹੁੰਦਾ ਹੈ। ਸਮਝਦੇ ਹੋ ਕਿ ਨਹੀਂ? ਫਿਰ ਤੁਸੀਂ ਕਿਹਦੇ ਬੱਚੇ ਹੋ? ਕਿਹਦੇ ਬੱਚੇ ਹੋ ਤੁਸੀਂ? ਜਵਾਬ ਦੇਣਾ ਸਾਨੂੰ। ਗੁਰਬਾਣੀ ਕੀ ਕਹਿੰਦੀ ਹੈ? ਏਕ ਪਿਤਾ। ਗੁਰਬਾਣੀ 'ਚ ਦੇਖੋ ਲਾਈਨ ਕਿੰਨੀ ਪਿਆਰੀ, ਗੁਰੂਆਂ ਨੇ ਇਹੀ ਸਾਡਾ ਭਰਮ ਦੂਰ ਕੀਤਾ। ਗੁਰੂਆਂ ਨੇ ਵੀ ਕਿ ਏਕ ਪਿਤਾ ਏਕਸ ਕੇ ਹਮ ਤਾਰਕ, ਕਿ ਸਾਡਾ ਪਿਤਾ ਇੱਕ ਹੈ, ਇੱਕੋ ਹੀ ਨੂਰ ਤੋਂ, ਇੱਕੋ ਹੀ ਸ਼ਕਤੀ ਤੋਂ, ਇੱਕੋ ਹੀ ਤਾਕਤ ਤੋਂ ਅਸੀਂ ਸਾਰੇ ਬਣੇ ਆ। ਤਾਂ ਜੇ ਉਸ ਤਾਕਤ ਤੋਂ ਬਣੇ ਆ, ਇੱਕੋ ਹੀ ਨੂਰ ਤੋਂ ਅਸੀਂ ਬਣੇ ਆ, ਤੇ ਅਸੀਂ ਕਮਜ਼ੋਰ ਕਿੱਦਾਂ ਹੋ ਸਕਦੇ? ਕਿੱਦਾਂ ਕਮਜ਼ੋਰ ਹੋ ਸਕਦੇ ਆ? ਸਮਝਦੇ ਹੋ ਕਿ ਨਹੀਂ? ਇਸ ਲਈ ਅਸੀਂ ਕਈ ਵਾਰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰੀਦੀ ਹੈ ਕਿ ਤੁਸੀਂ ਇਹ ਸਰੀਰ ਨੂੰ ਨਾ ਦੇਖੋ। ਸਰੀਰ ਸਾਡੇ ਅਲੱਗ-ਅਲੱਗ ਹੋ ਸਕਦੇ ਆ, ਰੂਪ ਰੰਗ ਸਾਡੇ ਅਲੱਗ-ਅਲੱਗ ਹੋ ਸਕਦੇ ਆ, ਕੱਦ ਕਾਠੀਆਂ ਸਾਡੀਆਂ ਅਲੱਗ-ਅਲੱਗ ਹੋ ਸਕਦੀਆਂ, ਪਰ ਨੂਰ ਸਾਡੇ ਸਭ ਦੇ ਅੰਦਰ ਇੱਕੋ ਦਾ ਹੀ ਹੈ। ਜਿੱਦਾਂ ਇੱਕ ਬਾਪ ਦੇ 4 ਬੱਚੇ ਹੋਣ ਨਾ, ਉਹਨਾਂ ਦਾ ਰੂਪ ਰੰਗ ਅਲੱਗ-ਅਲੱਗ ਹੋ ਸਕਦਾ ਹੈ, ਹਾਈਟ ਛੋਟੀ ਬੜੀ ਹੋ ਸਕਦੀ ਹੈ, ਸੁਭਾਅ ਹੋਰ ਹੋ ਸਕਦਾ ਹੈ, ਪਰ ਅੰਦਰ ਡੀਐਨਏ ਜਿਹੜਾ ਹੈ ਨਾ, ਉਹਦਾ ਸਾਰਿਆਂ ਦਾ ਇੱਕੋ ਹੀ ਪੇ ਦਾ ਹੋਏਗਾ, ਇੱਕੋ ਹੀ ਬਾਪ ਦਾ ਹੋਏਗਾ ਕਿ ਜਿੱਥੋਂ ਪੈਦਾ ਹੋਏ ਹੈ ਉਹਦਾ ਇੱਕੋ ਹੀ ਪੇ ਹੈ ਇਹਨਾਂ ਦਾ। ਹੁਣ ਜਦੋਂ ਅਸੀਂ ਇਹ ਚੀਜ਼ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹਾਂ, ਇਹ ਚੀਜ਼ ਤੇ ਯਕੀਨ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਅਸੀਂ ਆਪਣੇ ਮਾਲਿਕ ਦੇ ਬੱਚੇ ਹਾਂ, ਤਾਂ ਫਿਰ ਦੇਖੋ ਅਸੀਂ ਹਰ ਨਾਮੁਮਕਿਨ ਕੰਮ ਕਰਨ ਨੂੰ ਵੀ ਤਿਆਰ ਹੋ ਜਾਂਦੇ ਹਾਂ। ਕਿ ਐਸਾ ਕੀ ਹੈ, ਜਦ ਮੇਰਾ ਬਾਪ ਅਸਫਲ ਨਹੀਂ ਹੋ ਸਕਦਾ ਕਿਸੇ ਕੰਮ 'ਚ, ਤਾਂ ਮੈਂ ਕਿੱਦਾਂ ਹੋ ਸਕਦਾ? ਮੈਂ ਵੀ ਤਾਂ ਉਹਦੀ ਔਲਾਦ ਹਾਂ, ਮੈਂ ਵੀ ਤਾਂ ਉਹਦਾ ਬੱਚਾ ਹਾਂ। ਇਸ ਲਈ ਆਪਣੇ ਆਪ ਨੂੰ ਅੱਜ ਤੋਂ ਕਮਜ਼ੋਰ ਸਮਝਣਾ ਬੰਦ ਕਰੋ। ਔਰ ਕੀ ਕਹਿਣਾ ਹੈ? ਮੈਂ ਇੱਕ ਸ਼ਕਤੀਸ਼ਾਲੀ, ਕਹਿ ਕੇ ਦਿਖਾਓ ਫਿਰ। ਮੈਂ ਇੱਕ ਸ਼ਕਤੀਸ਼ਾਲੀ, ਮੈਂ ਇੱਕ ਸ਼ਕਤੀਸ਼ਾਲੀ, ਮੈਂ ਇੱਕ ਸ਼ਕਤੀਸ਼ਾਲੀ। ਕਿਉਂਕਿ ਆਤਮਾ ਦੀ ਗੱਲ ਜਦੋਂ ਆਉਂਦੀ ਹੈ ਨਾ, ਤਾਂ ਆਤਮਾ ਹੀ ਪਰਮਾਤਮਾ ਨਾਲ ਜੁੜੀ ਹੋਈ ਹੈ। ਇਹ ਸਰੀਰ ਤਾਂ ਜਿੱਦਾਂ ਦੱਸੀਦਾ ਨਾ, ਮਿੱਟੀ ਹੈ ਤੇ ਮਿੱਟੀ ਰਹਿਣਾ। ਫਿਰ ਕਾਦੀ ਬੱਲੇ ਬੱਲੇ, ਅੱਜ ਮਿੱਟੀ ਦੇ ਉੱਪਰ ਬੈਠਾ, ਕੱਲ ਮਿੱਟੀ ਦੇ ਥੱਲੇ। ਕਹਿੰਦੇ ਮਿੱਟੀ ਹੈ ਤੂੰ, ਮਿੱਟੀ ਰਹਿਣਾ ਆ। ਮਿੱਟੀ ਤੋਂ ਪੈਦਾ ਹੋਏ, ਸਰੀਰ ਦੀ ਗੱਲ ਹੋ ਰਹੀ, ਆਤਮਾ ਦੀ ਗੱਲ ਨਹੀਂ ਹੋ ਰਹੀ, ਕਿਉਂਕਿ ਆਤਮਾ ਤਾਂ ਉਹਦੇ ਨੂਰ ਤੋਂ ਪੈਦਾ ਹੋਈ ਹੈ। ਜਿੱਦਾਂ ਇੱਕ ਸੂਫੀ ਸ਼ਾਇਰ ਨੇ ਬੜਾ ਪਿਆਰਾ ਲਿਖਿਆ ਹੈ ਕਿ ਆਦਮ में जब तक दम ना था, ਆਦਮ ਇਹ ਕਹਿੰਦੇ ਆਦਮੀ ਨੂੰ, ਇਨਸਾਨ ਨੂੰ ਕਹਿੰਦੇ ਨਾ, ਸਭ ਤੋਂ ਪਹਿਲਾਂ ਪਰਮਾਤਮਾ ਨੇ ਕਿਹਨੂੰ ਬਣਾਇਆ? ਆਦਮ ਨੂੰ। ਫਿਰ ਜਰਾ ਗੌਰ ਕਰਨਾ, ਆਦਮ ਔਰ ਹਵਾ, ਜਾਂ ਬਾਈਬਲ ਅੰਦਰ ਦਾ ਐਡਮ ਔਰ ਈਵ। ਹੁਣ ਗੱਲ ਆਦਮ ਦੀ ਹੋ ਰਹੀ ਹੈ ਕਿ ਆਦਮ में, ਕਿਉਂਕਿ ਪਹਿਲਾਂ ਪਰਮਾਤਮਾ ਨੇ ਮਿੱਟੀ ਦਾ ਪੁਤਲਾ ਬਣਾਇਆ ਆਦਮ ਦਾ, ਜੋ ਕਿ ਕੁਰਾਨ ਵਿੱਚ ਆਂਦਾ ਹੈ ਜਾਂ ਬਾਈਬਲ ਵਿੱਚ ਆਂਦਾ ਹੈ। ਫਿਰ ਉਹ ਪੁਤਲੇ ਨੂੰ, ਮਿੱਟੀ ਦੇ ਪੁਤਲੇ ਨੂੰ ਬਣਾ ਕੇ ਪਰਮਾਤਮਾ ਨੇ ਉਹਦੇ ਅੰਦਰ ਆਪਣੀ ਰੂਹ ਫੂਕੀ, ਆਪਣਾ ਨੂਰ ਪਾਇਆ। ਫਿਰ ਉਹ ਹਰਕਤ ਵਿੱਚ ਆ ਗਿਆ, ਯਾਨੀ ਫਿਰ ਉਹ ਹਿੱਲਣ ਡੁੱਲਣ ਲੱਗਾ, ਨਹੀਂ ਤਾਂ ਪਹਿਲਾਂ ਮਿੱਟੀ ਸੀ। ਹੁਣ ਕਹਿੰਦੇ ਜਿਹੜਾ ਰੱਬ ਨੇ ਆਦਮ ਦੇ ਅੰਦਰ ਆਪਣਾ ਨੂਰ ਪਾਇਆ ਨਾ, ਉਹਨੂੰ ਦਮ ਕਿਹਾ ਜਾਂਦਾ ਹੈ, ਕਿ ਰੱਬ ਨੇ ਆਪਣਾ ਦਮ ਉਹਦੇ ਅੰਦਰ ਪਾਇਆ। ਦਮ ਕਿਹਨੂੰ ਕਹਿੰਦੇ ਆ? ਸਾਡੇ ਸਾਹਾਂ ਨੂੰ। ਇਹ એનર્ਜੀ ਹੈ ਇੱਕ। ਇਸ ਲਈ ਤੁਸੀਂ ਦੇਖੋਗੇ ਕਿ ਯੋਗੀ ਰਿਸ਼ੀ ਮੁਨੀ ਇਹ ਸਵਾਸਾਂ ਨੂੰ ਪ੍ਰਾਣਾਯਾਮ ਕਹਿੰਦੇ ਆ, ਪ੍ਰਾਣ ਕਹਿੰਦੇ ਆ। ਪ੍ਰਾਣ ਦਾ ਮਤਲਬ ਕੀ ਹੁੰਦਾ? ਇੱਕ એનર્ਜੀ ਜੋ ਸਾਡੇ ਸਰੀਰ ਨੂੰ ਚਲਾ ਰਹੀ ਹੈ। ਹੁਣ ਇਹ ਦਮ ਰੱਬ ਨੇ ਸਾਡੇ ਅੰਦਰ ਫੂਕਿਆ ਯਾਨੀ ਇਹ ਦਮ ਸਾਡੇ ਅੰਦਰ ਪਾਇਆ। ਤਾਂ ਹੀ ਤਾਂ ਤੁਸੀਂ ਦੇਖਦੇ ਹੋ ਕਿ ਜਦੋਂ ਬੰਦੇ ਦਾ ਦਮ ਨਿਕਲ ਗਿਆ ਤਾਂ ਬੰਦਾ ਮਿੱਟੀ ਹੋ ਜਾਂਦਾ ਹੈ। ਦਮ ਯਾਨੀ ਸਾਹ ਗਏ ਤਾਂ ਕੀ ਹੋ ਗਿਆ? ਬੰਦਾ ਮਿੱਟੀ। ਸਾਹ ਚੱਲ ਰਹੇ ਹੈ ਤਾਂ ਬੰਦਾ ਹੈ। ਇਨਸਾਨ ਦੀ ਕੀਮਤ ਹੈ, ਜਦੋਂ ਸਾਹ ਰੁਕ ਗਏ ਤਾਂ ਫੇ ਮਿੱਟੀ। ਹੁਣ ਸਾਹਾਂ ਨੂੰ ਦਮ ਕਿਹਾ ਜਾਂਦਾ ਹੈ। ਤਾਂ ਹੀ ਤਾਂ ਕਹਿੰਦੇ ਦਮ ਦਮ ਸੱਜਣਾ ਦਾ ਨਾਂ ਨਿਕਲੇ, ਉਹੀ ਅਸਲ ਇਬਾਦਤ ਹੁੰਦੀ ਏ। ਮੁਖ ਤੱਕਣਾ ਯਾਰ ਪਿਆਰੇ ਦਾ, ਆਸ਼ਿਕ ਦੀ ਤਿਲਾਵਤ ਹੁੰਦੀ ਏ। ਇਸ ਲਈ ਕਿਹਾ ਜਾਂਦਾ ਹੈ ਜਿਹੜੇ ਆਸ਼ਿਕ ਹੁੰਦੇ ਨਾ, ਉਹ ਤਾਂ ਹਰ ਦਮ ਦੇ ਨਾਲ ਆਪਣੇ ਯਾਰ ਨੂੰ ਯਾਦ ਕਰਦੇ ਐ। ਇੱਕ ਦਮ ਵੀ ਉਹ ਆਪਣੇ ਯਾਰ ਨੂੰ ਭੁੱਲਦੇ ਨਹੀਂ ਐ। ਉਹਨਾਂ ਦੇ ਅੰਦਰ ਇਸ਼ਕ ਹੀ ਇਦਾਂ ਦਾ ਹੁੰਦਾ ਹੈ। ਹੁਣ ਇੱਥੇ ਦੱਸਿਆ ਹੈ ਕਿ ਆਦਮ में जब तक दम ना था वो खाक था आदम ना था। ਕਿ ਜਦੋਂ ਤੱਕ ਆਦਮ ਦੇ ਅੰਦਰ, ਆਦਮੀ ਦੇ ਅੰਦਰ ਦਮ ਨਹੀਂ ਸੀ, ਪ੍ਰਾਣ ਨਹੀਂ ਸੀ, ਉਦੋਂ ਤੱਕ ਉਹ ਮਿੱਟੀ ਸੀ, ਆਦਮੀ ਨਹੀਂ ਸੀ। ਕਿਉਂਕਿ ਰੱਬ ਨੇ ਮਿੱਟੀ ਦਾ ਪੁਤਲਾ ਬਣਾਇਆ। जरा ध्यान देने वाली गल है कि लफ्ज समझना कि आदम में जब तक दम ना था वो खाक था, आदम ना था, आदम में आके दम हुआ, फिर खाक से आदम हुआ। कि जदों आदम दे अंदर दम आ गया फिर वो मिट्टी नहीं रहा, फिर मिट्टी तो आदम बन गया, आदमी बन गया। आदम में जब तक दम ना था वो खाक था, आदम ना था,
आदम में आके दम हुआ, फिर खाक से आदम हुआ। ये भेद सारा दम का है और ये दम उसी हम दम का है। कहते भेद ही सारा दम का है, श्वासां का है। शरीर मिट्टी का है पर जेड़ा अंदर दम है ना, ये रूह है, आत्मा है, ये वो यार दी है। समझदे हो किहदी है? वो परमात्मा दी, वो प्रभु दी। हुण जदों तक असीं शरीर अपने आप नूं समझी बैठांगे उदों तक असीं दुखी रवांगे, क्योंकि शरीर दा अंत है। पर जदों असीं जान लवांगे मैं शरीर नहीं है, मैं ओदे नूर तो बनिया, वो आत्मा हाँ जो ओदे नूर तो बनी है। जदों असीं ओ रूप नूं, ओ सच्चाई नूं अपने अंदर पहचान लवांगे तो आत्मा अमर है। ओनू ना कोई अस्त्र कट सकता, ना शस्त्र, ना अग्नि साड़ सकती, ना पानी डुबो सकता है। बस उस वेले इंसान दे सारे भय, सारे भरम, सारे भुलेखे ही दूर हो जाते। समझते हो कि नहीं? इसलिए तुसी अपने आप नूं की समझते हो? ताही तुहानू क्या शरीर ना समझो, बल्कि समझना शुरू करो मैं एक शक्तिशाली, कि मैं एक आत्मा हाँ। क्योंकि आत्मा कहते ही साडा कनैक्शन परमात्मा नाल जुड़ जाता है। ताही तां फिर एक बार दसांगे कि जदों बंदा मरदा उहदे अंदरों निकलदा की है। ਉਹਦੇ ਗੁਰਦੇ ਨਿਕਲਦੇ ਆ, ਉਹਦਾ ਦਿਲ ਨਿਕਲਦਾ ਹੈ, ਉਹਦਾ ਦਿਮਾਗ ਨਿਕਲਦਾ, ਅੱਖਾਂ ਨਿਕਲਦੀਆਂ, ਕੰਨ ਨਿਕਲਦੇ, ਨਿਕਲਦਾ ਕੀ ਹੈ ਜਿਹੜਾ ਨੂੰ ਮੁਰਦਾ ਕਿਹਾ ਜਾਂਦਾ ਹੈ? ਸਰੀਰ ਪੂਰਾ ਹੀ ਇੱਥੇ ਹੁੰਦਾ ਹੈ, ਬਸ ਨਿਕਲਦੀ ਹੈ ਉਹਦੀ ਆਤਮਾ। ਆਤਮਾ ਨਿਕਲਦਿਆਂ ਹੀ ਸਭ ਕੁਝ ਮਿੱਟੀ ਹੋ ਗਿਆ। ਫਿਰ ਨਾ ਅੱਖਾਂ ਕਿਸੇ ਕੰਮ ਦੀਆਂ, ਨਾ ਗੁਰਦੇ ਕਿਸੇ ਕੰਮ ਦੇ, ਨਾ ਹਾਰਟ ਕਿਸੇ ਕੰਮ ਦਾ। ਤਾਂ ਹੀ ਤਾਂ ਫਿਰ ਬੰਦੇ ਨੂੰ ਦਫਨਾ ਦਿੱਤਾ ਜਾਂਦਾ ਹੈ ਜਾਂ ਸਾੜ ਦਿੱਤਾ ਜਾਂਦਾ ਹੈ। ਪਤਾ ਹੈ ਕਿਹੜੀ ਚੀਜ਼ ਸਾੜੀ ਜਾਂਦੀ ਹੈ ਜਿਹੜੀ ਸਾਡੇ ਕੰਮ ਦੀ ਨਾ ਹੋਵੇ? ਕਹਿੰਦੇ ਅੱਗ 'ਚ ਪਾ ਦਿਓ, ਕੂੜਾ ਹੈ, ਸਾੜ ਦਿਓ। ਹੁਣ ਇਹੀ ਚੀਜ਼ ਸਮਝਣੀ ਹੈ, ਜਿਹੜੀ ਚੀਜ਼ ਮਿਟਣ ਵਾਲੀ ਹੈ, ਸੜਨ ਵਾਲੀ ਹੈ, ਅਸੀਂ ਉਹ ਆਪਣੇ ਆਪ ਨੂੰ ਮੰਨ ਕੇ ਬੈਠੇ ਆ। ਤਾਂ ਜਿਹੜੀ ਚੀਜ਼ ਸ਼ਕਤੀਸ਼ਾਲੀ ਹੈ, ਨੂਰ ਹੈ, ਪਰਮਾਤਮਾ ਹੈ, ਅਸੀਂ ਉਹ ਕਿਉਂ ਨਹੀਂ ਮੰਨਦੇ ਕਿ ਮੈਂ ਸ਼ਕਤੀਸ਼ਾਲੀ ਆਤਮਾ ਹਾਂ? ਹੁਣ ਇਹ ਉਹੀ ਗੱਲ ਹੋ ਗਈ ਜਿੱਦਾਂ ਕਈ ਵਾਰ ਕਹੀਦਾ ਨਾ ਕਿ ਹੈਗੇ ਅਸੀਂ ਸ਼ੇਰ ਦੇ ਬੱਚੇ, ਪਰ ਸਮਝੀ ਜਾਂਦੇ ਆਪਣੇ ਆਪ ਨੂੰ ਬਿੱਲੀ ਦੇ ਜਾਂ ਗਿੱਦੜ ਦੇ ਬੱਚੇ, ਕਿ ਮੈਂ ਗਿੱਦੜ। ਜਰਾ ਗੌਰ ਕਰਨਾ, ਹੈਗੇ ਅਸੀਂ ਆਤਮਾ ਆ, क्योंकि वही बोल रही है, वही देख रही है, वही सुन रही है, पर मन के की बैठे हैं मैं तो शरीर है मिट्टी का। मानते हैं कि नहीं? इसलिए अज तो उस शक्ति नूं पहचानो अपने अंदर, क्योंकि इहनूं कहंदे ज्ञान दी गंढ नूं खोलना, कि तुसी अनकंप्लीट नहीं हो, तुसी कंप्लीट हो। अपने आप ते विश्वास करो कि मैनू मेरे मालिक ने बनाया है, और जिहड़ी चीज़ मेरा मालिक, मेरा रब बनांदा, वो कदी अधूरी हो ही नहीं सकती। क्योंकि जे मेरा मालिक पूरा है तो ਉਹਦੀ ਰਹਿਮਤ ਵੀ ਪੂਰੀ ਹੈ, ਫਿਰ ਮੈਂ ਵੀ ਪੂਰਾ ਹਾਂ। ਸਮਝਦੇ ਹੋ ਕਿ ਨਹੀਂ? ਜਿੱਦਾਂ ਹੀ ਤੁਹਾਡੀ ਸੋਚ ਬਦਲਦੀ ਹੈ, ਤੁਸੀਂ ਨਾਮੁਮਕਿਨ ਨੂੰ ਵੀ ਮੁਮਕਿਨ ਕਰ ਸਕਦੇ ਹੋ। ਜਿਹੜਾ ਕੰਮ ਅਜੇ ਤੱਕ ਨਹੀਂ ਵੀ ਹੋਇਆ, ਜਦੋਂ ਹਿੰਮਤ ਨਾਲ ਉਸ ਦੀ ਤਰਫ ਕਦਮ ਵਧਾਉਂਦੇ ਹੋ ਨਾ, ਤਾਂ ਕੰਮ ਵੀ ਆਸਾਨੀ ਨਾਲ ਹੋਣੇ ਸ਼ੁਰੂ ਹੋ ਜਾਂਦੇ ਆ। ਕਿਉਂਕਿ ਹੁਣ ਤੁਹਾਡੇ ਅੰਦਰ ਇੱਕ ਵਿਸ਼ਵਾਸ ਪੈਦਾ ਹੋ ਗਿਆ ਹੈ ਕਿ ਮੇਰਾ ਮਾਲਿਕ ਮੇਰੇ ਮਾਲਿਕ ਮੇਰੇ ਤਾਂ ਜੇ ਮਾਲਿਕ ਮੇਰੇ ਨਾਲ ਹੈ ਤਾਂ ਸੰਭਵ ਕੁਛ ਵੀ ਨਹੀਂ ਹੈ। ਸਮਝ ਰਹੇ ਹੋ ਕਿ ਨਹੀਂ ਤੁਸੀਂ? ਇਸੇ ਲਈ ਤਾਂ ਇੱਕ ਹੋਰ ਸ਼ਬਦ ਅੰਦਰ ਸੰਤ ਕਬੀਰ ਜੀ ਬੜੀ ਪਿਆਰੀ ਗੱਲ ਕਹਿੰਦੇ ਹੈ। ਕਬੀਰ ਸਾਹਿਬ ਕੀ ਕਹਿੰਦੇ ਹੈ ਕਿ ਕਬੀਰਾ ਆਤਮ ਗਿਆਨ ਬਿਨ ਪ੍ਰਾਣੀ ਪਸ਼ੂ ਸਮਾਨ, ਤਾਂ ਸੇ ਤੋ ਪੰਛੀ ਭਲੇ ਜੋ ਸਿਮਰੇ ਭਗਵਾਨ। ਉਹ ਕਹਿੰਦੇ ਜੇ ਤੈਨੂੰ ਆਪਣੀ ਆਤਮਾ ਦਾ ਹੀ ਗਿਆਨ ਹੈ ਨਹੀਂ, ਆਪਣੇ ਆਪ ਦਾ ਹੀ ਗਿਆਨ ਹੈ ਨਹੀਂ, ਆਪਣੇ ਆਪ ਦੀ ਸਮਝ ਹੈ ਨਹੀਂ, ਤਾਂ ਤੇਚੇ ਔਰ ਪਸ਼ੂ 'ਚ ਫਿਰ ਕੋਈ ਫਰਕ ਨਹੀਂ ਹੈ। ਸਮਝਦੇ ਹੋ ਕਿ ਨਹੀਂ ਤੁਸੀਂ? क्योंकि ਜਿਹੜਾ कुत्ता है ना, जरा गौर करो, कुत्ते ने हमेशा कुत्ता ही रहना है, चाहे जो मर्जी कर लो तुसीं। वो तो अगे नहीं जा सकता, वो तो पिछे नहीं जा सकता। पर इंसान जिहड़ा है ना, इंसान तो थल्ले भी गिर सकता है, तो इंसानियत तो ऊपर भी उठ सकता है। क्योंकि इंसान को ऑप्शन है, एक इंसान भगवान भी हो सकता है, तो इंसान शैतान भी हो सकता है। क्योंकि ये भगवान और शैतान में फर्क की है? करनी का फर्क। काहदा फर्क है? करनी का। जिद्दां आपां कहंदे ना अग विच और बर्फ विच फर्क की है? बर्फ ठंडक दिंदी है और अग गर्मी दिंदी, यही फर्क है ना। जरा समझना सारिਆਂ ने। इसी तरह शैतान दी करनी, जिहड़ा इंसान शैतान है, ਉਹਦੀ करनी ऐसी है जो दूजिਆਂ ਨੂੰ तकलीफ देण वाली है, दूजिਆਂ ਨੂੰ दुख देण वाली है, दूजिਆਂ ਨੂੰ पीड़ा देण वाली है। ਤਾਂ ਜਿਹੜੀ ਭਗਵਾਨ ਦੀ ਕਰਨੀ ਹੈ, ਪਰਮਾਤਮਾ ਦੀ ਕਰਨੀ ਹੈ, ਪ੍ਰਭੂ ਦੀ ਕਰਨੀ ਹੈ, ਉਹ ਐਸੀ ਕਰਨੀ ਹੈ ਜੋ ਦੂਜਿਆਂ ਨੂੰ ਦੱਸ ਦਿਓ ਹੁਣ ਖੁਸ਼ੀ ਦੇਣ ਵਾਲੀ ਹੈ, ਦੂਜਿਆਂ ਨੂੰ ਆਨੰਦ ਦੇਣ ਵਾਲੀ ਹੈ। ਜ਼ਰਾ ਸਮਝਣਾ, ਹੁਣ ਤੁਹਾਡੀ ਕਰਨੀ ਕੈਸੀ ਹੈ? ਤੁਹਾਡੀ ਕਰਨੀ
कैसी है, शैतान वाली है या भगवान वाली है, ये थोड़ा चेक करना तुसीं। इसलिए समझो कि ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ, ਉਹ ਤਾਂ ਹਰ ਚੀਜ਼ ਤੋਂ ਇੱਕ ਸਿੱਖਿਆ ਲੈਂਦੇ ਆ, ਇੱਕ ਇਸ਼ਾਰਾ ਲੈਂਦੇ ਆ, ਔਰ ਉਹ ਇਸ਼ਾਰੇ ਹੀ ਉਹਨਾਂ ਦੇ ਜੀਵਨ ਨੂੰ ਬਦਲ ਕੇ ਰੱਖ ਦਿੰਦੇ ਆ। ਤੇਰਾ ਸਮਝਣਾ ਸਾਰਿਆਂ ਨੇ। ਇਸ ਲਈ ਤੁਸੀਂ ਵੀ ਇਹ ਇਸ਼ਾਰਿਆਂ ਨੂੰ ਸਮਝੋ ਕਿ ਤੁਸੀਂ ਅੱਛੀ ਕਰਨੀ ਕਰਕੇ ਭਗਵਾਨ ਵੀ ਹੋ ਸਕਦੇ ਹੋ, ਤਾਂ ਬੁਰੀ ਕਰਨੀ ਕਰਕੇ ਸ਼ੈਤਾਨ ਵੀ ਹੋ ਸਕਦੇ ਹੋ। ਤੁਸੀਂ ਆਪਣੇ ਆਪ ਨੂੰ ਜਾਣ ਕੇ, ਆਪਣੇ ਅੰਦਰ ਛੁਪੀ ਹੋਈ ਸ਼ਕਤੀ ਨੂੰ ਜਾਣ ਕੇ ਪਰਮਾਤਮਾ ਵੀ ਹੋ ਸਕਦੇ ਹੋ, ਤਾਂ ਉਹਨੂੰ ਭੁਲਾ ਕੇ ਸਧਾਰਨ ਇਨਸਾਨ ਵੀ ਹੋ ਸਕਦੇ ਹੋ। ਇਸ ਲਈ ਕਬੀਰ ਸਾਹਿਬ ਨੇ ਕਿਹਾ ਹੈ ਕਿ ਕਬੀਰਾ ਆਤਮ ਗਿਆਨ ਵਿਨ, ਕਿਉਂਕਿ ਇੱਥੇ ਆਤਮ ਗਿਆਨ ਦੀ ਗੱਲ ਕੀਤੀ, ਉਹਨਾਂ ਨੇ ਕੋਈ ਬਾਹਰੀ ਗਿਆਨਾਂ ਦੀ ਗੱਲ ਨਹੀਂ ਕੀਤੀ ਕਿ ਤੂੰ ਫਲਾਨਾ ਵੇਦ ਪੜ੍ਹ, ਫਲਾਨਾ ਸ਼ਾਸਤਰ ਪੜ੍ਹ, ਫਲਾਨੀ ਕਿਤਾਬ ਪੜ੍ਹ, ਨਹੀਂ। ਉਹਨਾਂ ਨੇ ਕਾਹਦੀ ਗੱਲ ਕੀਤੀ? ਆਤਮ ਗਿਆਨ ਦੀ, ਕਿ ਆਪਣੇ ਆਤਮਾ ਦੇ ਅੰਦਰ ਝਾਤੀ ਮਾਰ, ਆਪਣੇ ਅੰਦਰ ਦੇਖ। ਸਰੀਰ ਦੇ ਵੀ ਅੰਦਰ ਹੈ ਉਹ ਪਾਵਰਫੁਲ, ਉਹ ਸ਼ਕਤੀਸ਼ਾਲੀ ਆਤਮਾ। ਜਦੋਂ ਤੈਨੂੰ ਉਹਦੀ ਸੋਝੀ ਹੋ ਜਾਂਦੀ ਹੈ ਤਾਂ ਫਿਰ ਤੂੰ ਇਨਸਾਨ ਨਹੀਂ ਰਹਿੰਦਾ। ਪਰ ਉਹ ਸਮਝਦੇ ਹੋ ਕਿ ਨਹੀਂ? ਹੁਣ ਅਸੀਂ ਜਰਾ ਗੌਰ ਕਰੀਏ ਕਿ ਮਹਾਤਮਾ ਬੁੱਧ ਹੋ ਗਏ ਜਾਂ ਸ਼੍ਰੀ ਕ੍ਰਿਸ਼ਨ ਹੋ ਗਏ ਜਾਂ ਹੋਰ ਇੰਨੇ ਸੰਤ ਮਹਾਪੁਰਸ਼ ਹੋਏ ਹੈ, ਉਹਨਾਂ ਨੂੰ ਇੰਨੀ ਉੱਚੀ ਪਦਵੀ ਤੇ ਕਿਉਂ ਬਿਠਾਇਆ? ਕਿਉਂਕਿ ਉਹਨਾਂ ਨੇ ਆਪਣੀ ਆਤਮਾ ਨੂੰ ਜਾਣ ਲਿਆ ਕਿ ਸਾਡੇ ਅੰਦਰ ਕਿਹੜੀ ਸ਼ਕਤੀਸ਼ਾਲੀ ਤਾਕਤ ਬੈਠੀ ਹੈ। ਫਰਕ ਕੀ ਹੈ ਉਹਨਾਂ ਅੰਦਰ ਔਰ ਆਮ ਇਨਸਾਨ ਅੰਦਰ? ਕਿਉਂਕਿ ਇਨਸਾਨ ਨੇ ਹਲੇ ਆਪਣੇ ਅੰਦਰਲੀ ਸ਼ਕਤੀ ਨੂੰ ਸਮਝਿਆ ਨਹੀਂ, ਤਾਂ ਉਹਨਾਂ ਨੇ ਧਿਆਨ ਦੇ ਜ਼ਰੀਏ, ਮੈਡੀਟੇਸ਼ਨ ਦੇ ਜ਼ਰੀਏ ਜਾਂ ਗੁਰੂ ਰਹਿਬਰਾਂ ਦੀ ਸੋਬਤ ਵਿੱਚ ਬਹਿ ਕੇ, ਉਹਨਾਂ ਦੀ ਸੰਗਤ ਦੇ ਜ਼ਰੀਏ ਉਹ ਯੁਕਤੀ ਲੈ ਲਈ ਕਿ ਉਹਨਾਂ ਨੂੰ ਆਪਣੇ ਆਪ ਦਾ ਗਿਆਨ ਹੋ ਗਿਆ। ਤਾਂ ਫਿਰ ਕਿਹੜੀ ਮੰਜ਼ਿਲ ਤੇ ਪਹੁੰਚ ਗਏ ਹੋ? ਸਮਝਦੇ ਹੋ ਕਿ ਨਹੀਂ? ਤਾਂ ਹੀ ਤਾਂ ਕਿਹਾ ਜਾਂਦਾ ਨਾ ਕਿ ਗਾਜਰ ਹੁੰਦੀ ਹੈ, ਇੱਕ ਗਾਜਰ ਹੁੰਦੀ ਹੈ, ਉਹਨੂੰ ਕੱਟ ਕੇ ਉੱਤੇ ਨਮਕ ਮਿਰਚ ਮਸਾਲੇ ਜੇ ਪਾ ਕੇ ਛੱਡ ਦਿਓ ਉਹਨੂੰ ਕੁਝ ਦਿਨਾਂ ਵਾਸਤੇ, ਉਹਦਾ ਕੀ ਬਣ ਜਾਂਦਾ ਹੈ? ਸਿਰਕਾ ਪਾ ਦਿਓ, ਕੀ ਬਣ ਗਿਆ? ਅਚਾਰ। ਔਰ ਗਾਜਰ ਉਹੀ ਹੈ, ਉਹਨੂੰ ਕੱਟ ਕੇ ਖੰਡ ਦੀ ਚਾਸਨੀ ਦੇ ਵਿੱਚ ਉਹਨੂੰ ਡੁਬੋ ਕੇ ਰੱਖ ਦਿਓ, ਕੁਝ ਦਿਨਾਂ ਬਾਅਦ ਉਹਦਾ ਕੀ ਬਣ ਜਾਂਦਾ ਹੈ? ਜਵਾਬ ਦਿਓ। ਗਾਜਰ ਉਹੀ ਹੈ, ਕੱਟੀ, ਲੂਣ ਮਿਰਚ ਮਸਾਲੇ ਲਾ ਕੇ ਤੇਲ 'ਚ ਪਾ ਕੇ ਜਾਂ ਸਿਰਕੇ 'ਚ ਪਾ ਕੇ ਰੱਖ ਦਿੱਤਾ ਤਾਂ ਬਣ ਗਿਆ ਅਚਾਰ। ਔਰ ਗਾਜਰ ਉਹੀ ਹੈ, ਕੱਟ ਕੇ ਉਹਨੂੰ ਖੰਡ ਦੀ ਚੌਸਨੀ ਵਿੱਚ ਛੱਡ ਦਿਓ ਤਾਂ ਬਣ ਗਿਆ ਮੁਰੱਬਾ। ਚੀਜ਼ ਉਹੀ ਹੈ, ਪਰ ਜਿੱਦਾਂ ਦੀ ਸੰਗਤ ਮਿਲਦੀ ਹੈ ਅਸਰ ਉਦਾਂ ਦਾ ਦੇਣਾ ਸ਼ੁਰੂ ਕਰ ਦਿੰਦੀ ਹੈ। ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਵੀ ਆਪਣੇ ਆਪ ਨੂੰ ਸਮਝੋ ਕਿ ਤੁਹਾਡਾ ਵੀ ਸਰੀਰ ਉਹੀ ਹੈ, ਪਰ ਜਿੱਦਾਂ ਦੀ ਸੋਬਤ, ਜਿੱਦਾਂ ਦੀ ਸੰਗਤ ਤੁਹਾਨੂੰ ਮਿਲਣੀ ਸ਼ੁਰੂ ਹੋ ਜਾਣੀ ਹੈ, ਤੁਹਾਡੇ ਜੀਵਨ 'ਚ ਵੈਸਾ ਹੀ ਅਸਰ ਆਂਦਾ ਚਲਾ ਜਾਣਾ ਹੈ। ਇਸ ਲਈ ਅਸੀਂ ਤੁਹਾਨੂੰ ਇਹ ਕਵਾਂਗੇ ਕਿ ਜਿੱਦਾਂ ਦੱਸਿਆ, ਕਰਨੀ ਇਨਸਾਨ ਨੂੰ ਸ਼ੈਤਾਨ ਵੀ ਬਣਾਉਂਦੀ, ਤਾਂ ਕਰਨੀ ਇਨਸਾਨ ਨੂੰ ਭਗਵਾਨ ਵੀ ਬਣਾਉਂਦੀ ਹੈ। ਇਸ ਲਈ ਕਰਨੀ ਸਾਡੀ ਅੱਛੀ ਹੋਣੀ ਚਾਹੀਦੀ ਹੈ, ਲਕਸ਼ ਸਾਡਾ ਅੱਛਾ ਹੋਣਾ ਚਾਹੀਦਾ ਹੈ। ਸਿਰਫ ਬੰਦਾ ਇਹ ਨਾ ਕੋਈ ਮੈਂ ਦਿਨ ਰਾਤ ਕੰਮ ਕਰਦਾ ਹਾਂ, ਮੈਂ ਦਿਨ ਰਾਤ ਕਈ ਕਹਿੰਦੇ ਨਾ ਮੈਂ ਦਿਨ ਰਾਤ ਕੰਮ ਕਰਦਾ ਹਾਂ, ਉਹ ਦਿਨ ਰਾਤ ਮਿਹਨਤ ਕਰਨ ਨਾਲ ਕੋਈ ਗੱਲ ਹੀ ਬਣਦੀ, ਸਾਡਾ ਲਕਸ਼ ਅੱਛਾ ਨਾ ਹੋਵੇ। ਹੁਣ ਦਿਨ ਰਾਤ ਮਿਹਨਤ ਤਾਂ ਦੀਮਕ ਵੀ ਕਰਦੀ ਹੈ, ਪਰ ਉਹਦਾ ਲਕਸ਼ ਕੀ ਹੁੰਦਾ ਹੈ? ਘਰ ਨੂੰ ਉਜਾੜਨ ਦਾ, ਘਰ ਨੂੰ ਬਰਬਾਦ ਕਰਨ ਦਾ, ਨਾ ਕਿ ਘਰ ਨੂੰ ਬਣਾਉਣ ਦਾ। ਦੀਮਕ ਦੇਖਿਆ ਨਾ ਤੁਸੀਂ, ਦਿਨ ਰਾਤ ਲੱਕੜ ਨੂੰ ਚਰ 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 ਖਾਂਦੀ ਰਹੇਗੀ, ਪਰ ਉਹਦਾ ਲਕਸ਼ ਕੀ ਹੈ? ਕੰਮ ਤਾਂ ਉਹ ਵੀ ਦਿਨ ਰਾਤ ਕਰਦੀ ਹੈ ਦੀਮਕ, ਪਰ ਉਹਦਾ ਕੰਮ ਹੁੰਦਾ ਆ ਪੇੜ ਨੂੰ ਜਾਂ ਲੱਕੜ ਨੂੰ ਅੰਦਰੋਂ ਖੋਖਲਾ ਕਰ ਦੇਣਾ, ਤਬਾਹ ਕਰ ਦੇਣਾ ਇਹਨੂੰ। ਜ਼ਰਾ ਹੁਣ ਗੌਰ ਕਰਨ ਵਾਲੀ ਗੱਲ ਹੈ। ਦੱਸਣਾ ਕੀ ਚਾਹੁੰਦੇ ਹਾਂ ਅਸੀਂ? ਕਿ ਸਿਰਫ ਕੰਮ ਹੀ ਨਾ ਕਰੋ, ਬਲਕਿ ਆਪਣੇ ਲਕਸ਼ ਨੂੰ, ਆਪਣੀ ਕਰਨੀ ਨੂੰ ਅੱਛਾ ਕਰੀਏ ਕਿ ਮੇਰਾ ਲਕਸ਼ ਅੱਛਾ ਹੈ। ਫਿਰ ਅੱਛਾਈ ਦੇ ਮਾਰਗ ਤੇ ਚਲਦਿਆਂ ਚਲਦਿਆਂ ਤੁਸੀਂ ਉਹਦਾ ਹੀ ਰੂਪ ਹੋ ਜਾਓਗੇ, ਕਿਉਂਕਿ ਅੱਛਾ ਕਰਨਾ ਹੀ ਤਾਂ ਪ੍ਰਮਾਤਮਾ ਦਾ, ਦੱਸ ਦਿਓ, ਕੰਮ ਹੈ। ਅੱਛਾ ਕਰਨਾ ਹੀ ਤਾਂ ਪ੍ਰਭੂ ਦਾ ਕੰਮ ਹੈ। ਔਰ ਜਦੋਂ ਤੁਸੀਂ ਵੀ ਅੱਛਾਈ ਕਰਨੀ ਸ਼ੁਰੂ ਕਰ ਦਿੱਤੀ ਤਾਂ ਫਿਰ ਤੁਹਾਡੀ ਤਾਂ ਉਹ 'ਚ ਫਰਕ ਹੀ ਰਹਿ ਗਿਆ। ਜਰਾ ਸੋਚ ਕੇ ਦੇਖੋ ਤੁਸੀਂ। ਇਸ ਲਈ ਜਿਹੜੇ ਰੱਬ ਦੇ ਆਸ਼ਿਕ ਹੁੰਦੇ ਨਾ, ਰੱਬ ਨਾਲ ਪ੍ਰੇਮ ਕਰਨ ਵਾਲੇ ਹੁੰਦੇ ਆ, ਉਹ ਆਪਣੀਆਂ ਜਾਨਾਂ ਤੇ ਦੁੱਖ ਚੱਲ ਲੈਂਦੇ ਆ, ਆਪਣੀਆਂ ਜਾਨਾਂ ਤੇ ਤਕਲੀਫਾਂ ਚੱਲ ਲੈਂਦੇ ਆ, ਪਰ ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਕਿਸ ਤਰ੍ਹਾਂ ਦੂਜਿਆਂ ਨੂੰ ਖੁਸ਼ੀ ਦੇ ਦਈਏ। ਤਾਂ ਹੀ ਤਾਂ ਐਸੇ ਇੱਕ ਸ਼ੇਰ ਦੱਸੀਦਾ ਹੈ ਕਿ ਯਾਰ ਦੇ ਨਾਮ ਦਾ ਜੇਕਰ ਮਿਲੇ ਮਿਹਣਾ, ਝੋਲੀ ਪਾ ਲਈਏ ਐਵੇਂ ਛੱਟੀਏ ਨਾ। ਯਾਰ ਦੀ ਖਾਤਰ ਜੇਕਰ ਮਿਲੇ ਸੁਲੀ, ਝੂਟਾ ਝੂਟ ਲਈਏ ਪਿੱਛੇ ਹਟੀਏ ਨਾ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਪੀਂਘ ਦੇ ਝੂਟੇ ਹੁੰਦੇ ਆ ਨਾ, ਕਿ ਬੰਦਾ ਪੀਂਘ ਤੇ ਬਹਿ ਕੇ ਝੂਟਾ ਲੈਂਦਾ ਹੈ, ਪਰ ਇੱਕ ਹੁੰਦਾ ਸੂਲੀ ਵਾਲਾ ਝੂਟਾ, ਕਿ ਜਦੋਂ ਗਰਦਨ 'ਚ ਰੱਸੀ ਲਟਕਾਇਆ ਜਾਂਦਾ ਉਦੋਂ ਬੰਦੇ ਦਾ ਸਰੀਰ ਝੂਲਦਾ ਹੈ। ਤੇ ਆਸ਼ਕਾਂ ਦੀ ਗੱਲ ਦੱਸੀ ਦੀ ਹੈ ਕਿ ਜੇ ਉਹ ਰੱਬ ਦੇ ਹੋ ਕੇ ਮਿਹਣੇ ਵੀ ਮਿਲਣ ਤਾਂ ਫਿਰ ਕਹਿੰਦੇ ਝੋਲੀ ਪਾ ਲਈਏ ਐਵੇਂ ਛੱਟੀਏ ਨਾ। ਛੱਟੀਏ ਦਾ ਮਤਲਬ ਹੁੰਦਾ ਜਦੋਂ ਛੱਜ 'ਚ ਦਾਣੇ ਪਾ ਕੇ ਬੰਦਾ ਛੱਡਦਾ ਹੈ ਕਿ ਆਹ ਚੀਜ਼ ਰੱਖਣੀ ਹੈ ਤਾਂ ਆਹ ਚੀਜ਼ ਮੈਂ ਛੱਡਣੀ ਹੈ।
ਉਹ ਕਹਿੰਦੇ ਜੇ ਯਾਰ ਦੇ ਨਾਂ ਤੇ ਮਿਹਣਾ ਮਿਲੇ ਤਾਂ ਫਿਰ ਝੋਲੀ ਪਾ ਲਈਏ, ਉਹਨੂੰ ਐਵੇਂ ਛੱਡਦੇ ਨਾ ਫਿਰੀਏ, ਉਹਨੂੰ ਬਣਾ ਕੇ ਰੱਖੀਏ ਆਪਣਾ। ਠੀਕ ਹੈ ਭਾਈ, ਕਿਸਮਤ ਵਾਲੇ ਆ, ਯਾਰ ਦੇ ਨਾਂ ਤੇ, ਰੱਬ ਦੇ ਨਾਂ ਤੇ ਸਾਨੂੰ ਮਿਹਣੇ ਮਿਲ ਰਹੇ ਆ। ਕਿਸੇ ਨੂੰ ਸ਼ਰਾਬ ਦੇ ਮਿਹਣੇ ਮਿਲਦੇ ਆ, ਕਿਸੇ ਨੂੰ ਜੂਏ ਦੇ ਮਿਹਣੇ ਮਿਲਦੇ ਆ, ਕਿਸੇ ਨੂੰ ਬੁਰਾਈਆਂ ਦੇ ਮਿਹਣੇ ਮਿਲਦੇ ਆ, ਕਿਸੇ ਨੂੰ ਠੱਗੀਆਂ ਦੇ ਮਿਹਣੇ ਮਿਲਦੇ ਆ, ਕਿਸੇ ਨੂੰ 420 ਦੇ ਮਿਹਣੇ ਮਿਲਦੇ ਆ। ਉਹ ਜੇ ਸਾਨੂੰ ਮਿਹਣਾ ਮਿਲ ਰਿਹਾ ਤਾਂ ਰੱਬ ਦੇ ਨਾਂ ਦਾ ਮਿਲ ਰਿਹਾ ਹੈ। ਸਮਝਦੇ ਹੋ ਕਿ ਨਹੀਂ? ਤਾਂ ਇਹਨੂੰ ਮੈਂ ਹੱਸ ਕੇ ਝੋਲੀ ਪਾਉਂਦਾ, ਕਿਉਂਕਿ ਚੰਗੀ ਚੀਜ਼ ਨਾਲ ਬਦਨਾਮੀ ਮਿਲੇ ਤਾਂ ਉਹ ਵੀ ਚੰਗੀ। ਸਮਝਦੇ ਹੋ ਕਿ ਨਹੀਂ? ਫਿਰ ਉਹਨੂੰ ਛੱਡਣਾ ਕੀ? ਇਸ ਲਈ ਤਾਂ ਹੀ ਦੱਸਿਆ ਹੈ ਕਿ ਜੇਕਰ ਯਾਰ ਦੇ ਖਾਤਰ ਮਿਲੇ ਮਿਹਣਾ, ਝੋਲੀ ਪਾ ਲਈਏ ਐਵੇਂ ਛੱਟੀਏ ਨਾ। ਉਹ ਜੇਕਰ ਯਾਰ ਦੀ ਖਾਤਰ ਮਿਲੇ ਸੂਲੀ, ਝੂਟਾ ਝੂਟ ਲਈਏ ਪਿੱਛੇ ਹਟੀਏ ਨਾ। ਤਵੇ ਤਾਂ ਝੂਟੇ ਝੂਟ ਲਈਏ ਕਿ ਭਾਈ ਇਹ ਸੂਲੀ ਵੀ, ਕਿਉਂਕਿ ਇਸ਼ਕ ਨਹੀਂ ਡਰਦਾ ਮੌਤ ਕੋਲੋਂ, ਭਵੇਂ ਸੂਲੀ ਚੜਨਾ ਪੈ ਜਾਵੇ, ਨੱਚ ਨੱਚ ਕੇ ਯਾਰ ਮਨਾ ਲੈਂਦਾ, ਭਵੇਂ ਕੰਜਰੀ ਬਣਨਾ ਪੈ ਜਾਵੇ। ਕਿ ਜਿਹੜੇ ਆਸ਼ਿਕ ਹੁੰਦੇ ਐ ਉਹ ਨਾ ਮੌਤ ਤੋਂ ਡਰਦੇ, ਤਾਂ ਨਾ ਸੂਲੀਆਂ ਤੋਂ ਡਰਦੇ, ਤਾਂ ਨਾ ਹੀ ਕਿਸੇ ਹੋਰ ਚੀਜ਼ ਤੋਂ ਡਰਦੇ। ਉਹ ਕਹਿੰਦੇ ਇਸ ਤੇ ਇਸ਼ਕ ਕਰਦੇ ਆਪਣੇ ਰੱਬ ਨੂੰ। ਜੇ ਉਹਦੇ ਇਸ਼ਕ ਵਿੱਚ ਸੂਲੀ ਤੇ ਵੀ ਝੂਟਾ ਲੈਣਾ ਪੈ ਜਾਵੇ ਤਾਂ ਅਸੀਂ ਲੈਣ ਨੂੰ ਤਿਆਰ ਹਾਂ, ਕਿਉਂਕਿ ਆਸ਼ਿਕਾਂ ਦੀ ਗੱਲ ਹੀ ਇਹ ਹੁੰਦੀ ਹੈ। ਇਸ ਲਈ ਸਮਝਣਾ ਸਾਰਿਆਂ ਨੇ। ਇਸ ਲਈ ਚੈੱਕ ਕਰੋ ਆਪਣੇ ਆਪ ਨੂੰ ਕਿ ਸਾਡੇ ਅੰਦਰ ਇਸ਼ਕ ਹੈ ਜਾਂ ਨਹੀਂ, ਸਾਡੇ ਅੰਦਰ ਮੁਹੱਬਤ ਹੈ ਜਾਂ ਨਹੀਂ। ਕਿਉਂਕਿ ਜੇ ਰੱਬ ਦੀ ਮੁਹੱਬਤ ਹੋਏਗੀ ਨਾ, ਉਹ ਪ੍ਰਮਾਤਮਾ ਦਾ ਪ੍ਰੇਮ ਸਾਡੇ ਜੀਵਨ 'ਚ ਹੋਏਗਾ, ਤਾਂ ਖੁਸ਼ੀਆਂ ਵੀ ਜੀਵਨ 'ਚ ਸਾਡੇ ਫੇਰ ਹੀ ਆਣਗੀਆਂ। ਸਫਲਤਾ, ਕਾਮਯਾਬੀ ਵੀ ਸਾਡੇ ਜੀਵਨ 'ਚ ਫੇਰ ਹੀ ਆਏਗੀ। ਔਰ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਕਿ ਨਹੀਂ? ਤਾਂ ਫਿਰ ਕਾਮਯਾਬੀ ਦਾ ਜੋ ਦਾਤਾ ਹੈ, ਜਿਹਦਾ ਦੱਸਿਆ ਕਿ ਸਭ ਕੁਝ ਤਾਂ ਉਹਦੇ ਹੱਥ 'ਚ ਹੈ। ਕੁਝ ਚੀਜ਼ਾਂ ਬੰਦੇ ਦੇ ਹੱਥ 'ਚ ਹੈ, ਪਰ ਜਿਹੜੀਆਂ ਚੀਜ਼ਾਂ ਬੰਦੇ ਦੇ ਹੱਥ 'ਚ ਹੈ ਨਾ, ਉਹ ਕੋਈ ਜ਼ਿਆਦਾ ਮਾਇਨੇ ਨਹੀਂ ਰਖਾਉਂਦੀਆਂ। ਸਮਝਦੇ ਹੋ ਕਿ ਨਹੀਂ? ਕਿਉਂਕਿ ਜਿਹੜੀਆਂ ਚੀਜ਼ਾਂ ਉਹਦੇ ਹੱਥ 'ਚ ਹੈ, ਸਾਰੀ ਕਾਇਨਾਤ ਤੇ ਸੰਸਾਰ, ਇਹ ਦੁਨੀਆ, ਇਨਸਾਨ ਚੱਲਦਾ ਹੀ ਉਹਦੇ ਕਰਕੇ ਹੈ। ਤਾਂ ਜਦੋਂ ਉਹਨੂੰ ਹੀ ਅਸੀਂ ਆਪਣਾ ਬਣਾ ਲਿਆ, ਤਾਂ ਜਿੱਦਾਂ ਕਿਹਾ ਗਿਆ, ਬਾਬਾ ਫਰੀਦ ਕਹਿੰਦੇ ਆ, ਫਰੀਦਾ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋ ਲਵੇਂ ਤਾਂ ਸਭ ਜਗ ਤੇਰਾ ਹੋਏ। ਰਾਹ ਕਰਕੇ ਦੇਖੋ, ਇਹ ਸ਼ਬਦਾਂ ਨੂੰ ਹੀ ਪਹਿਲਾਂ ਬੰਦਾ ਜਦੋਂ ਬੋਲ ਕੇ ਦੇਖੇ ਨਾ, ਤਾਂ ਅੰਦਰ ਇੱਕ ਖੁਸ਼ੀ ਦੀ ਲਹਿਰ ਉੱਠਦੀ ਹੈ ਕਿ ਜੇ ਮੈਂ ਆਪਣੇ ਰੱਬ ਦਾ ਹੋ ਜਾਵਾਂ, ਆਪਣੇ ਮਾਲਿਕ ਦਾ ਹੋ ਜਾਵਾਂ, ਤੇ ਇਹਦਾ ਮਤਲਬ ਸਭ ਕੁਝ ਮੇਰਾ ਹੋ ਜਾਏਗਾ। ਤਾਂ ਪਿੱਛੇ ਕਿਉਂ ਹਟਣਾ ਮੈਂ? ਫਿਰ ਇੱਕ ਵਾਰ ਉਹਦਾ ਹੋ ਕੇ ਹੀ ਦੇਖ ਲਵਾਂ, ਇੱਕ ਵਾਰ ਹੋ ਕੇ ਦੇਖ ਲਈਏ ਉਹਦਾ। ਇਸ ਲਈ ਉਹਦਾ ਹੋਣ ਵਾਸਤੇ ਇੱਕ ਗੱਲ ਤੁਹਾਨੂੰ ਕਵਾਂਗੇ ਕਿ ਉਹਦਾ ਹੋਣ ਵਾਸਤੇ ਕੋਈ ਇਹ ਨਹੀਂ ਹੈ ਘਰ-ਬਾਰ ਛੱਡਣਾ ਹੈ, ਪਰਿਵਾਰ ਛੱਡ ਕੇ ਕਿਤੇ ਜੰਗਲਾਂ 'ਚ ਜਾ ਕੇ ਬਹਿਣਾ ਹੈ, ਕਿਤੇ ਗੁਫਾਵਾਂ 'ਚ ਜਾ ਕੇ ਬਹਿਣਾ ਹੈ। ਉਹਦਾ ਹੋਣ ਵਾਸਤੇ ਬਸ ਇੰਨਾ ਹੀ ਹੈ ਕਿ ਜਦੋਂ ਵੀ ਕੋਈ ਵੀ ਕਰਨੀ ਕਰੀਏ, ਕਰਮ ਕਰੀਏ, ਚਾਹੇ ਅਸੀਂ ਬੋਲਣਾ ਹੋਵੇ, ਉੱਠਣਾ ਬੈਠਣਾ ਹੋਵੇ, ਤਾਂ ਇਹ ਚੀਜ਼ ਦਾ ਖਿਆਲ ਰੱਖੀਏ ਕਿ ਮੇਰੀ ਬੋਲ ਬਾਣੀ, ਮੇਰੀ ਕਰਨੀ ਐਸੀ ਹੋਣੀ ਚਾਹੀਦੀ ਹੈ ਜਿਸ 'ਚ ਮੇਰਾ ਰੱਬ ਖੁਸ਼ ਹੋਵੇ। ਸਮਝਦੇ ਹੋ ਕਿ ਨਹੀਂ? ਇਹੀ ਤਾਂ ਕਰਮ ਕਰਨਾ ਹੈ। ਅਸੀਂ ਪਰਿਵਾਰ 'ਚ ਰਹਿਣਾ ਹੈ, ਘਰ 'ਚ ਰਹਿਣਾ ਹੈ, ਔਰ ਥੋੜਾ ਸਮਾਂ ਕੱਢ ਕੇ ਆਪਣੇ ਮਾਲਿਕ ਦੀ ਯਾਦ ਵਿੱਚ ਵੀ ਜ਼ਰੂਰ ਬੈਠਣਾ ਹੈ। ਕਿਉਂਕਿ ਜਦੋਂ ਇਨਸਾਨ ਉਹਦੇ ਸਿਮਰਨ ਤੇ ਬਹਿੰਦਾ ਹੈ, ਉਹਦੀ ਬੰਦਗੀ ਤੇ ਬਹਿੰਦਾ ਹੈ, ਮੈਡੀਟੇਸ਼ਨ ਤੇ ਬਹਿੰਦਾ ਹੈ, ਤੇ ਅਸੀਂ ਹਮੇਸ਼ਾ ਦੱਸੀਦਾ ਹੈ ਕਿ ਜਰਾ ਧਿਆਨ ਦੇਣਾ ਕਿ ਜਦੋਂ ਤੁਸੀਂ ਪ੍ਰੇਮ ਨਾਲ ਮੈਡੀਟੇਸ਼ਨ ਕਰਦੇ ਹੋ, ਪ੍ਰੇਮ ਦੇ ਨਾਲ ਧਿਆਨ ਕਰਦੇ ਹੋ, ਪ੍ਰੇਮ ਦੇ ਨਾਲ ਸਿਮਰਨ ਕਰਦੇ ਹੋ, ਤਾਂ ਪ੍ਰੇਮ ਦੇ ਨਾਲ ਜਦੋਂ ਬਹਿ ਕੇ ਸਿਮਰਨ ਕਰਦੇ ਆ ਤਾਂ ਅਸੀਂ ਰੱਬ ਦੀ ਆਵਾਜ਼ ਨੂੰ ਸੁਣਦੇ ਆ। ਤਾਂ ਜਦੋਂ ਵਿਸ਼ਵਾਸ ਨਾਲ ਪ੍ਰਾਰਥਨਾ ਕਰਦੇ ਆ ਤਾਂ ਫਿਰ ਰੱਬ ਸਾਡੀ ਆਵਾਜ਼ ਨੂੰ ਸੁਣਦਾ ਹੈ। ਕਹਿੰਦੇ ਜੇ ਰੱਬ ਤੱਕ ਆਪਣੀ ਆਵਾਜ਼ ਲਿਜਾਣੀ ਹੈ ਤਾਂ ਵਿਸ਼ਵਾਸ ਨਾਲ ਪ੍ਰਾਰਥਨਾ ਕਰੋ, ਤਾਂ ਜੇ ਰੱਬ ਦੀ ਆਵਾਜ਼ ਸੁਣਨੀ ਹੈ ਤਾਂ ਪ੍ਰੇਮ ਨਾਲ ਧਿਆਨ ਕਰੋ। ਸਮਝ ਆ ਰਹੀ ਹੈ ਕਿ ਨਹੀਂ? ਕਿਉਂਕਿ ਮੋਬਾਈਲ ਦੇ ਵਿੱਚ ਇੱਕ ਹੁੰਦਾ ਹੈ ਉਹ ਸਪੀਕਰ ਜਿੱਥੋਂ ਸਾਡੀ ਆਵਾਜ਼ ਦੂਜੇ ਤੱਕ ਜਾਂਦੀ ਹੈ, ਤੇ ਇੱਕ ਹੁੰਦਾ ਉਹ ਸਪੀਕਰ ਜਿੱਥੋਂ ਦੂਜੇ ਦੀ ਆਵਾਜ਼ ਸਾਡੇ ਤੱਕ ਆਉਂਦੀ ਹੈ। ਹੁਣ ਇੱਕ ਵੀ ਸਪੀਕਰ ਖਰਾਬ ਹੋਵੇ ਤਾਂ ਗੱਲ ਕਰਨ ਦਾ ਮਜ਼ਾ ਆਏਗਾ? ਜਵਾਬ ਦਿਓ ਸਾਨੂੰ। ਹੁਣ ਬੰਦਾ ਕਹੇ ਉਹਦੀ ਆਵਾਜ਼ ਤਾਂ ਮੈਨੂੰ ਸੁਣਦੀ ਹੈ ਪਰ ਮੇਰੀ ਆਵਾਜ਼ ਉੱਥੇ ਤੱਕ ਨਹੀਂ ਜਾਂਦੀ, ਤਾਂ ਫਿਰ ਕਹਿਣਾ ਭਾਈ ਕੱਟ ਕੇ ਫੋਨ ਦੁਬਾਰਾ ਕਰ, ਸਿਗਨਲ ਦੀ ਕਮੀ ਹੈ, ਤੇਰੀ ਆਵਾਜ਼ ਨਹੀਂ ਆ ਰਹੀ, ਜਾਂ ਮੈਨੂੰ ਤੇਰੀ ਆਵਾਜ਼ ਨਹੀਂ ਸੁਣ ਰਹੀ, ਮਜ਼ਾ ਹੀ ਨਹੀਂ ਆਉਂਦਾ ਗੱਲ ਕਰਨ ਦਾ। ਤੇ ਇਸੇ ਤਰ੍ਹਾਂ ਜ਼ਰਾ ਸੋਚੋ, ਉਹ ਪਰਮਾਤਮਾ ਤੱਕ ਤੁਹਾਡੀ ਆਵਾਜ਼ ਵੀ ਜਾ ਸਕਦੀ ਹੈ, ਤਾਂ ਉਹਦੀ ਆਵਾਜ਼ ਤੁਹਾਡੇ ਤੱਕ ਵੀ ਆ ਸਕਦੀ ਹੈ। ਪਰ ਉਹਦੇ ਵਾਸਤੇ ਦੋ ਕੰਮ ਕਰਨੇ ਪੈਣਗੇ, ਵਿਸ਼ਵਾਸ ਨਾਲ ਪ੍ਰਾਰਥਨਾ, ਤਾਂ ਪ੍ਰੇਮ ਨਾਲ ਸਿਮਰਨ, ਮੈਡੀਟੇਸ਼ਨ, ਜਿੱਥੇ ਸ਼ਾਂਤ ਹੋ ਕੇ ਬੈਠੀਏ ਤਾਂ ਕਿ ਅਸੀਂ ਆਪਣੇ ਰੱਬ ਦੀ ਆਵਾਜ਼ ਨੂੰ ਜੋ ਸਾਡੇ ਅੰਦਰ ਗੂੰਜ ਰਹੀ ਹੈ ਉਹਨੂੰ ਸੁਣ ਸਕੀਏ। ਸਮਝਦੇ ਹੋ ਕਿ ਨਹੀਂ? ਕਿਉਂਕਿ ਇਹੀ ਇੱਕ ਤਰੀਕਾ ਹੁੰਦਾ ਹੈ ਆਪਣਾ ਕਨੈਕਸ਼ਨ ਪਰਮਾਤਮਾ ਨਾਲ ਜੋੜਨ ਦਾ। ਪਰ ਅੱਜ ਅਫਸੋਸ ਦੀ ਗੱਲ ਹੈ ਕਿ ਇਹ ਦੋ ਚੀਜ਼ਾਂ ਵਾਸਤੇ ਹੀ ਬੰਦੇ ਕੋਲ ਟਾਈਮ ਹੈ ਨਹੀਂ। ਜੇ ਅੱਜ ਪ੍ਰਾਰਥਨਾ ਵੀ ਬੰਦਾ ਕਰਦਾ ਨਾ, ਜਲਦਬਾਜ਼ੀ 'ਚ ਕਰਦਾ, ਪ੍ਰੇਮ ਅੰਦਰ ਤਾਂ ਹੁੰਦਾ ਹੀ ਨਹੀਂ, ਧਿਆਨ ਹੀ ਕਿਤੇ ਹੋਰ ਹੁੰਦਾ ਹੈ।
ਕਈ ਵਾਰ ਅਸੀਂ ਦੇਖਿਆ ਬੰਦੇ ਦੀ ਪ੍ਰਾਰਥਨਾ ਕਿੱਦਾਂ ਹੁੰਦੀ ਹੈ, ਹੱਥ ਜੁੜੇ ਹੁੰਦੇ ਐ, ਇਧਰੋਂ ਦੁਆ ਕਰ ਰਿਹਾ, ਅਰਦਾਸ ਕਰ ਰਿਹਾ, ਪ੍ਰਾਰਥਨਾ ਕਰ ਰਿਹਾ, ਤਾਂ ਅੱਖਾਂ, ਅੱਛਾ ਰੱਬਾ ਮੈਨੂੰ ਆਹ ਦੇ ਦੇ ਨਾ, ਮੇਰੀ ਆਹ ਝੋਲੀ ਭਰ ਦੇ, ਮੇਰੀ ਆਹ ਫਰਿਆਦ ਪੂਰੀ ਕਰ ਦੇ। ਧਿਆਨ ਉਹਦਾ ਅੱਖਾਂ ਇੱਧਰ ਉੱਧਰ ਹੀ ਘੁੰਮਦੀਆਂ ਰਹਿੰਦੀਆਂ। ਕਦੀ ਤੁਸੀਂ ਵੀ ਗੌਰ ਕਰਨਾ, ਕਿਹੜਾ ਲਾਗੇ ਦੀ ਆ ਗਿਆ, ਕਿਹੜਾ ਚਲਾ ਗਿਆ। ਇਹਦਾ ਮਤਲਬ ਜ਼ੁਬਾਨ ਤਾਂ ਬੋਲ ਰਹੀ ਹੈ, ਪਰ ਅੰਦਰੋਂ ਸੁਰਤੀ ਉਹ ਰੱਬ ਨਾਲ ਨਹੀਂ ਜੁੜੀ ਹੋਈ। ਔਰ ਯਾਦ ਰੱਖੋ, ਪਰਮਾਤਮਾ ਤੱਕ ਉਹੀ ਦੁਆਵਾਂ ਪਹੁੰਚਦੀਆਂ ਜਿਹੜੀਆਂ ਇੱਥੋਂ ਦਿਲੋਂ ਨਿਕਲਦੀਆਂ ਹੈ। ਤਾਂ ਹੀ ਤਾਂ ਕਿਹਾ ਨਾ, ਖੁਦਾ ਕਬੂਲ ਕਰਤਾ ਹੈ ਹਰ वो दुआ जो दिल से होती है, मगर मुश्किल तो ये है जे बड़ी मुश्किल से होती है। पर गल तो यही है कि ਉਹਦੇ ਨਾਲ ਦਿਲ ਜੋੜਨਾ ਹੀ ਮੁਸ਼ਕਿਲ ਹੈ, ਕਿਉਂਕਿ ਦਿਲ ਹੀ ਬੰਦਾ ਹਜ਼ਾਰਾਂ ਪਾਸੇ ਜੋੜ ਕੇ ਬੈਠਾ ਹੈ। ਇਸ ਲਈ ਪ੍ਰਾਰਥਨਾ ਕਰੋ ਵਿਸ਼ਵਾਸ ਨਾਲ, ਪੂਰੇ ਯਕੀਨ ਦੇ ਨਾਲ। ਕਿੱਦਾਂ ਕਰਨੀ ਹੈ ਕਿ ਮੈਨੂੰ ਯਕੀਨ ਹੈ ਕਿ ਮੈਂ ਜੋ ਮੰਗਿਆ ਮੇਰਾ ਰੱਬ ਪੂਰਾ ਕਰੇਗਾ, ਤਾਂ ਨਾਲ ਹੀ ਉਹਦਾ ਸ਼ੁਕਰ ਵੀ ਕਰ ਦੇਣਾ ਹੈ, ਸ਼ੁਕਰਾਨਾ ਵੀ ਕਰ ਦੇਣਾ ਹੈ ਕਿ ਸ਼ੁਕਰ ਹੈ ਪ੍ਰਮਾਤਮਾ ਮੇਰੀ ਪ੍ਰਾਰਥਨਾ ਨੂੰ ਪੂਰਾ ਕਰਨ ਵਾਸਤੇ, ਮੇਰੀ ਪ੍ਰਾਰਥਨਾ ਨੂੰ ਕਬੂਲ ਕਰਨ ਵਾਸਤੇ ਤੇਰਾ ਧੰਨਵਾਦ। ਕਿਉਂਕਿ ਧੰਨਵਾਦ ਜਦੋਂ ਨਾਲ ਹੀ ਹੋ ਜਾਂਦਾ ਹੈ ਨਾ, ਤਾਂ ਉਹ ਪ੍ਰਾਰਥਨਾ ਦੇ ਕਿੱਦਾਂ ਕਹਿੰਦੇ ਨਾ ਕਿ 100% ਚਾਂਸ ਹੋ ਜਾਂਦੇ ਐ ਪੂਰਾ ਹੋਣ ਦੇ। ਕਿਉਂਕਿ ਕੁਦਰਤ ਦੇਖਦੀ, ਪ੍ਰਮਾਤਮਾ ਦੇਖਦਾ, ਇਹਨਾਂ ਇੰਨਾ ਵਿਸ਼ਵਾਸ ਹੈ ਕਿ ਧੰਨਵਾਦ ਵੀ ਕਰ ਰਿਹਾ ਹੈ ਤਾਂ ਪੂਰਾ ਵੀ ਪ੍ਰਮਾਤਮਾ ਕਰ ਦਿੰਦਾ ਹੈ। ਔਰ ਥੋੜਾ ਜਿਹਾ ਟਾਈਮ 24 ਘੰਟਿਆਂ ਚੋਂ ਕੱਢਣਾ ਆਇਆ ਸੀ। ਜਿੱਦਾਂ ਅਸੀਂ ਕਈ ਵਾਰ ਦੱਸੀਦਾ ਹੈ ਕਿ ਜੇ ਬੱਚੇ ਨੇ ਕੋਈ ਡਿਗਰੀ ਲੈਣੀ ਹੋਵੇ, ਪਾਸ ਹੋਣਾ ਹੋਵੇ, ਤਾਂ ਉਹਨੂੰ 24 ਘੰਟੇ ਪੜ੍ਹਨ ਦੀ ਲੋੜ ਨਹੀਂ ਹੈ ਕਿ ਖਾਣਾ ਪੀਣਾ ਛੱਡ ਕੇ, ਮਾਂ ਬਾਪ ਨੂੰ ਮਿਲਣਾ ਛੱਡ ਕੇ, ਪਰਿਵਾਰ ਨੂੰ ਮਿਲਣਾ ਛੱਡ ਕੇ ਬਸ ਪੜ੍ਹੀ ਜਾਵੇ। ਨਹੀਂ, ਉਹਨੂੰ ਕੀ ਕਰਨਾ ਪੈਂਦਾ ਹੈ, टाइम से रोटी खावे, बच्चों को यानी परिवार को भी बैठे, माता पिता को भी बैठे, बस करना की है 1.5-2 घंटे टाइम कट के पढ़ लिया करे तो 1.5-2 घंटे की पढ़ाई उन्होंने पास कर देगी। बोलो कर देगी कि नहीं? क्योंकि 2-2.5 घंटे ही अगर टाइम कट के किताबों दे देवे ना, तो बाकी सारा टाइम बेशक हो सौ भी लवे, रोटी भी खावे, इशनान भी करे, परिवार च भी बैठे, मित्रां नाल भी खेडे, कोई फर्क नहीं पैंदा। अगर 2-2.5 घंटे मन ला के वो काम कर लवे तो 2-2.5 घंटे च ही वो इन्ना कुछ समझ लैंदा है कि उन्होंने डिग्रियां मिल जांदियां। बस तुसीं भी इन्नी गल समझ लो कि ऐसे भी घर नहीं छड्डना, रोटी नहीं छड्डनी, परिवार नहीं छड्डना, कोई चीज़ नहीं छड्डनी। बस करना की है कि 24 घंटे जो घंटा 1.5 घंटा जिन्ना भी टाइम मिले अपने रब नूं दिलों याद करना है। बस ਉਹ ਘੰਟਾ 2 ਘੰਟੇ ਜਦੋਂ ਬਹਿ ਕੇ ਦਿਲੋਂ ਰੱਬ ਨੂੰ ਯਾਦ ਕਰ ਲਿਆ ਤਾਂ ਉਹਨਾਂ ਹੀ ਬਾਕੀ ਸਾਰੀ ਜੀਵਨ ਦੀ ਕਮੀ ਨੂੰ ਪੂਰਾ ਕਰ ਦੇਣਾ ਔਰ ਤੁਹਾਨੂੰ ਖੁਸ਼ੀਆਂ ਦੀਆਂ ਡਿਗਰੀਆਂ ਮਿਲ ਜਾਣੀਆਂ ਹੈ, ਆਨੰਦ ਦੀਆਂ ਡਿਗਰੀਆਂ ਮਿਲ ਜਾਣੀਆਂ ਹੈ। ਫਿਰ ਜੀਵਨ 'ਚ ਕਮੀ ਕੋਈ ਰਹਿਣੀ ਨਹੀਂ ਹੈ। ਇਸ ਲਈ ਕਮੀਆਂ ਦੂਰ ਕਰਨਾ ਚਾਹੁੰਦੇ ਹੋ ਕਿ ਨਹੀਂ? ਤਾਂ ਫਿਰ ਆਪਣੀ ਸੁਰਤੀ ਨੂੰ ਉਹ ਦਾਤੇ ਨਾਲ ਜੋੜੋ ਜਿੱਥੋਂ ਸਾਰੀਆਂ ਦਾਤਾਂ ਮਿਲਣੀਆਂ ਹੈ। ਕਿਉਂਕਿ ਜਿੱਥੋਂ ਕਰੰਟ ਆਣਾ ਹੈ ਤਾਰ ਉੱਧਰ ਜੁੜੇਗੀ ਤਾਂ ਫੇਰ ਹੀ ਗੱਲ ਬਣਨੀ ਹੈ। समझते हो कि नहीं? हुण पखा चल रहा है, अगर पिछों तार ही कट दईए तो फिर ਇਹਦਾ फायदा है? कोई देगा ठंडी हवा? जवाब दो सानू। हालांकि ਇਹਦੇ अंदर सारिया क्वालिटियां है, सारिया खूबियां है कि सब कुछ कर सकता है, पर गल कनैक्शन दी है। जे कनैक्शन ही उधरों तोड़ दिता जाए तो फिर सारिया खूबियां होंदे हुए भी बेकार। क्यों? गल तो कनैक्शन दी है। इसी तरह तुहाडे अंदर भी बहुत खूबियां है, पर ਉਹਦਾ पूरा इस्तेमाल तुसीं क्यों नहीं लै पांदे? क्योंकि किते ना किते रब नालों कनैक्शन ਟੁੱਟਿਆ ਹੋਇਆ ਹੈ, ਕਟਿਆ ਹੋਇਆ ਹੈ। ਜੇ ਆਪਣੇ ਰੱਬ ਨਾਲ ਕਨੈਕਸ਼ਨ ਅਸੀਂ ਜੋੜ ਦਈਏ ਤਾਂ ਫਿਰ ਇਹ ਜੀਵਨ ਦੇ ਵਿੱਚ ਜੋ ਸਾਡੇ ਕੁਆਲਿਟੀਜ਼ ਹੈ, ਜੋ ਸਾਡੇ ਅੰਦਰ ਜੋ ਵੀ ਭਰਪੂਰਤਾ ਹੈ ਨਾ, ਜੋ ਵੀ ਆਨੰਦ ਹੈ, ਜੋ ਵੀ ਖੁਸ਼ੀ ਹੈ, ਜੋ ਵੀ ਰਹਿਮਤ ਹੈ, ਅਸੀਂ ਉਹਦਾ ਪੂਰਾ ਫਾਇਦਾ ਕਹਿ ਦਿਓ ਲੈ ਸਕਦੇ ਹਾਂ। ਪਰ ਉਹ ਫਾਇਦਾ ਲੈਣ ਵਾਸਤੇ ਕਨੈਕਸ਼ਨ ਉੱਥੇ ਜੋੜਨਾ ਜ਼ਰੂਰੀ ਹੈ ਜਿੱਥੋਂ ਪਾਵਰ ਆਣੀ ਹੈ, ਜਿੱਥੋਂ ਸ਼ਕਤੀ ਸਾਨੂੰ ਮਿਲਣੀ ਹੈ। ਇਸ ਲਈ ਹੁਣ ਜ਼ਰਾ ਵਿਚਾਰ ਕਰਕੇ ਦੇਖੋ ਕਿ ਮੈਂ ਕਿੰਨਾ ਟਾਈਮ ਦਿੰਦਾ ਹਾਂ ਆਪਣੇ ਕਨੈਕਸ਼ਨ ਨੂੰ ਉਹ ਪਾਵਰ ਹਾਊਸ ਨਾਲ ਜੋੜਨ ਦਾ, ਜਿਹੜਾ ਸੋਰਸ ਆਫ એનર્ਜੀ ਹੈ ਯਾਨੀ ਪ੍ਰਮਾਤਮਾ ਹੈ, ਉਹਦੇ ਨਾਲ ਜੁੜਨ ਵਾਸਤੇ ਮੈਂ ਕਿੰਨਾ ਕੁ ਟਾਈਮ ਦਿੰਦਾ। ਗੌਰ ਕਰਕੇ ਦੇਖੋ, ਬਸ ਫੇਰ ਪਤਾ ਲੱਗ ਜਾਏਗਾ ਸਾਡੇ ਦੁੱਖਾਂ ਦਾ ਕਾਰਨ ਕੀ ਹੈ, ਸਾਡੀਆਂ ਪਰੇਸ਼ਾਨੀਆਂ ਦਾ ਕਾਰਨ ਕੀ ਹੈ। ਸਾਡੇ ਜੀਵਨ 'ਚ ਨਹੀਂ हर वेले असी कमज़ोर जे होए रहंदे आ, निराश जे होए रहंदे आ, उदास जे होए रहंदे आ, हर वेले असी दुखी जे होए रहंदे आ। कारण की है? इत्थों ही पता लग जाएगा कि बस वो एनर्जी की कमी है। क्योंकि एनर्जी नहीं तो फिर असी दुखी, परेशान, चिंतित, फिर सानू डर, चिंता, दुख घेरा पा लैणगे। तो जे कनैक्शन उधर जुड़ जाए, एनर्जी पूरी मिले, तो फिर सारे डर, सारियां चिंतावां, सारियां परेशानियां दूर हो जाएंगी। इसलिए अपने कनैक्शन ਨੂੰ परमात्मा ਨਾਲ ਜੋੜਨ ਦੀ ਕਲਾ ਸਿੱਖੋ, ਆਪਣੇ ਕਨੈਕਸ਼ਨ ਨੂੰ ਉਹ ਰੱਬ ਨਾਲ ਜੋੜਨ ਦੀ ਕਲਾ ਸਿੱਖੋ। ਤਾਂ ਹੀ ਤਾਂ ਬੜੇ ਵਿਗਿਆਨਿਕ ਵੀ ਮੈਡੀਟੇਸ਼ਨ ਕਰਦੇ ਸੀ।
ਜਰਾ ਧਿਆਨ ਦੇਣ ਵਾਲੀ ਗੱਲ ਹੈ ਇਹ ਤਾਂ ਆਇਨਸਟਾਈਨ ਬਾਰੇ ਪੜ੍ਹ ਕੇ ਦੇਖ ਲਿਓ। ਉਹਦੇ ਜੀਵਨ ਦਾ ਨਿਯਮ ਸੀ, ਉਹ ਕਹਿੰਦਾ ਮੈਂ ਰੋਜ਼ 100 ਵਾਰ ਉਹ ਪ੍ਰਮਾਤਮਾ ਦਾ, ਗੋਡ ਦਾ ਧੰਨਵਾਦ ਕਰਦਾ ਸੀ ਹਰ ਕਦਮ ਤੇ। ਜਦ ਤੱਕ 100 ਵਾਰ ਮੈਂ ਧੰਨਵਾਦ ਨਹੀਂ ਕਰ ਲੈਣਾ, ਮੈਂ ਕੋਈ ਕੰਮ ਸ਼ੁਰੂ ਨਹੀਂ ਕਰਨਾ। ਔਰ ਮੈਡੀਟੇਸ਼ਨ ਵੀ ਹਰ ਬੜੇ ਤੋਂ ਬੜਾ ਇਨਸਾਨ, ਚਾਹੇ ਗੁਰੂਆਂ ਰਹਿਬਰਾਂ ਨੇ ਤੇ ਧਿਆਨ ਕੀਤਾ ਹੀ, ਪਰ ਜਿਹੜੇ ਅਸੀਂ ਕਹਿੰਦੇ ਨਾ ਸਕਸੈਸਫੁਲ ਹੈ, ਕੋਈ ਬਿਜ਼ਨਸਮੈਨ ਹੈ, ਕੋਈ ਬੜੇ ਤੋਂ ਬੜਾ ਸਾਇੰਟਿਸਟ ਸੀ, ਉਹ ਵੀ ਕਹਿੰਦੇ ਹੈ ਕਿ ਹਰ ਚੀਜ਼ ਦੀ ਖੋਜ ਕਰਨ ਵਾਸਤੇ ਸਾਨੂੰ ਆਪਣੇ ਮਾਈਂਡ ਨੂੰ ਰਿਲੈਕਸ ਦੀ ਅਵਸਥਾ ਵਿੱਚ ਲਿਜਾਣਾ ਪਿਆ। ਔਰ ਉਹ ਮੈਡੀਟੇਸ਼ਨ ਦੇ ਜ਼ਰੀਏ ਬੰਦਾ ਉਸ ਅਵਸਥਾ ਤੱਕ ਪਹੁੰਚਦਾ ਜਿੱਥੇ ਉਹਦਾ ਕਨੈਕਸ਼ਨ ਆਪਣੇ ਆਪ ਨਾਲ ਜੁੜਦਾ, ਆਪਣੇ ਆਪ ਨਾਲ ਮਤਲਬ ਆਪਣੇ ਅੰਦਰ ਬੈਠੇ ਪ੍ਰਮਾਤਮਾ ਨਾਲ। ਇਸ ਲਈ ਕਬੀਰ ਆਤਮ ਗਿਆਨ ਬਿਨ ਪ੍ਰਾਣੀ ਪਸ਼ੂ ਸਮਾਨ। ਹੁਣ ਸਤਸੰਗ ਕਾਫੀ ਲੰਬਾ ਹੋ ਗਿਆ, ਥੋੜਾ ਸ਼ਾਰਟ ਵੱਲ ਲੈ ਕੇ ਚਲੀਏ, ਸਤਸੰਗ ਨੂੰ ਸਮਾਪਤੀ ਤਰਫ ਲੈ ਕੇ ਚਲੀਏ ਕਿ ਕਬੀਰ ਸਾਹਿਬ ਦੇ ਵਚਨ ਨੂੰ ਪੂਰਾ ਕਰੀਏ, ਸਮਝੀਏ ਕਿ ਕਬੀਰ ਆਤਮ ਗਿਆਨ ਬਿਨ ਪ੍ਰਾਣੀ ਪਸ਼ੂ ਸਮਾਨ। ਕਿ ਜਰਾ ਗੌਰ ਕਰਨਾ, ਤੁਹਾਡੇ ਆਤਮਾ ਅੰਦਰ ਬੜਾ ਗਿਆਨ ਹੈ, ਤੁਹਾਡੀ ਆਤਮਾ ਅੰਦਰ ਬੜੀਆਂ ਸ਼ਕਤੀਆਂ ਹੈ, ਪਰ ਜੇ ਅਸੀਂ ਉਹਨੂੰ ਜਾਣ ਨਾ ਪਾਏ, ਉਹਦਾ ਗਿਆਨ ਹੀ ਨਾ ਸਾਨੂੰ ਹੋਇਆ, ਤਾਂ ਫਿਰ ਸਾਡੇ ਚ ਪਸ਼ੂਆਂ 'ਚ ਕੋਈ ਫਰਕ ਨਹੀਂ ਹੈ। ਕਿਉਂਕਿ ਜਿਹੜਾ ਕੰਮ ਪਸ਼ੂ ਕਰਦੇ ਉਹੀ ਕੰਮ ਇਨਸਾਨ ਕਰਦਾ ਹੈ। ਜਿਹੜਾ ਸੋਚ ਕੇ ਦੇਖੋ, ਕਹਿੰਦੇ ਨਾ ਖਾਣਾ ਪੀਣਾ ਸੋਨਾ ਪਸ਼ੂओं का भी काम, मानुष में बस एक गुण जपे राम का नाम। ਜਾਂ ਕਿਹਾ ਜਾਂਦਾ ਭੋਜਨ ਨਿੰਦਰਾ ਭੈ ਭੋਗ, ਇਹ ਪਸ਼ੂਆਂ ਅੰਦਰ ਵੀ ਹੈ ਤਾਂ ਇਨਸਾਨਾਂ ਅੰਦਰ ਵੀ ਇਹ ਹੈ। ਕਿਉਂਕਿ ਭੋਜਨ ਇਨਸਾਨ ਵੀ ਕਰਦੇ ਆ, ਭੋਜਨ ਪਸ਼ੂ ਵੀ ਕਰਦੇ ਆ। ਇਨਸਾਨਾਂ ਦਾ ਭੋਜਨ ਥਾਲੀਆਂ 'ਚ ਹੁੰਦਾ ਹੈ, ਪਸ਼ੂ ਉੱਦਾਂ ਚਰ ਚੁਗ ਲੈਂਦੇ, ਜਾਂ ਖੁਰਲੀਆਂ 'ਚ ਉਹਨਾਂ ਨੂੰ ਅਸੀਂ ਤੂੜੀ ਪਾ ਦਿੰਦੇ ਆ, ਪੱਠੇ ਪਾ ਦਿੰਦੇ ਆ, ਜਾਂ ਚਿੜੀਆਂ ਉੱਦਾਂ ਦਾਣਾ ਚੁਗ ਲੈਂਦੀਆਂ, ਭੋਜਨ ਤਾਂ ਉਹ ਵੀ ਕਰਦੇ ਆ। ਨਿੰਦਰਾ, ਫਿਰ ਆ ਗਈ ਨੀਂਦ, ਨੀਂਦ ਇਨਸਾਨ ਵੀ ਪੂਰੀ ਕਰਦੇ ਹੈ ਤਾਂ ਨੀਂਦ ਜਾਨਵਰ ਪਸ਼ੂ ਪੰਛੀ ਵੀ ਪੂਰੀ ਕਰਦੇ ਹੈ। ਫਿਰ ਅੱਗੇ ਆ ਗਿਆ ਭੈ, ਜਿਹੜਾ ਡਰ ਹੈ ਉਹ ਪਸ਼ੂ ਅੰਦਰ ਵੀ ਹੈ ਤਾਂ ਡਰ ਇਨਸਾਨ ਅੰਦਰ ਵੀ ਹੈ। ਤਾਂ ਹੀ ਤਾਂ ਆਪਣੇ ਤੋਂ ਤਾਕਤਵਰ ਜਾਨਵਰ ਨੂੰ ਦੇਖ ਕੇ ਜਾਨਵਰ ਵੀ ਡਰ ਜਾਂਦੇ, ਡਰਦੇ ਹੈ ਕਿ ਨਹੀਂ? ਤੁਸੀਂ ਦੇਖਦੇ ਨਾ ਕਿ ਚੂਹਾ ਬਿੱਲੀ ਦੇਖ ਕੇ ਦੌੜ ਜਾਂਦਾ ਹੈ, ਇੱਕ ਕਾਂ ਨੂੰ ਤੁਸੀਂ ਪੱਥਰ ਚੱਕੋ ਉੜ ਜਾਂਦਾ ਹੈ, ਕਿਉਂਕਿ ਡਰ ਹੈ ਉਹਨਾਂ ਅੰਦਰ ਕਿ ਸਾਨੂੰ ਕੋਈ ਤਕਲੀਫ ਨਾ ਹੋਵੇ। ਇਸ ਲਈ ਭੋਜਨ ਨਿੰਦਰਾ ਭੈ, ਫਿਰ ਅਗਲੀ ਚੀਜ਼ ਚੌਥੀ ਕਹੀ ਹੈ ਭੋਗ, ਭੋਗ ਵਿਲਾਸ। ਇਨਸਾਨ ਵੀ ਕਰਦੇ ਆ, ਜਾਨਵਰ ਵੀ ਕਰਦੇ, ਤਾਂ ਹੀ ਵੰਸ਼ ਅੱਗੇ ਵੱਧਦੇ ਆ। ਸਮਝਦੇ ਹੋ ਕਿ ਨਹੀਂ? ਹੁਣ ਕਹਿੰਦੇ ਚਾਰ ਚੀਜ਼ਾਂ ਇਨਸਾਨਾਂ ਅੰਦਰ ਵੀ ਹੈ, ਪਸ਼ੂਆਂ ਅੰਦਰ ਵੀ ਹੈ। ਅਗਰ ਇਹ ਚਾਰਾਂ ਗੁਣਾਂ 'ਚ ਹੀ ਬੰਦਾ ਜਿਉਂਦਾ ਹੈ ਤਾਂ ਫਿਰ ਇਨਸਾਨ ਵਿੱਚ ਔਰ ਪਸ਼ੂਆਂ 'ਚ ਕੋਈ ਫਰਕ ਨਹੀਂ ਹੈ। ਇਨਸਾਨ ਸਹੀ ਮਾਇਨੇ ਜਦੋਂ ਇਨਸਾਨ ਹੈ, ਜਦੋਂ ਆਪਣੇ ਅੰਦਰਲੀ ਉਹ ਤਾਕਤ ਨੂੰ ਜਾਣ ਲੈਂਦਾ ਹੈ, ਆਪਣੇ ਅੰਦਰਲੀ ਉਹ ਸ਼ਕਤੀ ਨੂੰ ਜਾਣ ਲੈਂਦਾ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਬੜਾ ਕੀਮਤੀ ਜੀਵਨ ਪ੍ਰਮਾਤਮਾ ਨੇ ਤੁਹਾਨੂੰ ਦਿੱਤਾ ਹੈ। ਇਹ ਕੀਮਤੀ ਜੀਵਨ ਨੂੰ, ਯਾਨੀ ਇਹਦੇ ਅੰਦਰ ਬੜੀਆਂ ਸ਼ਕਤੀਆਂ ਛੁਪੀਆਂ ਹੋਈਆਂ ਹੈ, ਇਹਦੇ ਅੰਦਰ ਬੜੀਆਂ ਤਾਕਤਾਂ ਛੁਪੀਆਂ ਹੋਈਆਂ ਹੈ। ਕਿਤੇ ਇਹ ਨਾ ਹੋਵੇ ਕਿ ਇੰਨਾ ਕੀਮਤੀ ਜੀਵਨ ਤੁਹਾਨੂੰ ਮਿਲਿਆ ਤੇ ਇਹਨੂੰ ਤੁਸੀਂ ਇਦਾਂ ਹੀ ਇਹਨਾਂ ਤਾਕਤਾਂ ਤੋਂ ਅਣਜਾਣ ਰਹਿ ਕੇ ਹੀ ਵਿਅਰਥ ਵਿੱਚ ਇਹ ਜੀਵਨ ਨੂੰ ਗਵਾ ਦਿਓ। ਸਮਝਦੇ ਹੋ ਕਿ ਨਹੀਂ? ਜਿੱਦਾਂ ਸਮਝ ਲਓ ਕਿਸੇ ਨੂੰ ਹੀਰਾ ਮਿਲਿਆ ਹੋਵੇ ਨਾ, ਕਿਸੇ ਨੂੰ ਹੀਰਾ ਮਿਲਿਆ ਹੋਵੇ, ਜਿੱਦਾਂ ਕਹਾਣੀ ਸਾਨੂੰ ਯਾਦ ਆ ਗਈ, ਉਹ ਕਵਾਂਗੇ ਫਿਰ ਸਤਸੰਗ ਦੀ ਸਮਾਪਤੀ ਕਰਾਂਗੇ। ਇੱਕ ਵਾਰ ਇੱਕ ਆਦਮੀ ਨੂੰ ਰਸਤੇ ਤੁਰੇ ਜਾਂਦੇ ਇੱਕ ਪੱਥਰ ਮਿਲਿਆ ਚਮਕਦਾ ਹੋਇਆ। ਹੁਣ ਉਹਦੇ ਵਾਸਤੇ ਪੱਥਰ ਸੀ, ਪਰ ਉਹ ਸੀਗਾ ਇੱਕ ਬਹੁਤ ਕੀਮਤੀ ਹੀਰਾ, ਪਰ ਉਹਨੂੰ ਉਹਦੀ ਸਮਝ ਨਹੀਂ ਸੀ। ਇਸ ਲਈ ਉਹ ਪੱਥਰ ਸਮਝ ਕੇ ਤੁਰਿਆ ਹੋਇਆ ਹੈ, ਐਦਾਂ ਉਛਾਲ ਰਿਹਾ ਹੈ, ਪਕੜ ਰਿਹਾ ਹੈ, ਉਛਾਲ ਰਿਹਾ ਹੈ, ਪਕੜ ਰਿਹਾ ਹੈ। ਹੁਣ ਏਦਾਂ ਤੁਰਿਆ ਤੁਰਿਆ ਜਾਂਦਾ ਬਾਜ਼ਾਰ ਦੇ ਲਾਗੇ ਪਹੁੰਚ ਗਿਆ। ਉੱਥੇ ਇੱਕ ਸੁਨਾਰ ਤੁਰਿਆ ਜਾ ਰਿਹਾ ਸੀ। ਜਦੋਂ ਸੁਨਾਰ ਨੇ ਦੇਖਿਆ ਕਿ ਇਸ ਆਦਮੀ ਦੇ ਹੱਥ 'ਚ ਤਾਂ ਬੜਾ ਕੀਮਤੀ ਹੀਰਾ ਹੈ, ਪਰ ਕਿੱਦਾਂ ਉਛਾਲਦਾ ਤੁਰਿਆ ਜਾ ਰਿਹਾ, ਲੱਗਦਾ ਇਹਨੂੰ ਹੀਰੇ ਦੀ ਕੀਮਤ ਦਾ ਹੀ ਨਹੀਂ ਪਤਾ। ਇਸ ਲਈ ਸੁਨਾਰ ਨੇ ਉਹਨੂੰ ਆਵਾਜ਼ ਮਾਰੀ, ਉਹ ਭਾਈ ਰੁਕ। ਉਹ ਰੁਕਿਆ ਤਾਂ ਸੁਨਾਰ ਨੇ ਕਿਹਾ, ਆ ਜੋ ਤੇਰੇ ਕੋਲ ਹੈ ਤੈਨੂੰ ਪਤਾ ਕੀ ਹੈ? ਤਾਂ ਉਹ ਆਦਮੀ ਕਹਿੰਦਾ ਰਸਤੇ 'ਚ ਪਿਆ ਮਿਲਿਆ ਸੀ ਮੈਨੂੰ, ਬੜਾ ਚਮਕਦਾ ਹੋਇਆ ਪੱਥਰ ਹੈ। ਜਦੋਂ ਉਹਨਾਂ ਕਿਹਾ ਬੜਾ ਚਮਕਦਾ ਹੋਇਆ ਪੱਥਰ ਹੈ ਤਾਂ ਸੁਨਾਰ ਨੂੰ ਯਕੀਨ ਹੋ ਗਿਆ ਕਿ ਇਹਨੂੰ ਇਹਦੀ ਕੀਮਤ ਦਾ ਹੀ ਨਹੀਂ ਪਤਾ। ਫਿਰ ਸੁਨਾਰ ਨੇ ਪਤਾ ਨੂੰ ਕੀ ਕਿਹਾ, ਅੱਛਾ ਇਹ ਪੱਥਰ ਮੈਨੂੰ ਵੇਚੇਗਾ, ਪੱਥਰ ਮੈਨੂੰ ਵੇਚੇਗਾ? ਤਾਂ ਉਸ ਵੇਲੇ ਉਹਨਾਂ ਕਿਹਾ ਖਰੀਦ ਲਓ, ਦੱਸੋ ਕਿੰਨੇ ਪੈਸੇ ਦਵਾਂਗੇ? ਤਾਂ ਉਸ ਵੇਲੇ ਸੁਨਾਰ ਨੇ ਕਿਹਾ ਮੈਂ ਇਹਦਾ ਤੈਨੂੰ 10 ਰੁਪਏ ਦਊਂ, ਮੈਂ ਤੈਨੂੰ ਇਹਦੇ 10 ਰੁਪਏ ਦਊਂ। ਤਾਂ ਉਸ ਵੇਲੇ ਉਹ ਆਦਮੀ ਨੇ ਸੋਚਿਆ ਕਿ ਜੇ 10 ਰੁਪਏ ਦਾ ਦੇ ਰਿਹਾ ਤਾਂ ਮੈਂ 20 ਕਹਿ ਕੇ ਦੇਖ ਲਵਾਂ, ਕਿਉਂਕਿ ਹਮੇਸ਼ਾ ਕੀ ਹੁੰਦਾ ਹੈ, ਖਰੀਦਣ ਵਾਲਾ ਘੱਟ ਕਰਦਾ ਹੈ ਦਾਮ ਤਾਂ ਵੇਚਣ ਵਾਲਾ ਜ਼ਿਆਦਾ ਕਰਦਾ ਹੈ ਕਿ ਕਿਤੇ ਨਾ ਕਿਤੇ ਗੱਭੇ ਸੈੱਟ ਹੋ ਹੀ ਜਾਏਗਾ। ਇਸ ਲਈ ਉਹਨਾਂ ਸੋਚਿਆ, ਕਿਉਂਕਿ ਹੀਰਾ ਤਾਂ ਕਦੀ ਦੇਖਿਆ ਨਹੀਂ ਸੀ, ਪਰ ਉਦਾਂ ਸਮਝਦਾਰ ਸੀ ਕਿ ਅਗਰ ਇਹ 10 ਕਹਿ ਰਿਹਾ ਮੈਂ 20 ਕਹਿ ਕੇ ਦੇਖਾਂ, ਹੋ ਸਕਦਾ 2-4 ਉੱਪਰ ਹੀ ਹੋ ਜਾਣ। ਇਸ ਲਈ ਉਹਨਾਂ ਕਿਹਾ ਨਹੀਂ ਭਾਈ ਮੈਂ ਤਾਂ 20 ਦਾ ਦੇਣਾ ਹੈ, ਮੈਂ ਤਾਂ 20 ਦਾ ਦੇਣਾ ਹੈ। ਤਾਂ ਸੁਨਾਰ ਹੁਣ ਵਪਾਰੀ ਬੰਦਾ ਸੀ, ਸੁਨਾਰ ਨੇ ਕਿਹਾ ਨਹੀਂ
ਮੈਂ 10 ਦੇਣੇ ਆ, ਕਿਉਂਕਿ ਉਹਨੂੰ ਪਤਾ ਸੀ ਇਹਨੂੰ ਇਹਦੇ ਵਾਸਤੇ ਪੱਥਰ ਹੈ, ਇਹਨਾਂ ਮਾਮੂਲੀ ਪੱਥਰ ਸਮਝ ਕੇ 10 ਦਾ ਹੀ ਦੇ ਦੇਣਾ, ਇਸ ਲਈ ਉਹਨਾਂ ਕਿਹਾ ਮੈਂ 10 ਕਹਿਤਾ 10 ਲੈ ਲਾ। ਤਾਂ ਉਸ ਵੇਲੇ ਉਹਨਾਂ ਕਿਹਾ ਨਹੀਂ ਮੈਂ ਤਾਂ 20 ਜੇ ਵੇਚਣਾ ਹੈ। ਸੁਨਾਰ ਕਹਿੰਦਾ ਏਦਾਂ ਕਰ ਫੇ 12 ਰੁਪਏ ਦਊ ਤੈਨੂੰ। ਤਾਂ ਉਹ ਕਹਿੰਦਾ ਨਹੀਂ ਮੈਂ ਤਾਂ 20 ਦੇਣਾ ਹੈ। ਆਖਰ ਕਰਦਾ ਉਹ ਕਹਿੰਦਾ 15। ਦੇਖ ਮੈਂ ਸਾਹਮਣੇ ਦੁਕਾਨ ਤੇ ਜਾ ਰਿਹਾ ਹਾਂ, ਇੱਥੇ ਖੜ ਕੇ ਸੋਚ ਲੈ ਜੇ 15 ਨੂੰ ਰਾਜੀ ਹੁੰਦਾ ਹੈ ਤਾਂ ਮੈਂ ਮੁੜ ਕੇ ਆ ਕੇ 15 ਦੇ ਕੇ ਇਹ ਪੱਥਰ ਤੇ ਕੋ ਲੈ ਜੂ। ਮੈਂ 2 ਮਿੰਟ ਕੰਮ ਕਰਕੇ ਆਇਆ, ਮੈਂ 15 ਦੀ ਬੋਲੀ ਲਾ ਕੇ ਸੁਨਾਰ ਅੰਦਰ ਚਲਾ ਗਿਆ ਔਰ ਫਟਾਫਟ ਆਪਣਾ ਕੰਮ ਕਰਕੇ ਜਦੋਂ ਬਾਹਰ ਵਾਪਸ ਆਇਆ ਤਾਂ ਦੇਖਿਆ ਉਹ ਆਦਮੀ ਖੜਾ ਹੈ ਪਰ ਉਹਦੇ ਹੱਥ 'ਚ ਹੀਰਾ ਨਹੀਂ ਹੈ। ਸੁਨਾਰ ਨੇ ਕਿਹਾ ਭਾਈ ਤੇਰੇ ਹੱਥ 'ਚ ਜਿਹੜਾ ਪੱਥਰ ਸੀ ਕਿੱਥੇ ਗਿਆ? ਤਾਂ ਸੁਨਾਰ ਕਹਿਣ ਲੱਗਾ ਉਹ ਕੋਈ ਆਦਮੀ ਆਇਆ ਸੀ ਉਹ ਖਰੀਦ ਕੇ ਲੈ ਗਿਆ। ਉਹ ਸੁਨਾਰ ਕਹਿੰਦਾ ਲੈ ਗਿਆ? ਕਿੰਨੇ ਦਾ ਲੈ ਕੇ ਗਿਆ? ਕਹਿੰਦਾ ਜੀ ਉਹ ਤਾਂ ਮੈਨੂੰ 1000 ਰੁਪਇਆ ਦੇ ਗਿਆ। ਆਹ ਦੇਖੋ ਕਹਿ ਕੇ ਉਹਨਾਂ 1000 ਰੁਪਇਆ ਗਿਣਾਇਆ। ਤਾਂ ਸੁਨਾਰ ਕਹਿਣ ਲੱਗਾ ਪਾਗਲ ਤੇਰਾ ਦਿਮਾਗ ਖਰਾਬ ਹੈ, ਓਏ ਤੂੰ ਮੂਰਖ ਹੈ, ਉਹ ਕੋਈ ਸਧਾਰਨ ਪੱਥਰ ਨਹੀਂ ਸੀ, ਉਹ ਲੱਖਾਂ ਦਾ ਹੀਰਾ ਸੀ ਜਿਹੜਾ ਤੂੰ 1000 ਰੁਪਏ ਵਿੱਚ ਵੇਚ ਦਿੱਤਾ। ਉਹ ਤੂੰ ਮੂਰਖ ਇੰਨਾ ਘਾਟਾ ਖਾ ਲਿਆ। ਜਦ ਇੰਨੀ ਗੱਲ ਕਹੀ ਨਾ ਸੁਨਾਰ ਨੇ, ਉਹ ਲੱਖਾਂ ਦਾ ਹੀਰਾ ਸੀ ਜਿਹੜਾ ਤੂੰ 1000 ਵਿੱਚ ਵੇਚ ਦਿੱਤਾ, ਓਏ ਮੂਰਖਾ ਘਾਟਾ ਖਾ ਲਿਆ, ਇੰਨਾ ਮੂਰਖ। ਤਾਂ ਅੱਗੇ ਉਹ ਆਦਮੀ ਉੱਚੀ ਉੱਚੀ ਹੱਸਿਆ, ਉਹ ਆਦਮੀ ਉੱਚੀ ਉੱਚੀ ਹੱਸਿਆ। ਸੁਨਾਰ ਕਹਿੰਦਾ ਕਮਾਲ ਦੀ ਗੱਲ ਹੈ, ਇੰਨਾ ਘਾਟਾ ਖਾ ਕੇ ਹੱਸ ਰਿਹਾ ਹੁਣ ਪਾਗਲ ਹੋ ਗਿਆ ਆ? ਉਹ ਕਹਿੰਦਾ ਨਹੀਂ ਮਹਾਰਾਜ ਦਰਅਸਲ ਮੈਂ ਹੱਸ ਰਿਹਾ ਤੁਹਾਡੀ ਮੂਰਖਤਾ ਤੇ, ਕਿ ਮੈਂ ਤਾਂ ਮੂਰਖ ਹਾਂ ਤੁਸੀਂ ਮਹਾ ਮੂਰਖ ਹੋ। ਸੁਨਾਰ ਕਹਿੰਦਾ ਕਿੱਦਾਂ? ਮੈਂ ਕਿੱਦਾਂ ਮਹਾ ਮੂਰਖ? ਉਹ ਕਹਿੰਦਾ ਮੈਂ ਤਾਂ ਅਣਜਾਣ ਸੀ, ਮੈਨੂੰ ਤਾਂ ਨਹੀਂ ਪਤਾ ਸੀ ਕਿ ਹੀਰਾ ਇੰਨਾ ਕੀਮਤੀ ਹੈ ਲੱਖਾਂ ਦਾ, ਮੈਂ 1000 ਚ ਦੇ ਦਿੱਤਾ। ਤਾਂ ਜ਼ਰਾ ਤੁਸੀਂ ਦੇਖੋ ਜੇ ਤੁਹਾਨੂੰ ਪਤਾ ਸੀ ਲੱਖਾਂ ਦਾ ਤੁਸੀਂ 20 ਦੇ ਕੇ ਖਰੀਦ ਲੈਂਦੇ। ਤੁਸੀਂ ਵੀ ਤਾਂ ਕਹਿੰਦੇ ਰਹੇ 12 15 ਹੈ। ਅਸਲੀ ਮੂਰਖ ਕੌਣ ਹੋਇਆ? ਜਦੋਂ ਮੈਂ 20 ਕਿਹਾ ਸੀ ਔਰ ਤੁਹਾਨੂੰ ਪਤਾ ਸੀ ਇਹ ਲੱਖਾਂ ਦਾ ਆ ਤਾਂ ਤੁਸੀਂ 20 ਦੇ ਕੇ ਫਟਾਫਟ ਲੈ ਲੈਂਦੇ। ਤੁਸੀਂ ਕਦੋਂ ਮੋਲ ਭਾਪ ਚ ਪੈ ਗਏ? ਮੈਂ ਤਾਂ ਅਣਜਾਣ ਸੀ, ਮੈਨੂੰ ਨਹੀਂ ਪਤਾ ਸੀ, ਇਸ ਲਈ ਮੈਂ 1000 ਚ ਖੁਸ਼ ਹਾਂ, ਪਰ ਤੁਹਾਨੂੰ ਪਤਾ ਸੀ ਲੱਖਾਂ ਦਾ ਹੈ ਤਾਂ ਤੁਸੀਂ ਲੱਖਾਂ ਦੀ ਚੀਜ਼ ਦੀ ਵੀ ਆ ਬੋਲੀ 12 15 ਲਾਂਦੇ ਰਹੇ, ਤਾਂ ਫਿਰ ਤੁਹਾਡੇ ਤੋਂ ਬੜਾ ਮੂਰਖ ਹੋਰ ਕੌਣ ਹੋਣਾ? ਇਸ ਲਈ ਸੋਚ ਕੇ ਦੇਖੋ ਜ਼ਰਾ। ਇਹ ਕਹਾਣੀ ਕਹਿਣ ਨੂੰ ਤਾਂ ਕਹਾਣੀ ਹੈ ਪਰ ਕਿਤੇ ਨਾ ਕਿਤੇ ਸਾਡੀ ਸਾਰਿਆਂ ਦੀ ਜ਼ਿੰਦਗੀ ਨਾਲ ਜੁੜੀ ਹੋਈ ਹੈ। ਅੱਜ ਇਨਸਾਨ ਵੀ ਆਪਣੇ ਹੀਰੇ ਨਾਲੋਂ ਕੀਮਤੀ ਜੀਵਨ ਦੀ ਕੀਮਤ ਕੀ ਪਾ ਦਿੰਦਾ ਹੈ। ਇਹ ਰੋਟੀ ਪਿੱਛੇ, ਦਾਲ ਪਿੱਛੇ, ਸਬਜ਼ੀ ਪਿੱਛੇ, ਜ਼ਮੀਨਾਂ ਪਿੱਛੇ ਲੜ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਖਤਮ ਕਰ ਦਿੰਦੇ ਹਾਂ। ਯਾਨੀ ਇਹਦੀ ਕੀਮਤ ਕੀ ਸਮਝੀਏ ਅਸੀਂ? ਇਹ ਅਨਮੋਲ ਜੀਵਨ ਹੀਰੇ ਵਰਗਾ, ਅਸੀਂ ਇਹਦੀ ਕੀਮਤ ਨੂੰ ਜਾਣਨ ਦੀ ਬਜਾਏ, ਇਹਦੀ ਕੀਮਤ ਨੂੰ ਪਹਿਚਾਨਣ ਦੀ ਬਜਾਏ, ਇਹਦੇ ਅੰਦਰ ਛੁਪੇ ਹੋਏ ਆਨੰਦ ਨੂੰ ਪ੍ਰਾਪਤ ਕਰਨ ਦੀ ਬਜਾਏ ਅਸੀਂ ਇਹਨੂੰ ਗਵਾ ਕਿੱਥੇ ਰਹੇ ਹਾਂ? ਨਸ਼ਿਆਂ 'ਚ, ਬੁਰਾਈਆਂ 'ਚ, ਮਾੜੇ ਕੰਮਾਂ 'ਚ, ਔਰ ਬਰਬਾਦ ਕਰ ਦਿੰਦੇ ਹਾਂ ਅਸੀਂ। ਕਈ ਵਾਰ ਦੇਖਿਆ ਨਾ ਇੱਕ ਛੋਟੇ ਜਿਹੇ ਪਲਾਟ ਦੀ ਖਾਤਰ ਇੱਕ ਮਰਲੇ ਪਿੱਛੇ ਝਗੜੇ ਹੋ ਜਾਂਦੇ, ਬੰਦੇ ਕਤਲ ਹੋ ਜਾਂਦੇ, ਬੰਦੇ ਮਰ ਜਾਂਦੇ। ਹੋ ਜਾਂਦਾ ਕਿ ਨਹੀਂ? ਤਾਂ ਹੀ ਤਾਂ ਅਸੀਂ ਪਹਿਲਾਂ ਕਿਹਾ ਨਾ ਕਿ ਮਿੱਟੀ ਹੈ ਤੇ ਮਿੱਟੀ ਰਹਿਣਾ, ਫਿਰ ਕਾਦੀ ਬੱਲੇ ਬੱਲੇ ਅੱਜ ਮਿੱਟੀ ਦੇ ਉੱਪਰ ਬੈਠਾ ਕੱਲ ਮਿੱਟੀ ਦੇ ਥੱਲੇ। ਉਹ ਮਿੱਟੀ ਹੈ, ਇੱਕ ਦਿਨ ਮਿੱਟੀ ਜਾਣਾ, ਫਿਰ ਕਾਦੇ ਹੰਕਾਰ 'ਚ ਪਿਆ, ਕਾਦੀ ਬੱਲੇ ਬੱਲੇ 'ਚ ਪਿਆ? ਸਮਝਦੇ ਹੋ ਕਿ ਨਹੀਂ? ਅੱਜ ਜੇ ਮਿੱਟੀ ਦੇ ਉੱਪਰ ਬੈਠਾ ਕੱਲ ਨੂੰ ਮਿੱਟੀ ਦੇ ਥੱਲੇ ਜਾਂਦਿਆਂ ਵੀ ਢੇਰ ਨਹੀਂ ਲੱਗਣੀ। ਇਸ ਲਈ ਐਵੇਂ ਹੰਕਾਰ ਨਾ ਕਰੇ, ਜੀਵਨ ਦੀ ਕੀਮਤ ਨੂੰ ਸਮਝ। ਇਸ ਲਈ ਜੀਵਨ ਬਹੁਤ ਕੀਮਤੀ ਹੈ। ਤਾਂ ਹੀ ਅਸੀਂ ਤੁਹਾਨੂੰ ਵੀ ਕਵਾਂਗੇ ਇਹ ਅਨਮੋਲ ਜੀਵਨ ਦੀ ਕਾਮਿਲ ਮੁਰਸ਼ਦ ਨਾਲ ਜੁੜ ਕੇ, ਕਾਮਿਲ ਗੁਰੂ ਨਾਲ ਜੁੜ ਕੇ ਕੀਮਤ ਨੂੰ ਪਹਿਚਾਨ ਲਓ, ਜਾਣ ਲਓ ਕਿ ਇਹਦੇ ਅੰਦਰ ਛੁਪਿਆ ਹੋਇਆ, ਜਿੱਦਾਂ ਕਹਿੰਦੇ ਨਾ ਕਿ ਸਤਿਗੁਰ ਹੱਥ ਕੁੰਜੀ ਹੋਰ ਤਾਂ ਦਰ ਖੁੱਲੇ ਨਹੀਂ, ਗੁਰੂ ਪੂਰੇ ਭਾਗ ਮਿਲਾਵਣੇ। ਕਿ ਕੁੰਜੀ ਚਾਹੀਦੀ ਹੈ ਇਨਸਾਨ ਨੂੰ ਤਾਂ ਕਿ ਉਹਨੂੰ ਪਤਾ ਲੱਗੇ ਕਿ ਆਪਣੇ ਅੰਦਰ ਦਾ ਦਰਵਾਜ਼ਾ ਖੋਲ ਕੇ ਦੇਖੇ ਕਿ ਮੇਰੇ ਅੰਦਰ ਕਿਹੜੇ ਖਜ਼ਾਨੇ ਲੁਕੇ ਹੋਏ ਆ, ਕਿਹੜੇ ਖਜ਼ਾਨੇ ਛੁਪੇ ਹੋਏ ਆ, ਤਾਂ ਮੈਂ ਕਿੱਥੇ ਘੁੰਮੀ ਜਾਂਦਾ। ਸਮਝਦੇ ਹੋ ਕਿ ਨਹੀਂ? ਬਹੁਤ ਬੜੇ ਖਜ਼ਾਨੇ ਆ ਤੁਹਾਡੇ ਅੰਦਰ, ਔਰ ਇਹ ਮਜ਼ਾਕ 'ਚ ਨਹੀਂ ਕਹਿ ਰਹੇ ਅਸੀਂ। ਸਮਝਦੇ ਹੋ ਕਿ ਨਹੀਂ? ਜਿੱਦਾਂ ਹੀ ਦੱਸੀਦਾ ਨਾ ਕਿ ਸ਼੍ਰੀ ਕ੍ਰਿਸ਼ਨ ਨੇ ਜਦੋਂ ਅਰਜੁਨ ਨੂੰ ਸਮਝਾਇਆ ਤਾਂ ਅਰਜੁਨ ਨੂੰ ਸਮਝ ਹੀ ਨਾ ਆਉਂਦੀ ਸੀ, ਪਰ ਫਿਰ ਜਦੋਂ ਅਰਜੁਨ ਨੂੰ ਉਹ ਦਿਵਿਆ ਚਕਸ਼ੂ ਦਿੱਤੇ ਤਾਂ ਫਿਰ ਅਰਜੁਨ ਨੇ ਜਦੋਂ ਵਿਸ਼ਵ ਰੂਪ ਦੇਖਿਆ ਫਿਰ ਉਹਨੂੰ ਸਮਝ ਆਈ ਕਿ ਵਾਕਿਆ ਹੀ ਆ ਜਿਹਨਾਂ ਨੂੰ ਮੈਂ ਕ੍ਰਿਸ਼ਨ ਸਮਝਦਾ ਸੀ ਇਹਨਾਂ ਅੰਦਰ ਹੀ ਤਾਂ ਉਹ ਭਗਵਾਨ ਹੈ। ਯਾਨੀ ਇਹੀ ਤਾਂ ਹੈ। ਇਸੇ ਤਰ੍ਹਾਂ ਗੱਲ ਸਿਰਫ ਸ਼੍ਰੀ ਕ੍ਰਿਸ਼ਨ ਦੀ ਨਹੀਂ ਹੈ, ਗੱਲ ਸਾਡੀ ਸਾਰਿਆਂ ਦੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਜਦ ਤੱਕ ਅਸੀਂ ਸਰੀਰ ਦੀਆਂ ਅੱਖਾਂ ਨਾਲ ਦੇਖਾਂਗੇ ਉਦੋਂ ਤੱਕ ਸਾਨੂੰ ਸੰਸਾਰ ਨਜ਼ਰ ਆਏਗਾ, ਪਰ ਜਦੋਂ ਉਹ ਅੱਖ ਅੰਦਰਲੀ ਬੰਦੇ ਦੀ ਖੁੱਲਦੀ ਹੈ ਤਾਂ ਫਿਰ ਇਨਸਾਨ ਨੂੰ ਸੰਸਾਰ ਬਣਾਉਣ ਵਾਲਾ ਪ੍ਰਮਾਤਮਾ, ਉਹ ਪ੍ਰਭੂ ਨਜ਼ਰ ਆਉਂਦਾ ਹੈ। ਇਸ ਲਈ ਕਦੋਂ ਤੱਕ ਸੰਸਾਰ ਹੀ ਦੇਖਦੇ ਰਵਾਂਗੇ? ਹੁਣ ਥੋੜਾ ਜਿਹਾ ਕੁਝ ਐਸਾ ਕਰ ਲਈਏ ਕਿ ਸੰਸਾਰ ਨੂੰ ਬਣਾਉਣ ਵਾਲਾ ਜੋ ਪ੍ਰਮਾਤਮਾ ਹੈ ਉਹਨੂੰ ਵੀ ਦੇਖ ਲਈਏ, ਉਹਦੀ ਵੀ ਝਲਕ ਮਿਲ ਜਾਵੇ, ਕਿਉਂਕਿ ਤੁਹਾਡੇ ਅੰਦਰ ਹੀ ਤਾਂ ਛੁਪਿਆ ਬੈਠਾ, ਉਹ ਤੁਹਾਡੇ ਅੰਦਰ ਹੀ ਤਾਂ ਲੁਕਿਆ ਹੋਇਆ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਅੱਜ ਤੋਂ ਆਪਣੀ ਸੁਰਤੀ ਨੂੰ ਅਸੀਂ ਜੋੜਨਾ ਹੈ ਆਪਣੇ ਮਾਲਿਕ ਦੇ ਨਾਲ, ਔਰ ਜਿੱਦਾਂ ਦੱਸਿਆ ਆਪਣੇ ਆਪ ਨੂੰ ਅਨਕੰਪਲੀਟ ਨਹੀਂ ਸਮਝਣਾ,
ਆਪਣੇ ਆਪ ਨੂੰ ਅਧੂਰਾ ਨਹੀਂ ਸਮਝਣਾ, ਕਿਉਂਕਿ ਉਹ ਪ੍ਰਮਾਤਮਾ ਕੋਈ ਵੀ ਚੀਜ਼ ਅਧੂਰੀ ਨਹੀਂ ਬਣਾਉਂਦਾ, ਉਹ ਜਿਸ ਨੂੰ ਵੀ ਬਣਾਉਂਦਾ ਹੈ ਪੂਰਨ ਬਣਾਉਂਦਾ ਹੈ, ਸੰਪੂਰਨ ਬਣਾਉਂਦਾ। ਚਾਹੇ ਇੱਕ ਘਾਹ ਦਾ ਫੁੱਲ ਵੀ ਹੈ ਨਾ, ਉਹ ਵੀ ਉਹਨੇ ਕੰਪਲੀਟ ਬਣਾਇਆ ਹੈ। ਸਮਝਦੇ ਹੋ ਕਿ ਨਹੀਂ? ਇਹਦੇ ਛੋਟੀ ਤੋਂ ਛੋਟੀ ਚੀਜ਼ ਵੀ ਉਹਦੀਆਂ ਨਜ਼ਰਾਂ 'ਚ ਸੰਪੂਰਨ ਹੈ। ਇਸ ਲਈ ਤੁਸੀਂ ਵੀ ਸੰਪੂਰਨ ਹੋ। ਬਸ ਆਪਣੀ ਸੰਪੂਰਨਤਾ ਦਾ ਜਿਹੜਾ ਬੋਧ ਹੈ, ਜਿਹੜਾ ਗਿਆਨ ਹੈ, ਉਹ ਇਨਸਾਨ ਨੂੰ ਪੂਰਨ ਤੌਰ ਤੇ ਉਦੋਂ ਹੁੰਦਾ ਜਦੋਂ ਇਨਸਾਨ ਆਪਣੇ ਅੰਦਰ ਉਤਰ ਕੇ ਦੇਖਦਾ ਹੈ। ਤਾਂ ਹੀ ਤਾਂ ਕਈ ਵਾਰ ਪਰਮਾਤਮਾ ਬਾਹਰੋਂ ਕਈ ਟਾਈਮ ਤੇ ਬਾਹਰੋਂ ਦਰਵਾਜ਼ੇ ਬੰਦ ਕਰ ਦਿੰਦਾ ਹੈ। ਕਿਉਂ ਕਰ ਦਿੰਦਾ ਹੈ ਬੰਦ? ਤਾਂ ਕਿ ਬਾਹਰਲੇ ਦਰਵਾਜ਼ੇ ਰੱਬ ਇਸ ਲਈ ਬੰਦ ਕਰ ਦਿੰਦਾ ਕਿ ਅਸੀਂ ਆਪਣੇ ਅੰਦਰ ਉਤਰ ਕੇ ਆਪਣੇ ਅੰਦਰਲੀ ਸ਼ਕਤੀ ਨੂੰ ਪਹਿਚਾਨ ਸਕੀਏ ਕਿ ਸਾਡੇ ਅੰਦਰ ਕਿਹੜੀ ਤਾਕਤ ਬੈਠੀ ਹੋਈ ਹੈ। ਉਹ ਉਦੋਂ ਹੀ ਇਨਸਾਨ ਅੰਦਰ ਉਤਰਦਾ ਜਦੋਂ ਬਾਹਰੋਂ ਇਨਸਾਨ ਨੂੰ ਸਾਰੇ ਦਰਵਾਜ਼ੇ ਬੰਦ ਨਜ਼ਰ ਆਉਂਦੇ ਆ ਨਾ, ਕਿ ਹੁਣ ਬਾਹਰੋਂ ਕਿੱਥੇ ਦੌੜਾਂ, ਕੀ ਕਰਾਂ ਮੈਂ। ਤਾਂ ਫਿਰ ਰੱਬ ਕਹਿੰਦਾ ਹੈ ਹੁਣ ਬਾਹਰ ਦੌੜਨ ਦੀ ਲੋੜ ਨਹੀਂ, ਆਪਣੇ ਅੰਦਰ ਝਾਤੀ ਮਾਰ ਕੇ ਤੇਰੇ ਅੰਦਰ ਕਿਹੜੀ ਤਾਕਤ ਬੈਠੀ ਹੋਈ ਹੈ। ਇਸ ਲਈ ਅਸੀਂ ਤੁਹਾਨੂੰ ਵੀ ਕਹਾਂਗੇ ਕਿ ਆਪਣੇ ਅੰਦਰਲੀ ਸ਼ਕਤੀ ਨੂੰ ਪਹਿਚਾਨੋ, ਕਾਮਿਲ ਸੰਤ ਗੁਰੂ ਰਹਿਬਰ ਦੇ ਨਾਲ ਜੁੜੋ, ਤਾਂ ਕਿ ਤੁਸੀਂ ਆਪਣੇ ਅੰਦਰ ਉਤਰ ਕੇ ਉਹ ਪਰਮ ਸ਼ਕਤੀ ਨੂੰ ਜਾਣ ਕੇ ਆਪਣੇ ਜੀਵਨ ਨੂੰ, ਆਪਣੇ ਜਨਮ ਨੂੰ ਸਫਲ ਬਣਾ ਸਕੋ। ਬੋਲੋ, ਸਮਝਦੇ ਹੋ ਕਿ ਨਹੀਂ? ਇਸ ਲਈ ਇੱਕ ਗੱਲ ਹੋਰ ਕਹਾਂਗੇ ਜਿਹੜੀ ਕਿ ਬੜੀ ਜ਼ਰੂਰੀ ਹੈ ਕਿ ਤੇਰੇ ਭਾਣੇ ਜੋ ਵੀ ਕਰੇ ਭਲਾ ਬੁਰਾ ਸੰਸਾਰ, ਨਾਰਾਇਣ ਤੂੰ ਬੈਠ ਕੇ ਆਪਣਾ ਭਵਨ ਬੁਹਾਰ। ਇਹ ਗੱਲ ਯਾਦ ਰੱਖਣਾ, ਕਿਉਂਕਿ ਕਈ ਵਾਰ ਇਨਸਾਨ ਕੀ ਕਹਿੰਦਾ ਹੈ ਕਿ ਲੈ ਉਹ ਇਦਾਂ ਕਰ ਰਿਹਾ ਹੈ, ਉਹ ਬੁਰਾ ਕਰ ਰਿਹਾ ਤਾਂ ਮੈਂ ਬੁਰਾ ਕਰ ਰਿਹਾ ਹਾਂ, ਮੈਂ ਉਹਦਾ ਰਿਪਲਾਈ ਕਰ ਰਿਹਾ, ਜਵਾਬ ਦੇ ਰਿਹਾ ਹਾਂ। ਤੇ ਇੱਕ ਗੱਲ ਯਾਦ ਰੱਖੋ ਕਿ ਤੁਹਾਡੇ ਭਾਣੇ ਦੁਨੀਆ ਜੋ ਮਰਜ਼ੀ ਕਰੇ, ਬੋਲੋ ਸਮਝਦੇ ਹੋ ਕਿ ਨਹੀਂ, ਪਰ ਤੁਸੀਂ ਆਪਣਾ ਨਿਯਮ ਬਣਾਓ ਕਿ ਮੈਂ ਜਦ ਵੀ ਕਰਨਾ ਹੈ ਅੱਛਾ ਕਰਨਾ ਹੈ, ਕਿਉਂਕਿ ਉਹਦੀ ਕੀਤੀ ਦਾ ਫਲ ਉਹਨੂੰ ਮਿਲਣਾ ਹੈ ਤਾਂ ਮੇਰੀ ਕੀਤੀ ਦਾ ਫਲ ਮੈਨੂੰ। ਹੁਣ ਏਦਾਂ ਸਮਝ ਲਓ ਕਿ ਇੱਕ ਇਨਸਾਨ ਆਪਣੇ ਘਰ 'ਚ ਕਚਰਾ ਖਿਲਾਰੀ ਜਾਵੇ, ਕੂੜਾ ਖਿਲਾਰੀ ਜਾਵੇ, ਤਾਂ ਹੁਣ ਉਹਨੂੰ ਆਪਣੇ ਘਰ 'ਚ ਕਚਰਾ ਕੂੜਾ ਖਿਲਾਰਦਿਆਂ ਦੇਖ ਕੇ ਮੈਂ ਆਪਣੇ ਘਰ 'ਚ ਕੂੜਾ ਕਚਰਾ ਖਿਲਾਰਾਂ, ਤਾਂ ਇਹ ਫਿਰ ਸਮਝਦਾਰੀ ਨਹੀਂ ਹੈ। ਸਮਝਦਾਰੀ ਕੀ ਹੈ? ਭਾਈ ਤੇਰਾ ਦਿਲ ਕਰਦਾ ਤੂੰ ਕਚਰਾ ਖਿਲਾਰ, ਮੈਂ ਤਾਂ ਆਪਣੇ ਘਰ ਦੀ ਸਫਾਈ ਰੱਖਣੀ ਹੈ। ਇਸ ਲਈ ਕਿਹਾ ਹੈ ਕਿ ਤੇਰੇ ਭਾਣੇ ਜੋ ਵੀ ਕਰੇ ਭਲਾ ਬੁਰਾ ਸੰਸਾਰ। ਤੂੰ ਦੂਜੇ ਦੀ ਕਰਨੀ ਨਾ ਦੇਖ ਕਿ ਦੂਜਾ ਕੀ ਕਰ ਰਿਹਾ, ਤੂੰ ਇਹ ਦੇਖ ਮੈਂ ਕੀ ਕਰ ਸਕਦਾ ਹਾਂ। ਕਿਉਂਕਿ ਜਦ ਵੀ ਇਨਸਾਨ ਨੂੰ ਮਾਣ ਮਿਲਦਾ ਹੈ, ਸਨਮਾਨ ਮਿਲਦਾ ਹੈ, ਜਦ ਵੀ ਦੁਨੀਆ ਯਾਦ ਰੱਖਦੀ ਹੈ ਨਾ, ਤਾਂ ਇਹ ਇਸ ਕਰਕੇ ਯਾਦ ਨਹੀਂ ਰੱਖਦੀ ਕਿ ਅਸੀਂ ਦੁਨੀਆ ਤੋਂ ਕੀ ਲਿਆ, ਬਲਕਿ ਇਸੇ ਯਾਦ ਰੱਖਦੀ ਕਿ ਅਸੀਂ ਦੁਨੀਆ ਦੀ ਖਾਤਰ ਕੀ ਕੀਤਾ। ਜ਼ਰਾ ਗੌਰ ਕਰਕੇ ਦੇਖਣਾ, ਜੇ ਅੱਜ ਗੁਰੂਆਂ ਰਹਿਬਰਾਂ ਨੂੰ ਯਾਦ ਕੀਤਾ ਜਾਂਦਾ ਹੈ, ਜੇ ਅਸੀਂ ਕਹਿ ਦਿੰਦੇ ਨਾ ਕਿ ਚਲੋ ਗੁਰੂਆਂ ਰਹਿਬਰਾਂ ਦੀ ਗੱਲ ਵੀ ਛੱਡੀਏ, ਜੇ ਅਸੀਂ ਉਹ ਸ਼ਹੀਦਾਂ ਦੀ ਗੱਲ ਵੀ ਕਰ ਲਈਏ ਕਿ ਭਗਤ ਸਿੰਘ ਸ਼ਹੀਦ ਹੋਏ ਆ, ਉਹਨਾਂ ਨੂੰ ਕਿਉਂ ਯਾਦ ਕੀਤਾ ਜਾਂਦਾ? ਕਿਉਂਕਿ ਦੇਸ਼ ਦੀ ਖਾਤਰ ਕੁਝ ਕਰਕੇ ਗਏ ਹੈ। ਜਦੋਂ ਇਨਸਾਨ ਕੁਝ ਐਸਾ ਕਰਦਾ ਦੂਸਰਿਆਂ ਦੀ ਖਾਤਰ, ਫਿਰ ਉਹਦਾ ਨਾਮ ਦੁਨੀਆ ਯਾਦ ਰੱਖਦੀ ਹੈ। ਇਸ ਲਈ ਬੰਦਾ ਕਹਿੰਦਾ ਇਹ ਦੁਨੀਆ ਨੇ ਮੇਰੀ ਖਾਤਰ ਕੀ ਕੀਤਾ, ਉਹ ਫਲਾਨੀ ਚੀਜ਼ ਨੇ ਮੇਰੀ ਖਾਤਰ ਕੀ ਕੀਤਾ, ਉਹਨਾਂ ਮੇਰੀ ਖਾਤਰ ਕੀ ਕੀਤਾ। ਉਹ ਇਹ ਨਾ ਦੇਖੋ ਦੂਜਾ ਮੇਰੀ ਖਾਤਰ ਕੀ ਕਰ ਰਿਹਾ, ਬਲਕਿ ਇਹ ਦੇਖੋ ਕਿ ਮੈਂ ਕੀ ਉਹਦੀ ਖਾਤਰ ਕਰ ਸਕਦਾ, ਮੈਂ ਅੱਛਾ ਕੀ ਕਰ ਸਕਦਾ। ਕਿਉਂਕਿ ਤੁਹਾਡੀ ਕੀਤੀ ਅੱਛਾਈ ਤੁਹਾਡੇ ਇੱਥੇ ਵੀ ਕੰਮ ਆਣੀ ਹੈ ਤਾਂ ਉੱਥੇ ਵੀ ਕੰਮ ਆਣੀ ਹੈ, ਕਿਉਂਕਿ ਉੱਥੇ ਅਮਲਾਂ ਦੇ ਹੁਣੇ ਨੇ ਨਵੇੜੇ ਕਿਸੇ ਨਹੀਂ ਤੇਰੀ। ਇਸ ਲਈ ਸੋਚੋ ਜ਼ਰਾ, ਇਸ ਸ਼ਲੋਕ ਅੰਦਰ ਇਹੀ ਚੀਜ਼ ਦੱਸੀ ਗਈ ਹੈ ਕਿ ਤੇਰੇ ਭਾਣੇ ਜੋ ਵੀ ਕਰੇ ਭਲਾ ਬੁਰਾ ਸੰਸਾਰ, ਕਿ ਦੂਜਾ ਭਲਾ ਕਰੇ ਦੂਜਾ ਬੁਰਾ ਕਰੇ ਉਹ ਉਹਦੀ ਕਰਨੀ ਹੈ। ਨਾਰਾਇਣ ਤੂੰ ਬੈਠ ਕੇ ਆਪਣਾ ਭਵਨ ਬੁਹਾਰ। ਭਵਨ ਕਹਿੰਦੇ ਘਰ ਨੂੰ, ਬੁਹਾਰੀ ਦਾ ਮਤਲਬ ਹੁੰਦਾ ਝਾੜੂ ਲਾ। ਤੂੰ ਆਪਣੀ ਕਰਨੀ ਨੂੰ ਦੇਖ ਕਿ ਤੇਰੇ ਅੰਦਰ ਜਿਹੜੀਆਂ ਕਮੀਆਂ ਮੈਂ ਇਹਨਾਂ ਨੂੰ ਸਾਫ਼ ਕਰਾਂ, ਦੂਜਾ ਕੀ ਕਰਦਾ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਮੈਂ ਆਪਣੇ ਘਰ ਨੂੰ ਸਾਫ਼ ਰੱਖਣਾ ਹੈ, ਮੈਂ ਆਪਣੀ ਕਰਨੀ ਨੂੰ ਸਾਫ਼ ਰੱਖਣਾ ਹੈ, ਕਿਉਂਕਿ ਜਦ ਵੀ ਮੈਨੂੰ ਫਲ ਮਿਲਣਾ ਮੇਰੀ ਆਪਣੀ ਕਰਨੀ ਦਾ ਮਿਲਣਾ ਹੈ। ਜਦੋਂ ਮੈਂ ਕਿਸੇ ਨਾਲ ਅੱਛਾ ਕਰਦਾ ਆ ਤਾਂ ਦੁਨੀਆ ਮੰਨੇ ਨਾ ਮੰਨੇ, ਦੁਨੀਆ ਜਾਣੇ ਨਾ ਜਾਣੇ, ਪਰ ਇੱਕ ਤਾਕਤ ਹੈ ਜੋ ਜਾਣ ਵੀ ਰਹੀ ਹੈ, ਦੇਖ ਵੀ ਰਹੀ ਹੈ ਕਿ ਬੰਦਾ ਅੱਛਾ ਕਰ ਰਿਹਾ ਹੈ, ਤਾਂ ਜਿੰਨੇ ਵੀ ਫਲ ਹੈ ਨਾ ਇਹ ਉਹਦੀ ਤਰਫੋਂ ਮਿਲਣੇ ਆ, ਬੰਦੇ ਦੀ ਤਰਫੋਂ ਨਹੀਂ। ਇਹ ਗੱਲ ਹਮੇਸ਼ਾ ਯਾਦ ਰੱਖੋ। ਸਮਝ ਆ ਰਹੀ ਕਿ ਨਹੀਂ? ਤਾਂ ਹੀ ਤਾਂ ਨਿਊਟਨ ਦਾ ਤੀਸਰਾ ਨਿਯਮ, ਜਿਹੜੇ ਇੱਥੇ ਬੱਚੇ ਸਾਇੰਸ ਨਾਲ ਜੁੜੇ ਹੋਏ ਬੈਠੇ ਹੈ, ਉਹਨਾਂ ਨੂੰ ਪਤਾ ਹੋਏਗਾ ਕਿ ਨਿਊਟਨ ਦਾ ਤੀਸਰਾ ਨਿਯਮ ਕੀ ਹੈ, ਕਿ ਹਰ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਹੈ। ਇਹਦਾ ਮਤਲਬ ਕੀ ਹੈ? ਜੈਸਾ ਅਸੀਂ ਕਰਨਾ ਹੈ ਵੈਸਾ ਸਾਡੇ ਵੱਲ ਰਿਟਰਨ ਹੋ ਕੇ ਆਣਾ ਹੀ ਹੈ। ਜੋ ਵੀ ਅਸੀਂ ਕੰਮ ਕਰਦੇ ਆ ਉਹ ਕਹਿੰਦੇ ਬੰਦਾ ਕਰੇ ਨਾ ਕਰੇ, ਯਾਨੀ ਉਹਦਾ ਰਿਜ਼ਲਟ ਦੇਵੇ ਨਾ ਦੇਵੇ, ਇਹ ਕੁਦਰਤ ਦਾ ਨਿਯਮ ਹੈ ਕਿ ਜੋ ਵੀ ਅਸੀਂ ਕਰਨਾ ਆ ਉਹ ਸਾਡੇ ਵੱਲ ਆਣਾ ਹੀ ਹੈ। ਇਸ ਲਈ ਦੂਸਰਾ ਬੁਰਾ ਕਰੇਗਾ, ਬੁਰੀ ਸੋਚ ਰੱਖੇਗਾ ਤਾਂ ਉਹਦੇ ਵੱਲ ਬੁਰਾ ਹੀ ਆਏਗਾ, ਤਾਂ ਜੇ ਤੁਸੀਂ ਅੱਛਾ ਕਰੋਗੇ, ਅੱਛੀ ਸੋਚ ਰੱਖੋਗੇ ਤਾਂ ਤੁਹਾਡੇ ਵੱਲ ਅੱਛਾ ਹੀ ਆਏਗਾ। ਇਹ ਕਦੀ ਹੋ ਹੀ ਨਹੀਂ ਸਕਦਾ, ਕਿਉਂਕਿ ਇਹ ਸਾਇੰਟਿਸਟ ਨਿਊਟਨ ਨੇ ਵੀ ਇਹ ਥਿਉਰੀ ਵਿੱਚ ਮੰਨਿਆ ਹੈ। ਤਾਂ ਹੀ ਤਾਂ ਉਹਦਾ ਤੀਸਰਾ ਨਿਯਮ, ਤੁਸੀਂ ਮੋਬਾਈਲ ਤੇ ਜਾ ਕੇ ਸਰਚ ਕਰੋਗੇ ਨਿਊਟਨ ਦਾ ਤੀਸਰਾ ਨਿਯਮ,
ਤਾਂ ਆਪਣੇ ਆਪ ਹੀ ਤੁਹਾਡੇ ਮੂਹਰੇ ਸਾਰੀ ਲਾਈਨ ਆ ਜਾਣੀ ਹੈ ਕਿ ਹਰ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਹੈ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਅਗਰ ਇਧਰੋਂ ਤੁਸੀਂ ਸਮਾਈਲ ਕਰੋਗੇ ਤਾਂ ਅੱਗਿਓਂ ਵੀ ਸਮਾਈਲ ਹੀ ਆਣੀ ਹੈ। ਸਮਝਦੇ ਹੋ ਕਿ ਨਹੀਂ? ਇਧਰੋਂ ਗਾਲੀ ਦਵੋਗੇ ਤਾਂ ਅੱਗਿਓਂ ਵੀ ਗਾਲੀ ਆਣੀ ਹੈ। ਉਹ ਕਹਿੰਦੇ ਇਹੀ ਤਾਂ ਕੰਮ ਹੈ। ਹਾਂ, ਇਹ ਵੀ ਫਰਕ ਪੈ ਸਕਦਾ ਹੈ ਕਿ ਤੂੰ ਇੱਕ ਗਾਲੀ ਦੇਵੇਂ ਤਾਂ ਅੱਗਿਓਂ ਚਾਰ ਆ ਜਾਣ। ਸਮਝਦੇ ਹੋ ਕਿ ਨਹੀਂ? ਤੂੰ ਇੱਕ ਸਮਾਈਲ ਦੇਵੇਂ ਅੱਗਿਓਂ ਚਾਰ ਸਮਾਈਲ ਆ ਜਾਣ। ਕਿਉਂਕਿ ਹੁਣ ਦੇਖੋ, ਇਹ ਇਕੱਲੇ ਬੈਠੇ ਸਮਾਈਲ ਦੇਵਾਂਗੇ ਤਾਂ ਤੁਸੀਂ ਕਿੰਨੇ ਜਣੇ ਬੈਠੇ ਆ, ਤੁਹਾਡੀ ਸਮਾਈਲ ਆਏਗੀ ਕਿ ਨਹੀਂ? ਸਮਝਦੇ ਹੋ ਕਿ ਨਹੀਂ? ਇਹੀ ਤਾਂ ਕਹਿੰਦੇ ਕਿ ਹਰ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਹੈ। ਤਾਂ ਜੇ ਅਸੀਂ ਤੁਹਾਨੂੰ ਘੂਰ ਕੇ ਦੇਖੀ ਜਾਵਾਂਗੇ, ਤੁਸੀਂ ਕਹਿੰਦੇ ਉੱਠ ਕੇ ਚਲੋ ਭਾਈ, ਇੱਥੇ ਤਾਂ ਹੈ ਇਹ ਘੂਰ ਕੇ ਦੇਖੀ ਜਾਂਦੇ। ਕਹਿਣ ਦਾ ਮਤਲਬ ਕੀ ਹੈ? ਪਿਆਰ ਨੂੰ ਪਿਆਰ ਖਿੱਚਦਾ ਕਿ ਨਹੀਂ? ਖੁਸ਼ੀ ਨੂੰ ਖੁਸ਼ੀ ਖਿੱਚਦੀ ਹੈ। ਇਸ ਲਈ ਹਰ ਕਿਰਿਆ ਦੀ ਪ੍ਰਤੀਕਿਰਿਆ ਦਾ ਮਤਲਬ ਹੈ ਕਿ ਅਗਰ ਤੂੰ ਖੁਸ਼ੀ ਚਾਹੁੰਦਾ ਤਾਂ ਦੂਜਿਆਂ ਨੂੰ ਖੁਸ਼ੀ ਦੇਣੀ ਸਿੱਖ, ਤਾਂ ਤੇਰੇ ਵੱਲ ਖੁਸ਼ੀਆਂ ਆਣੀਆਂ ਸ਼ੁਰੂ ਹੋ ਜਾਣਗੀਆਂ। ਜੇ ਤੂੰ ਦੂਜਿਆਂ ਨੂੰ ਕਾਮਯਾਬ ਹੋਣ ਵਿੱਚ ਹੈਲਪ ਕਰੇਗਾ ਤਾਂ ਤੂੰ ਵੀ ਕਾਮਯਾਬ ਹੁੰਦਾ ਚਲਾ ਜਾਏਗਾ। ਜੇ ਤੂੰ ਦੂਜਿਆਂ ਨੂੰ ਸ਼ਾਂਤੀ ਦੇਏਗਾ ਤਾਂ ਤੈਨੂੰ ਵੀ ਸ਼ਾਂਤੀ ਜ਼ਰੂਰ ਮਿਲੇਗੀ। ਜੇ ਤੂੰ ਦੂਜਿਆਂ ਨੂੰ क्षमा ਕਰੇਗਾ ਤਾਂ ਤੈਨੂੰ ਵੀ क्षमा ਜ਼ਰੂਰ ਮਿਲੇਗੀ। ਤਾਂ ਹੀ ਤਾਂ ਬਾਈਬਲ ਦੇ ਅੰਦਰ जीसस क्राइस्ट ने भी किया है कि जो क्षमा करते हैं उन्हें क्षमा किया जाएगा, जो दूसरों पर दया करते हैं उन पर दया की जाएगी। ਕਹਿੰਦੇ ਜਿਹੜਾ ਦੂਜੇ ਨੂੰ क्षमा ਕਰਦਾ ਹੈ ਨਾ, ਤਾਂ ਰੱਬ ਪਤਾ ਕੀ ਕਹਿੰਦਾ ਹੈ ਕਿ ਇਹ ਉਹ ਹੈ ਜਿਹੜਾ ਦੂਜਿਆਂ ਨੂੰ ਮਾਫ ਕਰਦਾ ਸੀ, ਅੱਜ ਮੇਰੇ ਕੋਲ ਆ ਗਿਆ, ਮੈਂ ਵੀ ਇਹਨੂੰ ਮਾਫ ਕਰਦਾ। ਇਹ ਉਹ ਹੈ ਜੋ ਦੂਜਿਆਂ ਤੇ ਦਇਆ ਕਰਦਾ ਸੀ। ਬੇਸ਼ੱਕ ਅੱਜ ਇਹ ਪਾਪੀ ਹੈ, ਬੁਰਾ ਹੈ, ਪਰ ਇਹ ਦੂਜਿਆਂ ਤੇ ਦਇਆ ਕਰਦਾ ਸੀ, ਅੱਜ ਮੈਂ ਇਹ ਤੇ ਦਇਆ ਕਰਦਾ। ਸਮਝਦੇ ਹੋ ਕਿ ਨਹੀਂ? ਕਹਿੰਦੇ ਨੇ ਇੱਕ ਫਕੀਰ ਦੀ ਦੁਕਾਨ ਸੀ, ਇੱਕ ਮਨਮੁਖੀ ਇਨਸਾਨ ਆਂਦਾ ਸੀ, ਉਹ ਖੋਟਾ ਪੈਸਾ ਦੇ ਕੇ ਸੌਦਾ ਲੈ ਕੇ ਚਲਾ ਜਾਂਦਾ ਸੀ। ਤਾਂ ਫਕੀਰਾਂ ਨੇ ਖੋਟਾ ਪੈਸਾ ਲੈਣਾ, ਉਹਨੂੰ ਦੇਖਣਾ, ਔਰ ਅਲੱਗ ਇੱਕ ਉਹਨਾਂ ਨੇ ਗੁਲਕ ਬਣਾਈ ਸੀ, ਉਹਦੇ 'ਚ ਰੱਖੀ ਜਾਣਾ। ਯਾਨੀ ਜਿਹੜਾ ਉਹਨਾਂ ਖੋਟਾ ਪੈਸਾ ਦੇਣਾ, ਅਲੱਗ ਜਗ੍ਹਾ ਰੱਖੀ ਜਾਣਾ। ਇੱਕ ਦਿਨ ਫਕੀਰ ਕਿਤੇ ਬਾਹਰ ਸੀ ਤਾਂ ਉਹਨਾਂ ਦਾ ਨੌਕਰ ਦੁਕਾਨ ਤੇ ਖੜਾ ਸੀ। ਅੱਜ ਉਹ ਆਦਮੀ ਆਇਆ, ਆ ਕੇ ਖੋਟਾ ਸਿੱਕਾ ਦੇ ਕੇ ਸੌਦਾ ਲਿਆ ਪਹਿਲਾਂ ਉਹਨੂੰ, ਫਿਰ ਖੋਟਾ ਸਿੱਕਾ ਦੇਣ ਲੱਗਾ ਤਾਂ ਨੌਕਰ ਨੇ ਦੇਖਿਆ ਖੋਟਾ ਹੈ, ਵਾਪਸ ਕੀਤਾ, ਕਹਿੰਦਾ ਭਾਈ ਇਹ ਖੋਟਾ, ਲੈ ਜਾ ਵਾਪਸ, ਖਰਾ ਸਿੱਕਾ ਦੇ। ਤਾਂ ਉਹ ਆਦਮੀ ਕਹਿਣ ਲੱਗਾ ਮੈਂ ਤਾਂ ਅੱਗੇ ਉਹ ਫਕੀਰ ਨੂੰ ਇਹੀ ਸਿੱਕਾ ਦੇ ਕੇ ਜਾਂਦਾ ਸੀ, ਅੱਗੇ ਤਾਂ ਮੈਂ ਦੇ ਕੇ ਜਾਂਦਾ ਸੀ, ਅੱਗੇ ਤਾਂ ਕਦੀ ਰੋਕਿਆ ਨਹੀਂ, ਮੈਨੂੰ ਮਨਾ ਨਹੀਂ ਕੀਤਾ, ਅੱਜ ਕਿਉਂ? ਤਾਂ ਉਸ ਲਈ ਕਹਿੰਦਾ ਉਹਨਾਂ ਦੀ ਉਹ ਜਾਣਨ, ਪਰ ਮੈਨੂੰ ਆਖਿਆ ਹੈ, ਮੈਨੂੰ ਪਤਾ ਹੈ ਖੋਟਾ ਹੈ ਇਹ, ਮੈਂ ਨਹੀਂ ਲੈਂਦਾ, ਖਰਾ ਦੇ। ਹਾਲੇ ਬਹਿਸ ਚੱਲ ਰਹੀ ਸੀ ਜਦ ਨੂੰ ਫਕੀਰ ਆ ਗਏ। ਫਕੀਰ ਆਏ, ਫਕੀਰਾਂ ਨੇ ਜਦੋਂ ਦੇਖਿਆ ਬਹਿਸਦਿਆਂ ਨੂੰ ਕਿ ਇਹ ਤਾਂ ਉਹੀ ਆਦਮੀ ਜਿਹੜਾ ਖੋਟਾ ਸਿੱਕਾ ਦੇ ਕੇ ਜਾਂਦਾ ਹੁੰਦਾ ਸੀ, ਜਦੋਂ ਬਹਿਸ ਹੁੰਦੀ ਦੇਖੀ, ਆਪਣੇ ਨੌਕਰ ਨੂੰ ਕਿਹਾ ਬੇਟਾ ਕੀ ਗੱਲ ਹੋ ਗਈ, ਬਹਿਸ ਕਿਉਂ ਕਰ ਰਿਹਾ ਹੈ? ਉਹਨਾਂ ਕਿਹਾ ਜੀ ਦੇਖੋ ਸਮਾਨ ਲੈ ਰਿਹਾ, ਖੋਟਾ ਸਿੱਕਾ ਦੇ ਰਿਹਾ ਹੈ। ਫਕੀਰ ਕਹਿੰਦੇ ਕੋਈ ਗੱਲ ਨਹੀਂ, ਲੈ ਲੈ, ਖੋਟਾ ਹੈ ਨਾ, ਲੈ ਲੈ, ਕੋਈ ਗੱਲ ਨਹੀਂ। ਕਹਿ ਕੇ ਫਕੀਰ ਨੇ ਉਹਦੇ ਕੋਲੋਂ ਖੋਟਾ ਸਿੱਕਾ ਫੜਿਆ ਔਰ ਉਹਨੂੰ ਕਿਹਾ ਕੋਈ ਗੱਲ ਨਹੀਂ ਭਾਈ, ਮਾਫ ਕਰੀ, ਇਹਨੂੰ ਪਤਾ ਨਹੀਂ ਸੀ, ਅੱਜ ਮੈਂ ਹੈ ਨਹੀਂ ਸੀ ਤਾਂ ਹੋ ਗਿਆ ਹੈ। ਹੁਣ ਉਹ ਆਦਮੀ ਸੌਦਾ ਲੈ ਕੇ ਚਲਾ ਗਿਆ। ਫਕੀਰ ਉਹ ਖੋਟੇ ਸਿੱਕੇ ਨੂੰ ਜਦੋਂ ਬਾਕੀ ਸਿੱਕਿਆਂ 'ਚ ਰੱਖਣ ਲੱਗੇ ਤਾਂ ਉਹ ਆਦਮੀ ਬੋਲਿਆ, ਜਿਹੜਾ ਨੌਕਰ ਸੀ ਬੋਲਿਆ, ਕਹਿੰਦਾ ਮਹਾਰਾਜ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਕਿ ਤੁਹਾਨੂੰ ਪਤਾ ਨਹੀਂ ਸੀ ਸਿੱਕਾ ਖੋਟਾ ਹੈ? ਫਕੀਰ ਕਹਿੰਦੇ ਸਾਨੂੰ ਪਤਾ ਸੀ ਖੋਟਾ ਸਿੱਕਾ ਹੈ, ਫਿਰ ਤੁਸੀਂ ਇਹ ਖੋਟੇ ਸਿੱਕੇ ਦੇ ਬਦਲੇ ਉਹਨੂੰ ਸਮਾਨ ਕਿਉਂ ਦਿੱਤਾ, ਘਾਟਾ ਕਿਉਂ ਖਾਦਾ? ਤਾਂ ਉਸ ਲਈ ਫਕੀਰ ਕਹਿੰਦੇ ਦੋ ਗੱਲਾਂ ਆ ਬੇਟਾ, ਪਹਿਲੀ ਗੱਲ ਇਹ ਹੈ ਕਿ ਮੈਂ ਇਹਦੇ ਕੋਲੋਂ ਖੋਟਾ ਸਿੱਕਾ ਇਸ ਲਈ ਲੈ ਲੈਂਦਾ ਹਾਂ ਤਾਂ ਕਿ ਇਹ ਖੋਟਾ ਸਿੱਕਾ ਕਿਸੇ ਦੂਸਰੇ ਦੁਕਾਨਦਾਰ ਨੂੰ ਦੇ ਕੇ ਉਹਦਾ ਕਿਤੇ ਨੁਕਸਾਨ ਨਾ ਕਰੇ, ਕਿਸੇ ਹੋਰ ਦਾ ਨੁਕਸਾਨ ਨਾ ਹੋਵੇ। ਜਰਾ ਸਮਝਣਾ, ਇਹਦੀ ਵੀ ਇਹਨੂੰ ਕੀ ਕਹਿ ਸਕਦੇ ਕਿ ਇਦਾਂ ਦੀ ਭਾਵਨਾ ਕਿਸੇ ਦੂਜੇ ਦਾ ਨੁਕਸਾਨ ਨਾ ਹੋਵੇ। ਔਰ ਫਕੀਰ ਕਹਿੰਦੇ ਦੂਜਾ ਕਾਰਨ ਇਹ ਹੈ, ਖੋਟਾ ਸਿੱਕਾ ਮੈਂ ਇਸ ਲਈ ਲੈ ਲੈਂਦਾ ਹਾਂ ਕਿ ਕੱਲ ਨੂੰ ਮੈਂ ਮਰ ਕੇ ਰੱਬ ਦੇ ਘਰ ਜਾਣਾ ਹੈ। ਜਦੋਂ ਮੈਂ ਰੱਬ ਦੇ ਘਰ ਜਾਊਂਗਾ ਨਾ, ਤਾਂ ਜੇ ਰੱਬ ਉੱਥੇ ਕਹੇਗਾ ਕਿ ਤੇਰੇ ਅੰਦਰ ਆਹ ਕਮੀਆਂ ਹੈ, ਤੇਰੇ ਅੰਦਰ ਆਹ ਖੋਟ ਹੈ, ਤੇਰੇ ਅੰਦਰ ਆਹ ਖੋਟ ਹੈ, ਆਹ ਕਮੀ ਹੈ, ਤਾਂ ਮੈਂ ਵੀ ਰੱਬ ਨੂੰ ਕਹੂੰਗਾ ਹੇ ਰੱਬਾ, ਜਦ ਮੈਂ ਉਸ ਇਨਸਾਨ ਦਾ ਖੋਟਾ ਸਿੱਕਾ ਕਬੂਲ ਕਰ ਸਕਦਾ ਹੈ, ਆਪਣੇ ਕੋਲ ਰੱਖ ਸਕਦਾ, ਤਾਂ ਕੀ ਤੂੰ ਰੱਬ ਹੋ ਕੇ ਮੇਰੇ ਖੋਟ ਕਬੂਲ ਕਰਕੇ ਮੈਨੂੰ ਨਹੀਂ ਆਪਣੇ ਕੋਲ ਰੱਖ ਸਕਦਾ? ਮੈਂ ਉੱਥੇ ਕਹਿਣ ਜੋਗਾ ਤਾਂ ਬਣੂੰਗਾ ਆਪਣੇ ਰੱਬ ਨੂੰ ਕਿ ਚਾਹੇ ਖਰਾ ਆ ਖੋਟਾ ਆ, ਜੇ ਮੈਂ ਖੋਟੇ ਸਿੱਕੇ ਕਬੂਲ ਕਰ ਸਕਦਾ ਆ ਇਨਸਾਨ ਹੋ ਕੇ, ਤਾਂ ਕੀ ਤੂੰ ਭਗਵਾਨ ਹੋ ਕੇ ਮੇਰੇ ਵਰਗੇ ਖੋਟੇ ਨੂੰ ਕਬੂਲ ਨਹੀਂ ਕਰ ਸਕਦਾ? ਤਾਂ ਫਿਰ ਰੱਬ ਵੀ ਕਬੂਲ ਜ਼ਰੂਰ ਕਰੇਗਾ, ਕਿਉਂਕਿ ਕੋਈ ਗੱਲ ਤਾਂ ਐਸੀ ਹੋਵੇ ਕਿ ਆਪਣੇ ਯਾਰ ਨੂੰ ਮਿਹਣਾ ਮਾਰ ਸਕੀਏ, ਤਾਂ ਯਾਰ ਫੇਰ ਹੀ ਕਬੂਲ ਕਰੇਗਾ। ਕਹਿੰਦੇ ਦੂਜਾ ਕਾਰਨ ਇਹ ਹੈ ਤਾਂ ਮੈਂ ਖੋਟਾ ਕਬੂਲ ਕਰਦਾ ਤਾਂ ਕਿ ਮੈਨੂੰ ਵੀ ਰੱਬ ਕਬੂਲ ਕਰ ਲਵੇ। ਇਹਨੂੰ ਕਹਿੰਦੇ ਜੇ ਤੁਸੀਂ ਦੂਜਿਆਂ ਤੇ ਦਇਆ ਕਰੋਗੇ ਤਾਂ ਰੱਬ ਤੁਹਾਡੇ ਤੇ ਦਇਆ ਕਰੇਗਾ। ਇਸ ਲਈ ਆਪਣੇ ਅੰਦਰ ਪ੍ਰੇਮ ਪੈਦਾ ਕਰੋ, ਕਿਉਂਕਿ ਜੇ ਅਸੀਂ ਪ੍ਰੇਮ ਚਾਹੁੰਦੇ ਹਾਂ ਤਾਂ ਪ੍ਰੇਮ ਦੇਣਾ ਸ਼ੁਰੂ ਕਰੋ। ਜਦੋਂ ਪ੍ਰੇਮ ਦੇਵਾਂਗੇ ਤਾਂ ਪ੍ਰੇਮ ਕਈ ਗੁਣਾ ਹੋ ਕੇ ਮਿਲਣਾ ਵੀ ਸਾਨੂੰ ਸ਼ੁਰੂ ਹੋ ਜਾਏਗਾ। ਸਮਝ ਆ ਗਈ ਕਿ ਨਹੀਂ? ਇਸ ਲਈ
अच्छाई, ਇਹ ਗੱਲ ਹਮੇਸ਼ਾ ਯਾਦ ਰੱਖਣੀ ਕਿ ਅਸੀਂ ਅੱਛਾ ਕਰਮ ਕਰਨ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਹਰ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਹੈ। ਦੁਨੀਆ ਕੀ ਕਰਦੀ ਹੈ ਉਹਦੇ ਵੱਲ ਨਾ ਦੇਖੋ, ਮੈਂ ਅੱਛਾ ਕੀ ਕਰ ਸਕਦਾ ਹੈ, ਅਸੀਂ ਉਹਦੇ ਬਾਰੇ ਸੋਚਣਾ ਹੈ। ਇਸ ਲਈ ਤੇਰੇ ਭਾਣੇ ਜੋ ਵੀ ਕਰੇ, ਭਲਾ बुरा संसार नारायण तू बैठ के अपना भवन बुहार, कि तू अपनी सफाई रख, अपने आप नू साफ रख, अपनी करनी नू साफ रख, दुनिया की करदी उधर ना देख, क्योंकि रब ने तेरी करनी देखनी है। इसलिए जे खुशी चाहते हो, आनंद चाहते हो, तो आओ अज अपने आप नाल वादा करी कि मैं अच्छी करनी है, मैं सब नाल प्यार करना है, और मैं अपने आप नू अनकंप्लीट नहीं समझना, अपने आप नू मैं संपूर्ण समझना कि मेरे रब ने मैनू संपूर्ण बनाया, और जे मेरा मालिक मेरे नाल है तो फिर मैं हर जगह कामयाब हो सकता है, हर जगह मैनू सफलता मिल सकती है, क्योंकि कभी हो ही नहीं सकता कि ਉਹਦਾ ਹੱਥ ਸਿਰ ਤੇ ਹੋਵੇ, ਉਹਦੀ ਰਹਿਮਤ ਨਾਲ ਹੋਵੇ ਤਾਂ ਬੰਦਾ ਠੋਕਰ ਖਾ ਜਾਵੇ ਜਾਂ ਹਾਰ ਜਾਵੇ, ਇਹ ਕਦੀ ਹੋ ਹੀ ਨਹੀਂ ਸਕਦਾ। ਇਸ ਲਈ ਆਪਣੇ ਰੱਬ ਤੇ ਪੂਰਾ ਵਿਸ਼ਵਾਸ ਰੱਖਣਾ ਹੈ। ਸੋ ਕਹਿ ਦਿਓ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਬਸ ਇਹ ਵਿਸ਼ਵਾਸ ਰੱਖਣਾ ਹੈ। ਹੁਣ ਜਦੋਂ ਅਸੀਂ ਮੰਨ ਲੈਂਦੇ ਆ ਮੇਰਾ ਮਾਲਿਕ ਮੇਰੇ ਨਾਲ ਹੈ, ਤਾਂ ਫਿਰ ਕੀ ਹੁੰਦਾ ਹੈ? ਫਿਰ ਹੁੰਦਾ ਹੈ ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੇਰੀਆਂ ਝੋਲੀਆਂ ਰਹਿਮਤ ਨਾਲ, ਮੇਰੀਆਂ ਝੋਲੀਆਂ ਰਹਿਮਤ ਨਾਲ, ਮੇਰੀਆਂ ਝੋਲੀਆਂ ਰਹਿਮਤ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ। ਬਸ ਫੇ ਸਮਝ ਲਓ, ਜਿਹਦੇ ਨਾਲ ਉਹ ਮਾਲਿਕ ਹੈ ਨਾ, ਉਹਦੀਆਂ ਝੋਲੀਆਂ ਖੁਸ਼ੀਆਂ ਨਾਲ, ਰਹਿਮਤਾਂ ਨਾਲ ਭਰ ਜਾਂਦੀਆਂ, ਔਰ ਉਹਦੇ ਜੀਵਨ ਦੇ ਸਾਰੇ ਦੁੱਖ ਦੂਰ ਵੀ ਹੋ ਜਾਂਦੇ ਹੈ। ਇਸ ਲਈ ਵਿਸ਼ਵਾਸ ਰੱਖਣਾ ਹੈ ਤੁਸੀਂ, ਬਸ ਇਹ ਯਕੀਨ ਰੱਖਣਾ ਹੈ, ਗੱਲ ਸਿਰਫ ਜ਼ੁਬਾਨ ਤੋਂ ਨਹੀਂ ਕਹਿਣੀ, ਇੱਥੋਂ ਮੰਨ ਕੇ ਚੱਲਣਾ ਹੈ। ਹੁਣ ਪੰਡਾਲ 'ਚ ਉੱਠ ਕੇ ਜਾਣਾ ਨਾ, ਤਾਂ ਹਰ ਕਦਮ ਤੇ ਇਸ ਵਿਸ਼ਵਾਸ ਨਾਲ ਕਦਮ ਉਠਾਣਾ ਹੈ ਕਿ ਮੇਰਾ ਮਾਲਿਕ ਹਰ ਕਦਮ ਤੇ ਮੇਰੇ, ਔਰ ਜਦੋਂ ਉਹਦੇ ਵਿਸ਼ਵਾਸ ਨਾਲ ਕੋਈ ਵੀ ਕਦਮ ਉਠਾਵਾਂਗੇ, ਉਹ ਕਦਮ ਸਾਨੂੰ ਕਾਮਯਾਬੀ, ਸਫਲਤਾ, ਖੁਸ਼ੀਆਂ ਵੱਲ ਲੈ ਕੇ ਜਾਏਗਾ। ਸਮਝਦੇ ਹੋ ਕਿ ਨਹੀਂ? ਕਿਉਂਕਿ ਜਦੋਂ ਉਹ ਨਾਲ ਹੋਵੇ ਤਾਂ ਰਸਤੇ 'ਚ ਜੇ ਪਰੇਸ਼ਾਨੀਆਂ, ਰੁਕਾਵਟਾਂ ਹੁੰਦੀਆਂ ਵੀ ਹੈ ਤਾਂ ਉਹ ਵੀ ਦੂਰ ਹੋ ਜਾਂਦੀਆਂ ਹੈ। ਇੱਕ ਸੱਚੀ ਘਟਨਾ ਯਾਦ ਆ ਗਈ, ਦੱਸ ਦਈਏ। ਇਸ ਦਰਬਾਰ ਨਾਲ ਜੁੜਿਆ ਇੱਕ ਡਰਾਈਵਰ ਸੀ, ਜੋ ਰੋਡਵੇਜ਼ ਦਾ ਡਰਾਈਵਰ ਸੀ, ਉਹਦਾ ਨਾਂ ਗੁਰਬੇਲ ਸਿੰਘ ਸੀ, ਹੁਸ਼ਿਆਰਪੁਰ ਦਾ। ਇੱਥੇ ਕਾਫੀ ਸੇਵਾਦਾਰ ਬੈਠੇ ਜਿਹੜੇ ਉਹਨੂੰ ਜਾਣਦੇ ਆ। ਚਲੋ ਹੁਣ ਤਾਂ ਉਹ ਰੱਬ ਦੇ ਘਰ ਚਲਾ ਗਿਆ। ਤੇ ਇੱਕ ਨਾਲ ਬਸ਼ੀਰ ਹੁੰਦਾ ਸੀ ਕੰਡਕਟਰ, ਯਾਨੀ ਇਹ ਦੋਨਾਂ ਦੀ ਜੋੜੀ ਹੁੰਦੀ ਸੀ, ਗੁਰਮੇਲ ਔਰ ਬਸ਼ੀਰ ਦੀ। ਦੋਨੇ ਹੁਸ਼ਿਆਰਪੁਰ ਦੇ ਸੀ ਔਰ ਮਾਲਕਾਂ ਦੇ ਚਰਨਾਂ ਨਾਲ ਜੁੜਦੇ, ਯਾਨੀ ਬੜੇ ਮਾਲਕਾਂ ਦੇ ਨਾਲ ਜੁੜੇ ਹੋਏ ਸੀ, ਯਾਨੀ ਉਹ ਸਮੇਂ ਤੋਂ ਜੁੜੇ ਸੀ ਦਰਬਾਰ ਨਾਲ। ਤਾਂ ਹੁਣ ਦੱਸਿਆ ਜਾਂਦਾ ਹੈ ਕਿ ਗੁਰਮੇਲ ਨੇ ਜਦ ਵੀ ਕੋਈ ਬੱਸ ਫੜਨੀ ਨਾ, ਪੰਜਾਬ ਰੋਡਵੇਜ਼ ਦੀ ਬੱਸ, ਇਹ ਉਹ ਸਮੇਂ ਦੀ ਗੱਲ ਹੈ, ਸਨ 1990-95 ਦੀ, ਕਿਉਂਕਿ ਬੱਸਾਂ ਦੀ ਹਾਲਤ ਵੀ ਉਦੋਂ ਬੜੀ ਖਸਤਾ ਜਿਹੀ ਹੁੰਦੀ ਸੀ, ਰੱਬ ਦੇ ਆਸਰੇ ਹੀ ਚੱਲਦੀਆਂ ਸੀ। ਚੱਲ ਰਾਣੀ ਤੇਰਾ ਰੱਬ ਰੱਖਾ, ਹੋ ਜਾਂਦਾ ਕਿ ਨਹੀਂ? ਇਸ ਲਈ ਹੁਣ ਗੁਰਮੇਲ ਦੱਸਦਾ ਸੀ ਕਿ ਜਦ ਵੀ ਕੋਈ ਇਦਾਂ ਦੀ ਬੱਸ ਹੋਣੀ ਨਾ, ਜਿਹਦੇ ਵਿੱਚ ਚਾਂਸ ਹੁੰਦੇ ਸੀ ਕਿ ਨਾ 10 ਕਿਲੋਮੀਟਰ ਤੇ ਜਾ ਕੇ ਖਰਾਬ ਹੋ ਜਾਣੀ, ਜਾਂ ਇਹਦੇ ਚਾਂਸ ਨਹੀਂ ਹੈ ਕਿ ਹੁਸ਼ਿਆਰਪੁਰੋਂ ਜਲੰਧਰ ਵੀ ਪਹੁੰਚੇ, ਕਹਿੰਦੇ ਉਹ ਬੱਸ ਉਹਨਾਂ ਨੇ ਮੈਨੂੰ ਦੇਣੀ, ਬੱਸ ਮੈਨੂੰ ਦੇਣੀ ਕਿ ਭਾਈ ਉਹ ਗੁਰਮੇਲ ਨੂੰ ਇਹ ਦਿਓ, ਕਿਉਂਕਿ ਜਿਹੜੀ ਬੱਸ ਗੁਰਮੇਲ ਲੈ ਕੇ ਜਾਂਦਾ ਕਿਤੇ ਰਸਤੇ 'ਚ ਰੁਕਦੀ ਨਹੀਂ ਹੈ, ਉਹ ਹਮੇਸ਼ਾ ਮੰਜ਼ਿਲ ਤੇ ਪਹੁੰਚਦੀ ਹੈ। ਜਰਾ ਸਮਝਣਾ, ਇਹ ਸੱਚੀ ਘਟਨਾ ਦੱਸ ਰਹੇ ਹਾਂ ਤੁਹਾਨੂੰ, ਨਹੀਂ ਤਾਂ ਉਹਦੇ ਪਰਿਵਾਰ ਨੂੰ ਮਿਲ ਕੇ ਪੁੱਛ ਲਿਓ ਤੁਸੀਂ, ਕਿਉਂਕਿ ਸੱਚਾਈ ਨੂੰ ਕੋਈ ਡਰ ਨਹੀਂ ਹੁੰਦਾ, ਜਿੱਥੇ ਮਰਜ਼ੀ ਖੜ ਕੇ ਪੁੱਛ ਲਓ। ਹੁਣ ਕਿਹਾ ਜਾਂਦਾ ਹੈ ਕਿ ਉਹਨੂੰ ਜਿਹੜੀ ਵੀ ਬੱਸ ਨਾ ਲੱਗਣੀ, ਉਹ ਅੱਡਾ ਇੰਚਾਰਜ ਨੂੰ, ਕਿ ਭਾਈ ਇਹ ਬੱਸ 'ਚ ਕੋਈ ਪ੍ਰੋਬਲਮ ਆ ਸਕਦੀ ਹੈ ਜਾਂ ਰਸਤੇ 'ਚ ਖਰਾਬ ਹੋ ਸਕਦੀ ਹੈ, ਤਾਂ ਉਹਨਾਂ ਨੇ ਕਹਿਣਾ ਗੁਰਮੇਲ ਨੂੰ ਇਹ ਬੱਸ ਦੇ ਕੇ ਭੇਜ ਦਿਓ। ਤਾਂ ਉਹਨਾਂ ਨੇ ਕਹਿਣਾ ਮਹਾਰਾਜ ਜੇ ਰਸਤੇ 'ਚ ਸਰ ਖਰਾਬ ਹੋ ਗਈ ਫਿਰ? ਉਹ ਨਹੀਂ, ਜਿਹੜੀ ਬੱਸ ਗੁਰਮੇਲ ਲੈ ਕੇ ਜਾਂਦਾ ਕਦੀ ਖਰਾਬ ਨਹੀਂ ਹੁੰਦੀ। ਉਹ ਕਹਿੰਦੇ ਇੱਕ ਵਾਰ ਸਾਰੇ ਨਾ ਇਕੱਠੇ ਹੋਏ, ਬਸ਼ੀਰ ਤਾਂ ਗੁਰਮੇਲ ਦੱਸਦੇ, ਇੱਕ ਵਾਰ ਸਾਰੇ ਇਕੱਠੇ ਹੋਏ ਤਾਂ ਜੋ ਅੱਡਾ ਇੰਚਾਰਜ ਸੀ, ਤਾਂ ਉਹਨੇ ਆ ਕੇ ਪੁੱਛ ਲਿਆ ਕਿ ਗੁਰਮੇਲ ਇੱਕ ਰਾਜ ਤਾਂ ਦੱਸ, ਤੂੰ ਜਿਹੜੀ ਬੱਸ ਤੇ ਬਹਿ ਕੇ ਜਿਹੜੀ ਬੱਸ ਨੂੰ ਤੋੜਦਾ ਆ, ਉਹ ਬੱਸ ਰਸਤੇ 'ਚ ਕਦੀ ਖਰਾਬ ਨਹੀਂ ਹੁੰਦੀ, ਇਹਦੇ ਪਿੱਛੇ ਰਾਜ ਕੀ ਹੈ? ਕੋਈ ਹੋਰ ਡਰਾਈਵਰ ਲੈ ਜਾਵੇ ਤਾਂ ਕਦੀ ਨਸਰਾਲੇ ਜਾ ਕੇ ਬ੍ਰੇਕ ਲੱਗ ਜਾਂਦੀ ਹੈ, ਕਦੀ ਆਦਮਪੁਰ ਵੀ ਨਹੀਂ ਪਹੁੰਚਦੀ ਬੱਸ, ਰਸਤੇ ਹੀ ਖਰਾਬ ਹੋ ਜਾਂਦੀ ਹੈ, ਪਰ ਤੂੰ ਜਿਹੜੀ ਬੱਸ ਲੈ ਕੇ ਜਾਂਦਾ ਖਰਾਬ ਨੂੰ ਵੀ ਲੈ ਜਾਵੇਂ ਤਾਂ ਉਹ ਵੀ ਸਹੀ ਸਲਾਮਤ ਮੰਜ਼ਿਲ ਤੇ ਪਹੁੰਚ ਜਾਂਦੀ ਹੈ, ਰਾਜ ਕੀ ਹੈ? ਤਾਂ ਉਸ ਵੇਲੇ ਗੁਰਮੇਲ ਨੇ ਹੱਥ ਜੋੜ ਕੇ ਕਿਹਾ ਕਿ ਸਰ ਇਹ ਰਾਜ ਕੋਈ ਮੇਰਾ ਨਹੀਂ ਹੈ, ਦਰਅਸਲ ਮੈਂ ਜਦ ਵੀ ਬੱਸ ਦੀ ਸੀਟ ਤੇ ਬਹਿੰਦਾ ਆ ਨਾ, ਤਾਂ ਇੱਕ ਪ੍ਰਾਰਥਨਾ ਕਰਕੇ ਬਹਿੰਦਾ ਆ ਆਪਣੇ ਮਾਲਿਕ ਅੱਗੇ, ਕਹਿ ਮਾਲਿਕ ਮੈਂ ਤਾਂ ਸਿਰਫ ਇਹ ਬੱਸ ਦੀ ਸੀਟ ਤੇ ਬੈਠਾ ਹੈ, ਚਲਾਣੀ ਤੂੰ ਹੈ। ਸਮਝਦੇ ਹੋ ਕਿ ਨਹੀਂ? ਕਿਉਂਕਿ ਜਿਹਦਾ ਸੰਤ ਦਾਦੂ ਦਿਆਲ ਨੇ ਕਿਹਾ, ਕਰੇ ਕਰਾਵੇ ਸਾਈਆਂ ਜਿਨ ਹੋ ਦਿਆ ਵਜੂਦ, ਦਾਦੂ ਬੰਦਾ ਬੀਚ ਹੈ ਸ਼ੋਭਾ ਕੋ ਮਾਯੂਦ, ਕਿ ਕਰਨ ਕਰਾਉਣ ਵਾਲਾ ਉਹ ਸਾਈਂ ਹੈ,
ਬੰਦੇ ਦੀ ਤਾਂ ਸ਼ੋਭਾ ਹੋ ਜਾਂਦੀ, ਉਹ ਬੰਦਾ ਕਰ ਗਿਆ। ਨਹੀਂ ਤਾਂ ਤਾਕਤ ਉਹਦੀ ਅੰਦਰ ਉਹ ਚੱਲਦੀ ਹੈ ਤਾਂ ਫੇਰ ਹੀ ਬੰਦਾ ਕਰਦਾ। ਜੇ ਉਹਦੀ ਤਾਕਤ ਨਾ ਹੋਵੇ ਤਾਂ ਬੰਦੇ ਨੇ ਕੀ ਕਰਨਾ? ਸਮਝਦੇ ਹੋ ਕਿ ਨਹੀਂ? ਤਾਂ ਗੁਰਮੇਲ ਨੇ ਵੀ ਦੱਸਿਆ ਕਿ ਮੈਂ ਜਦ ਵੀ ਬੱਸ ਦੀ ਸੀਟ ਤੇ ਬਹਿੰਦਾ ਆ, ਸਟੀਅਰਿੰਗ ਗੱਡੀ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕੋ ਹੀ ਬੇਨਤੀ ਕਰਦਾ ਕਿ ਮਾਲਕ ਸਰੀਰ ਜ਼ਰੂਰ ਮੇਰਾ ਬੈਠਾ ਹੈ, ਪਰ ਚਲਾਣੀ ਤੁਸੀਂ ਹੈ। ਮੰਜ਼ਿਲ ਤੇ ਸਹੀ ਸਲਾਮਤ ਤੁਸੀਂ ਲੈ ਕੇ ਜਾਣੀ ਹੈ, ਔਰ ਸਹੀ ਸਲਾਮਤ ਲਿਆਣਾ ਵੀ ਤੁਸੀਂ ਹੈ, ਕਿਉਂਕਿ ਮੈਂ ਸਭ ਕੁਝ ਤੁਹਾਡੇ ਹਵਾਲੇ ਛੱਡ ਕੇ ਜਾ ਰਿਹਾ। ਔਰ ਜਦੋਂ ਚੀਜ਼ ਰੱਬ ਦੇ ਹਵਾਲੇ ਕਰ ਦਿੱਤੀ ਜਾਵੇ ਤਾਂ ਫਿਰ ਰੱਬ ਵੀ ਕਹਿੰਦਾ ਹੈ ਕਿ ਜਿਹੜੀ ਚੀਜ਼ ਤੂੰ ਮੇਰੇ ਹਵਾਲੇ ਕਰਕੇ ਚੱਲ ਰਿਹਾ ਨਾ, ਤਾਂ ਫਿਰ ਰੁਕਣ ਮੈਂ ਵੀ ਨਹੀਂ ਦਿੰਦਾ। ਜਰਾ ਸਮਝਣਾ ਸਾਰਿਆਂ। ਹੁਣ ਜਰਾ ਤੁਸੀਂ ਸੋਚੋ, ਜੇ ਰੱਬ ਦੇ ਹਵਾਲੇ ਇੱਕ ਬੱਸ ਛੱਡ ਕੇ ਬੱਸ ਆਪਣੀ ਮੰਜ਼ਿਲ ਤੇ ਪਹੁੰਚ ਸਕਦੀ ਹੈ, ਤਾਂ ਜੇ ਅਸੀਂ ਆਪਣੇ ਪੂਰੇ ਜੀਵਨ ਨੂੰ ਹੀ ਆਪਣੇ ਰੱਬ ਦੇ ਹਵਾਲੇ ਕਰ ਦੇਵਾਂਗੇ, ਵਿਸ਼ਵਾਸ ਰੱਖਾਂਗੇ, ਤਾਂ ਸਾਡਾ ਜੀਵਨ ਆਪਣੀ ਮੰਜ਼ਿਲ ਤੇ ਕਿਉਂ ਨਾ ਪਹੁੰਚੇ? ਸਾਨੂੰ ਖੁਸ਼ੀਆਂ ਕਿਉਂ ਨਹੀਂ ਮਿਲਣਗੀਆਂ? ਮਿਲਣਗੀਆਂ ਕਿ ਨਹੀਂ? ਕਿਉਂਕਿ ਇੱਥੋਂ ਹੀ ਤਾਂ ਪਤਾ ਲੱਗਦਾ ਜਿਹੜਾ ਬੱਸ ਨੂੰ ਮੰਜ਼ਿਲ ਤੇ ਪਹੁੰਚਾ ਸਕਦਾ ਹੈ, ਉਹ ਸਾਨੂੰ ਵੀ ਸਾਡੀਆਂ ਖੁਸ਼ੀਆਂ ਦੀਆਂ ਮੰਜ਼ਿਲਾਂ ਤੇ ਜ਼ਰੂਰ ਲਿਜਾ ਸਕਦਾ ਹੈ। ਬਸ ਅੰਦਰ ਪਿਆਰ ਵਿਸ਼ਵਾਸ ਹੋਣਾ ਚਾਹੀਦਾ ਹੈ। ਇਸ ਲਈ ਕੋਈ ਵੀ ਕੰਮ ਕਰੋ ਤੇ ਇਸ ਵਿਸ਼ਵਾਸ ਨਾਲ ਕਿ ਮਾਲਿਕ ਨਜ਼ਰ ਮੈਂ ਆ ਰਿਹਾ, ਪਰ ਕਰਨਾ ਤੂੰ ਹੀ ਹੈ, ਇਹ ਹੁਣਾ ਤੇਰੀ ਰਹਿਮਤ ਨਾਲ ਹੈ, ਇਸ ਲਈ ਮੈਨੂੰ ਕਾਮਯਾਬੀ ਦੇਣਾ ਤੇਰੇ ਹੱਥ 'ਚ ਹੈ। ਮੈਨੂੰ ਪੂਰਾ ਯਕੀਨ ਹੈ ਤੂੰ ਮੇਰੇ ਨਾਲ ਹੈ ਤਾਂ ਮੈਨੂੰ ਕਾਮਯਾਬੀ ਵੀ ਜ਼ਰੂਰ ਮਿਲੇਗੀ। ਇਸ ਵਿਸ਼ਵਾਸ ਨਾਲ ਤੁਸੀਂ ਕੰਮ ਕਰੋਗੇ ਤਾਂ ਤੁਸੀਂ ਆਪ ਹੈਰਾਨ ਰਹਿ ਜਾਓਗੇ ਕਿ ਜਿਹੜੇ ਕੰਮ ਪਹਿਲਾਂ ਨਹੀਂ ਹੁੰਦੇ ਸੀ, ਉਹਨੂੰ ਕੰਮ ਵੀ ਹੋਣੇ ਸ਼ੁਰੂ ਹੋ ਗਏ। ਤਾਂ ਹੀ ਗੁਰੂ ਕਹਿੰਦੇ ਮਿਹਨਤ ਮੇਰੀ ਤਾਂ ਰਹਿਮਤ। ਜਦੋਂ ਇਨਸਾਨ ਦੀ ਮਿਹਨਤ ਔਰ ਰਹਿਮਤ ਉਹਦੀ ਕੰਮ ਕਰਦੀ ਹੈ ਤਾਂ ਫਿਰ ਨਾਮੁਮਕਿਨ ਵੀ ਮੁਮਕਿਨ ਹੋ ਜਾਂਦਾ ਹੈ। ਇਸ ਲਈ ਵਿਸ਼ਵਾਸ ਰੱਖੋ। ਇਸ ਲਈ ਤਾਂ ਹੀ ਅਸੀਂ ਕਿ ਇੱਥੋਂ ਜਾਣਾ ਆ ਤਾਂ ਹਰ ਕਦਮ ਨਾਲ ਇਹ ਵਿਸ਼ਵਾਸ ਹੋਣਾ ਚਾਹੀਦਾ, ਮੈਂ ਇਕੱਲਾ ਨਹੀਂ ਹਾਂ, ਮੇਰਾ ਮਾਲਿਕ ਮੇਰੇ। ਤਾਂ ਫਿਰ ਦੇਖੋ ਝੋਲੀਆਂ ਖੁਸ਼ੀਆਂ ਨਾਲ ਰਹਿਮਤਾਂ ਨਾਲ ਕਿਦਾਂ ਭਰਦੀਆਂ, ਕੋਈ ਕਮੀ ਨਹੀਂ ਆਏਗੀ। ਇਸ ਲਈ ਆਪਣੇ ਅੰਦਰ ਵਿਸ਼ਵਾਸ ਰੱਖੋ, ਯਕੀਨ ਰੱਖੋ, ਤਾਂ ਤੁਹਾਡੀ ਇਹ ਜ਼ਿੰਦਗੀ, ਤੁਹਾਡਾ ਇਹ ਜੀਵਨ, ਤੁਹਾਡਾ ਇਹ ਜਨਮ ਸਫਲ ਹੋ ਜਾਏਗਾ। ਕੋਈ ਤੋਟ, ਕੋਈ ਕਾਟ, ਕੋਈ ਕਮੀ ਨਹੀਂ ਰਹੇਗੀ। ਔਰ ਹੁਣ ਇਹਨਾਂ ਵਚਨਾਂ ਦੇ ਨਾਲ ਹੀ ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ ਔਰ ਅੰਤ ਵਿੱਚ ਇਹੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਿਕ ਤੁਹਾਨੂੰ ਸਾਰਿਆਂ ਨੂੰ ਨਾਮ ਨਾਲ ਜੁੜਨ ਦੀ ਤਾਕਤ ਦੇਣ, ਤੁਹਾਨੂੰ ਨਾਮ ਜਪਣ ਦੀ ਤਾਕਤ ਦੇਣ, ਸੇਵਾ ਸਿਮਰਨ ਕਰਨ ਦਾ ਮਾਲਿਕ ਬਲ ਬਖਸ਼ਣ, ਔਰ ਤੁਹਾਡੀਆਂ ਸਭ ਦੀਆਂ ਤਕਲੀਫਾਂ, ਦੁੱਖਾਂ, ਦਰਦਾਂ, ਪਰੇਸ਼ਾਨੀਆਂ ਨੂੰ ਮਾਲਿਕ ਦੂਰ ਕਰਨ, ਤੁਹਾਡੀਆਂ ਸਭ ਦੀਆਂ ਝੋਲੀਆਂ ਨੂੰ ਮਾਲਿਕ ਖੁਸ਼ੀਆਂ ਨਾਲ ਭਰਪੂਰ ਕਰਨ। ਆਉਣ ਵਾਲਾ ਸਮਾਂ ਤੁਹਾਡੇ ਸਾਰਿਆਂ ਵਾਸਤੇ ਸੁੱਖਾਂ ਭਰਿਆ ਹੋਵੇ, ਸਮਰਿੱਧੀ ਭਰਿਆ ਹੋਵੇ, ਕਾਮਯਾਬੀ, ਸਫਲਤਾ ਭਰਿਆ ਹੋਵੇ। ਤੁਹਾਡੀਆਂ ਸਾਰੀਆਂ ਪੀੜਾਵਾਂ, ਦੁੱਖਾਂ, ਦਰਦਾਂ, ਚਿੰਤਾਵਾਂ ਤੋਂ ਮਾਲਿਕ ਤੁਹਾਨੂੰ ਮੁਕਤੀ ਦੇਣ ਔਰ ਆਪਣੀ ਕਿਰਪਾ, ਦਇਆ, ਮਿਹਰ, ਰਹਿਮਤ, ਬਖਸ਼ਿਸ਼ ਹਮੇਸ਼ਾ ਮਾਲਿਕ ਤੁਹਾਡੇ ਤੇ ਬਣਾਏ ਰੱਖਣ। ਇਹੀ ਸਾਡੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਿਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ। ਜੈ ਕਰਾ ਸੱਚੇ ਸਤਿਗੁਰੂ ਮਹਾਰਾਜ ਜੀ ਦਾ। ਜੈ